ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦਾ ਪ੍ਰੋਗਰਾਮ ਯੂਥ ਬੋਲਦਾ। ਇਸ ਪ੍ਰੋਗਰਾਮ ਦੀ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਦੋ ਸਵਾਲ ਪ੍ਰਮੁੱਖ ਹੋਣਗੇ। ਪਹਿਲਾ ਸਵਾਲ ਹੋਏਗਾ ਕਿ ਕਿੰਨਾ ਕੁ ਬਦਲਾਵ ਲੈ ਕੇ ਆਈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ, ਜਾਂ ਆਪਾਂ ਐਵੇਂ ਕਹਿ ਲਈਏ ਕਿ ਪੰਜਾਬ ਦੀ ਨੌਜਵਾਨੀ ਕਿਵੇਂ ਦੇਖਦੀ ਹੈ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਨੂੰ। ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਹੈ ਜਾਗਰੂਕ ਯੂਥ ਹੁੰਦਾ। ਅੱਜ ਦੇ ਪ੍ਰੋਗਰਾਮ 'ਚ ਜੋ ਮੇਰਾ ਪੈਨਲ ਹੈ, ਮੈਂ ਇੱਕ ਵਾਰ ਤੁਹਾਨੂੰ ਇੰਟਰੋਡਿਊਸ ਕਰਵਾ ਦਿੰਦੀ ਹਾਂ। ਸਭ ਤੋਂ ਪਹਿਲਾਂ ਮੇਰੇ ਨਾਲ ਮਾਨਵ ਨੇ। ਮਾਨਵ ਜਿਹੜੇ ਆ ਉਹ ਨੌਜਵਾਨ ਭਾਰਤ ਸਭਾ ਲਲਕਾਰ ਦੇ ਨਾਲ ਜੁੜੇ ਹੋਏ ਨੇ। ਦੂਸਰੇ ਮੇਰੇ ਨਾਲ ਨੇ ਕਰਨ, ਜੋ ਆਮ ਆਦਮੀ ਪਾਰਟੀ ਦਾ ਇੱਕ ਧਰਾਤਲ ਤੇ ਕੰਮ ਕਰਨ ਵਾਲੇ ਕੈਡਰ ਨੇ, ਜੋ ਕਪੂਰਥਲਾ ਬੇਸਡ ਨੇ। ਔਰ ਤੀਸਰੇ ਨੇ ਮੇਰੇ ਨਾਲ ਇੱਕ ਜਾਗਰੂਕ ਯੂਥ ਆਕਾਸ਼ਦੀਪ ਸਿੰਘ ਵਿਰਕ, ਜਿਹੜੇ ਕਿਸੇ ਜਥੇਬੰਦੀ ਨਾਲ ਸੰਬੰਧਿਤ ਨਹੀਂ ਹੈ ਪਰ ਹਰ ਜਾਣਕਾਰੀ ਰੱਖਦੇ ਨੇ। ਸੋ ਆਪਾਂ ਸ਼ੁਰੂ ਕਰਦੇ ਹਾਂ। ਔਰ ਸਭ ਤੋਂ ਪਹਿਲਾ ਸਵਾਲ ਹੀ ਮੈਂ ਮਾਨਵ ਵੱਲ ਲੈ ਕੇ ਜਾਵਾਂਗੀ। ਨੌਜਵਾਨ ਭਾਰਤ ਸਭਾ, ਮਾਨਵ, ਕਿਵੇਂ ਦੇਖਦੇ ਹੋ ਤੁਸੀਂ ਆਮ ਆਦਮੀ ਪਾਰਟੀ ਨੂੰ? ਕਿੰਨਾ ਕੁ ਬਦਲਾਵ ਲੈ ਕੇ ਆਈ ਹੈ ਔਰ ਤੁਸੀਂ ਇਹਦੀ ਕੀ ਆਬਜ਼ਰਵੇਸ਼ਨ, ਕੀ ਐਨਾਲਿਸਿਸ ਅੱਜ ਤੱਕ ਕੀਤਾ? ਦੇਖੋ, ਇਹ ਜਿਹੜਾ ਅਸੀਂ ਸਮਝਦੇ ਹਾਂ ਵੀ ਆਮ ਆਦਮੀ ਪਾਰਟੀ ਤਕਰੀਬਨ 10 ਸਾਲ ਹੋ ਚੁੱਕੇ ਆ। ਜਦੋਂ ਇੰਡੀਆ ਅਗੇਂਸਟ ਕਰਪਸ਼ਨ ਦੀ ਇੱਕ ਲਹਿਰ ਚੱਲੀ ਸੀਗੀ ਅੰਨਾ ਹਜ਼ਾਰੇ ਦੇ ਸਮੇਂ ਤੋਂ, ਉਹਦੇ ਵਿੱਚੋਂ ਇਹ ਪਾਰਟੀ ਦੀ ਸ਼ੁਰੂਆਤ ਹੁੰਦੀ ਹੈ। ਤੇ ਸਾਡਾ ਇਹ ਮੰਨਣਾ ਆ ਵੀ ਜਿਹੜੀਆਂ ਉਹਨਾਂ ਦੀ ਕਾਰਗੁਜ਼ਾਰੀ ਹੈ ਜਾਂ ਜਿਹੜੀਆਂ ਨੀਤੀਆਂ ਨੇ, ਉਹਦਾ ਸਵਾਲ ਬਾਅਦ ਚ ਆਉਂਦਾ। ਸਭ ਤੋਂ ਪਹਿਲਾਂ ਇਹ ਸਵਾਲ ਆਉਂਦਾ ਵੀ ਉਹ ਕੋਈ ਜਥੇਬੰਦੀ ਆ, ਕੋਈ ਪਾਰਟੀ ਆ, ਉਹ ਕਿਹੜੀ ਸੋਚ ਜਾਂ ਕਿਹੜੀ ਵਿਚਾਰਧਾਰਾ ਰੱਖਦੀ ਹੈ। ਇਹ ਮੈਂ ਪੁਆਇੰਟ ਇਸ ਕਰਕੇ ਲੈ ਕੇ ਆ ਰਿਹਾ ਕਿਉਂਕਿ ਜਦੋਂ ਇੰਡੀਆ ਅਗੇਂਸਟ ਕਰਪਸ਼ਨ ਦਾ ਪੂਰਾ ਲਹਿਰ ਚੱਲੀ ਸੀ 2012 ਦੇ ਵਿੱਚ, ਉਦੋਂ ਕੇਜਰੀਵਾਲ ਇਹ ਕਿਹਾ ਕਰਦਾ ਸੀ ਕਿ ਅਸੀਂ ਮੁੱਦਾ ਆਧਾਰਿਤ ਸਿਆਸਤ ਕਰਦੇ ਹਾਂ, ਸਾਡੀ ਕੋਈ ਵਿਚਾਰਧਾਰਾ ਨਹੀਂ, ਸਾਡੀ ਕੋਈ ਖੱਬਾ ਸੱਜਾ ਕੇਂਦਰ, ਸਾਡੀ ਕੋਈ ਵਿਚਾਰਧਾਰਾ ਨਹੀਂ ਹੈ, ਅਸੀਂ ਮੁੱਦਾ ਆਧਾਰਿਤ ਸਿਆਸਤ ਕਰਦੇ ਹਾਂ। ਪਰ ਉਸ ਤੋਂ ਬਾਅਦ ਦਾ ਜਿਹੜਾ ਇਹਨਾਂ ਦਾ ਸਾਰਾ ਅਮਲ ਹੈ, ਉਹ ਇਹ ਵਿਖਾ ਰਿਹਾ ਹੈ ਕਿ ਇਹ ਇਹਨਾਂ ਦੀ ਇੱਕ ਖਾਸ ਵਿਚਾਰਧਾਰਾ ਹੈ। ਤੇ ਉਹ ਵਿਚਾਰਧਾਰਾ ਜਿਹੜੀ ਹੈ ਅੱਜ ਦੇ ਸਾਡੀ ਜਿਹੜੀ ਰਾਜ ਕਰ ਰਹੀ ਪਾਰਟੀ ਹੈ ਭਾਜਪਾ, ਉਹਨੂੰ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਉਸੇ ਵਿਚਾਰਧਾਰਾ ਦੀ ਇੱਕ ਪੂਰਕ ਹੈ। ਮੈਂ ਇਸ ਲਈ ਕਹਿ ਰਿਹਾ ਕਿ ਜੋ ਪਿਛਲੇ 8-10 ਸਾਲਾਂ ਦਾ ਜਿਹੜਾ ਟਰੈਕ ਰਿਕਾਰਡ ਹੈ, ਮਤਲਬ ਇਹ ਪਹਿਲੀ ਗੱਲ ਇਹ ਸਮਝੀਏ ਕਿ ਇੱਕ ਵਿਚਾਰਧਾਰਾ ਦਾ, ਇੱਕ ਇਹਨਾਂ ਦੀ ਆਮ ਆਦਮੀ ਦੀ ਚਾਹੇ ਦਾਅਵੇ ਜੋ ਵੀ ਹੁਣ, ਇੱਕ ਵਿਚਾਰਧਾਰਾ ਦੇ ਤਹਿਤ ਇਹ ਪਾਰਟੀ ਬਣੀ ਔਰ ਕੰਮ ਕਰ ਰਹੀ ਹੈ। ਨੰਬਰ 2, ਜਦੋਂ ਵੀ ਜਿਵੇਂ ਜਿਵੇਂ ਭਾਰਤ ਦੇ ਸੁਸਾਇਟੀ ਦਾ, ਸਮਾਜ ਦਾ ਜਿਹੜਾ ਸੰਕਟ ਹੈ ਉਹ ਡੂੰਘਾ ਹੁੰਦਾ ਗਿਆ, ਲੋਕਾਂ ਦੀ ਬੇਪੱਤੀ ਬੇਚੈਨੀ ਵੱਧਦੀ ਗਈ ਹੈ, ਬੇਕਦਰੀ ਹੈ, ਸਿਸਟਮ ਦੀਆਂ, ਬੇਰੁਜ਼ਗਾਰੀ, ਮਹਿੰਗਾਈ, ਸਾਰੀਆਂ ਪ੍ਰੋਬਲਮਾਂ ਨੇ, ਤਾਂ ਇਸ ਸਿਸਟਮ ਨੂੰ ਇੱਕ ਲੋੜ ਹੁੰਦੀ ਹੈ ਕਿਹੋ ਜਿਹੇ ਸੇਫਟੀ ਵਾਲਵ ਦੀ, ਤਾਂ ਕਿ ਪ੍ਰੈਸ਼ਰ ਕੁੱਕਰ ਪੂਰਾ ਫਟ ਨਾ ਜਾਵੇ। ਇਹ ਆਪਾਂ 1970 ਚ ਜੇਪੀ ਮੂਵਮੈਂਟ ਵੇਲੇ ਵੀ ਦੇਖਿਆ, ਤੇ ਹੁਣ ਇਹ 2012-13 ਜਦੋਂ ਇੱਕ ਪੀਕ ਸੀਗੀ ਕਿ ਕਾਂਗਰਸ ਦੇ ਖਿਲਾਫ ਲੋਕਾਂ ਦਾ ਗੁੱਸਾ ਸੀ, ਇੱਕ ਰਾਹ ਚਾਹੀਦਾ ਸੀਗਾ, ਤਾਂ ਉਹ ਰਾਹ ਇਸ ਦੇਸ਼ ਦੇ ਹਾਕਮਾਂ ਨੇ, ਉਹ ਰਾਹ ਜਿਹੜਾ ਹੈਗਾ ਆ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਵੇਖਿਆ, ਜਿਹਦੇ ਵਿੱਚ ਲੋਕਾਂ ਦਾ ਸਾਰਾ ਗੁੱਸਾ ਚੈਨਲਾਈਜ਼ ਹੋ ਕੇ ਉਹਨੂੰ ਇਹਨਾਂ ਨੇ ਪਹਿਲਾਂ ਦਿੱਲੀ 'ਚ, ਫਿਰ ਉਸ ਤੋਂ ਬਾਅਦ ਹੁਣ ਜਿਹੜਾ ਹੈ ਰੀਸੈਂਟਲੀ ਪੰਜਾਬ ਦੇ ਵਿੱਚ ਲਿਆਂਦਾ, ਤੇ ਹੁਣ ਗੁਜਰਾਤ ਦੇ ਵਿੱਚ ਹੱਥ ਪੈਰ ਮਾਰ ਰਹੇ ਨੇ। ਅਗਲੀ ਚੀਜ਼ ਆ ਜਾਂਦੀ ਹੈ, ਜਿੱਥੋਂ ਇਹ ਜਿਹੜੀ ਆਪਾਂ ਵਿਚਾਰਧਾਰਾ ਦੀ ਗੱਲ ਕੀਤੀ ਆ, ਕਿ ਜਿਹੜੀ ਕਾਰਗੁਜ਼ਾਰੀ ਹੈ, ਉਹ ਜਿਹੜੇ ਆਪਾਂ ਬੁਨਿਆਦੀ ਸਵਾਲ ਰੱਖੇ ਆ, ਵੀ ਸਿੱਖਿਆ ਦਾ ਸਵਾਲ ਹੈ, ਸਿਹਤ ਸਹੂਲਤਾਂ ਦਾ ਸਵਾਲ ਹੈ, ਰੁਜ਼ਗਾਰ ਦਾ ਮੁੱਦਾ ਹੈਗਾ ਆ, ਇਹ ਇਸ ਵਿਚਾਰਧਾਰਾ ਦੇ ਅਧੀਨ ਹੈ। ਜਦੋਂ ਇਹ ਇਸ ਵਿਚਾਰਧਾਰਾ ਦੇ ਤਹਿਤ ਆਮ ਆਦਮੀ ਪਾਰਟੀ ਕੰਮ ਕਰਦੀ ਹੈ, ਤਾਂ ਇਹ ਤੁਸੀਂ ਦੇਖੋ ਜਿੰਨੇ ਵੀ ਬੁਨਿਆਦੀ ਸਵਾਲ ਇਸ ਭਾਰਤ ਦੇ ਨੇ, ਭਾਰਤ ਇੱਕ ਆਪਾਂ ਕਹਿੰਦੇ ਆ ਕਿ ਇੱਕ ਕਿਹਾ ਜਾਂਦਾ ਕਿ ਜਮਹੂਰੀ ਮੁਲਕ ਹੈ, ਪਰ ਇਹਦਾ ਜਮਹੂਰੀ ਸਪੇਸ ਲਗਾਤਾਰ ਸੁੰਗੜਦਾ ਰਿਹਾ ਹੈ। ਪਰ ਇਹਦੇ ਖਿਲਾਫ ਆਮ ਆਦਮੀ ਪਾਰਟੀ ਨੇ, ਔਰ ਪਿਛਲੇ 8 ਸਾਲ 'ਚ ਮੋਦੀ ਰਾਜ ਦੇ ਵਿੱਚ ਜ਼ਿਆਦਾ ਹੋਇਆ, ਪਿਛਲੇ 8 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਸੇ ਵੀ ਮੁੱਦੇ ਤੇ, ਕ੍ਰਿਟੀਕਲ ਮੁੱਦੇ ਦੇ ਉੱਤੇ ਬੀਜੇਪੀ ਆਰਐਸਐਸ ਦੇ ਨਾਲੋਂ ਕੋਈ ਵੱਖਰੀ ਨੀਤੀ ਨਹੀਂ ਅਪਣਾਈ, ਬਹੁਤ ਸਾਜ਼ਿਸ਼ੀ ਢੰਗ ਦੇ ਨਾਲ ਚੁੱਪੀ ਰੱਖੀ ਹੈ। ਭਾਵੇਂ ਹਾਂਜੀ ਮਾਨਵ, ਤੁਸੀਂ ਦੋ ਚੀਜ਼ਾਂ ਉਠਾਈਆਂ ਆ, ਆਪਾਂ ਅਗਲਿਆਂ ਨੂੰ ਵੀ ਸ਼ਾਮਿਲ ਕਰ ਲਈਆਂ। ਤੁਸੀਂ ਕਿਹਾ ਵੀ ਬੀਜੇਪੀ ਦੀ ਬੀ ਟੀਮ ਹੀ ਹੈ ਇੱਕ ਤਰ੍ਹਾਂ ਦੀ ਵਿਚਾਰਧਾਰਾ ਦੇ ਵਿਚਰ ਰਹੀ ਹੈ, ਉਹਦੇ ਵਾਂਗੂ ਵਿਚਰ ਰਹੀ ਹੈ। ਹਾਂਜੀ ਹਾਂ, ਔਰ ਦੂਸਰੀ ਗੱਲ ਤੁਸੀਂ ਇਹ ਕਹੀ ਵੀ ਜਮਹੂਰੀਅਤ ਦੀ ਕੋਈ ਵੀ ਜ਼ਿਆਦਾ ਟਾਰਚ ਬੇਅਰਰ ਆਮ ਆਦਮੀ ਪਾਰਟੀ ਨਜ਼ਰ ਨਹੀਂ ਆਈ ਹੈਗੀ ਤੁਹਾਨੂੰ। ਮੈਂ ਆਕਾਸ਼ ਵੱਲ ਜਾਊਂਗੀ। ਆਕਾਸ਼, ਕੀ ਐਡ ਕਰਨਾ ਚਾਹੋਗੇ ਤੁਸੀਂ? ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ? ਮੈਮ, ਜਿਵੇਂ ਮਾਨਵ ਜੀ ਨੇ ਕਿਹਾ ਕਿ ਇੱਕ ਬੀਜੇਪੀ ਦੀ ਬੀ ਟੀਮ ਹੈ, ਤੇ ਜੇ ਆਪਾਂ ਚੰਗੀ ਤਰ੍ਹਾਂ ਐਨਾਲਿਸਿਸ ਵੀ ਕਰੀਏ ਤਾਂ ਜਿਹੜਾ ਇੱਕ ਕਲਟ ਵਰਸ਼ਿਪ ਜਾਂ ਇੱਕ ਹੀਰੋ ਵਰਸ਼ਿਪ ਵਾਲਾ ਕਨਸੈਪਟ ਆ, ਹਨਾ, ਉਹ ਦੋਵੇਂ ਪਾਰਟੀ 'ਚ ਸੇਮ ਆ। ਅੱਜ ਫਰੈਂਕਲੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਮੈਜੋਰਿਟੀ 'ਚ ਨੇ, ਸਰਕਾਰ ਬਣਾਈ ਹੋਈ ਹੈ ਇਹਨਾਂ ਨੇ, ਤੇ ਜੇ ਆਪਾਂ ਕਿਸੇ ਦਾ ਕਿੱਥੋਂ ਦਾ ਪੁੱਛੀਏ ਵੀ ਕਿ ਉੱਥੋਂ ਦਾ ਐਮਐਲਏ ਕੌਣ ਆਮ ਆਦਮੀ ਪਾਰਟੀ ਦਾ, ਉਹ ਕਹਿਣਗੇ ਜਿਹਨੇ ਉਹਨੂੰ ਹਰਾਇਆ ਸੀ। ਉਹਦਾ ਨਾਂ ਨਹੀਂ ਪਤਾ ਕਿਸੇ ਨੂੰ, ਉਹਦੀ ਆਈਡੈਂਟੀਟੀ ਇਹ ਹੈ ਵੀ ਉਹਨੂੰ ਹਰਾਇਆ ਸੀ। ਜਿਹੜੀ ਇੱਕ ਫਰੀडम ਆਫ ਐਕਸਪ੍ਰੈਸ਼ਨ, ਫਰੀडम ਆਫ ਸਪੀਚ ਵਾਲਾ ਕਨਸੈਪਟ ਆ, ਮੈਨੂੰ ਲੱਗਦਾ ਨਹੀਂ ਗਾ ਆਮ ਆਦਮੀ ਪਾਰਟੀ 'ਚ ਐਗਜ਼ਿਸਟ ਕਰਦਾ। ਤੇ
ਜਿਵੇਂ ਕੋ ਹੀਰੋ ਵਰਸ਼ਿਪ ਵਾਲੀ ਗੱਲ ਹੈ ਵੀ ਇੱਕ ਸੁਪਰੀਮੋ ਹੈ ਇਹਨਾਂ ਦੀ ਪਾਰਟੀ ਦੇ। ਬਿਲਕੁਲ, ਜਿਵੇਂ ਬੀਜੇਪੀ ਦੇ ਵਿੱਚ ਮੋਦੀ ਜੀ ਨੇ, ਵੋਟਾਂ ਉਹਨਾਂ ਦੇ ਨਾਂ ਨੂੰ ਪੈਂਦੀਆਂ, ਇੱਥੇ ਵੀ ਉਹ ਇੱਕ ਕੇਜਰੀਵਾਲ ਜੀ ਵਾਲਾ ਕਲਟ ਹੈਗਾ ਵੀ ਉਹਨਾਂ ਦੇ ਨਾਂ ਨੂੰ ਵੋਟਾਂ ਪਾਓ ਤੇ ਕੇਜਰੀਵਾਲ ਮਾਡਲ ਇਹ ਇੱਕ ਜਿਹੜਾ ਹੀਰੋ ਵਰਸ਼ਿਪ ਵਾਲਾ ਕੰਮ ਹੈ। ਤੇ ਤੁਸੀਂ ਗਰਾਊਂਡ ਬੇਸਡ ਕੈਡਰ ਨੂੰ ਜੇ ਤੁਸੀਂ ਇੰਨੀ ਖੁੱਲ ਨਹੀਂ ਦੇ ਰਹੇਗੇ, ਉਹ ਆਪਣੀਆਂ ਗੱਲਾਂ ਨਹੀਂ ਰੱਖ ਸਕਦੇ, ਤਾਂ ਕਿਤੇ ਨਾ ਕਿਤੇ ਆਈ ਬਿਲੀਵ ਕਿ ਉਹ ਸਹੀ ਹੈ ਨਹੀਂ ਡੈਮੋਕ੍ਰੇਸੀ ਲਈ। ਤੇ ਜੋ ਕੁਛ ਇਹ ਚੀਜ਼ਾਂ ਕਲੇਮ ਕਰਦੇ ਨੇ ਉਹ ਫਿਰ ਉਹ ਮਾਇਨੇ ਨਹੀਂ ਰੱਖਦੀਆਂ। ਕਰਨ, ਤੁਹਾਡੇ ਅੱਗੇ ਬਹੁਤ ਵੱਡੇ ਸਵਾਲ ਨੇ। ਤੁਸੀਂ ਆਮ ਆਦਮੀ ਪਾਰਟੀ ਦੇ ਕੈਡਰ ਦੇ ਵਿੱਚੋਂ ਆ, ਤੁਸੀਂ 2012 ਤੋਂ ਜੁੜੇ ਹੋਏ ਹੋ ਔਰ ਪੂਰਨ ਸਵਰਾਜ ਦੀ ਮੰਗ ਕਰਕੇ ਪਾਰਟੀ ਆਈ, ਉਹ ਕਿਤਾਬ 'ਚ ਵੀ ਲਿਖਿਆ ਗਿਆ। ਔਰ ਅੱਜ ਤੁਹਾਡੇ ਅੱਗੇ ਸਵਾਲ ਇਹ ਨੇ ਕਿ ਤੁਸੀਂ ਬੀਜੇਪੀ ਦੀ ਬੀ ਟੀਮ ਹੋ, ਤੁਹਾਡੇ ਅੰਦਰ ਜਮਹੂਰੀਅਤ ਨਹੀਂ ਹੈ, ਤੁਹਾਡੇ ਅੰਦਰ ਕਲਟ ਹੈ, ਸੁਪਰੀਮੋ ਅਰਵਿੰਦ ਕੇਜਰੀਵਾਲ। ਤੁਹਾਡੇ ਐਮਐਲਏਆਂ ਦੇ ਕੋਈ ਨਾਮ ਨਹੀਂ ਜਾਣਦਾ ਪੰਜਾਬ ਦੇ ਵਿੱਚ, ਸਿਰਫ ਔਰ ਸਿਰਫ ਜਿਨ੍ਹਾਂ ਨੂੰ ਪਿਛਲਿਆਂ ਨੂੰ ਹਰਾਇਆ ਉਹਨਾਂ ਦੇ ਨਾਮ ਤੋਂ ਹੀ ਦੇਖਿਆ ਜਾ ਰਿਹਾ। ਪਲੱਸ ਜਿਹੜਾ ਗਰਾਊਂਡ ਬੇਸਡ ਕੈਡਰ ਹੈ ਉਹ ਵੀ ਕਿਤੇ ਨਜ਼ਰ ਨਹੀਂ ਆਉਂਦਾ ਆਮ ਲੋਕਾਂ ਨੂੰ। ਹਾਂਜੀ, ਮੈਂ ਸਮਝ ਗਿਆ। ਮੈਂ 1 ਬਾਏ 1 ਭਾਜੀ ਇਹਨਾਂ ਨੇ ਜੋ ਵੀ 2-3 ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਜਾਂ ਉਹਨਾਂ ਨੇ ਇਲਜ਼ਾਮ ਲਗਾਇਆ ਹੈ, ਉਹ ਸਾਰੀਆਂ ਚੀਜ਼ਾਂ ਮੈਂ 1 ਬਾਏ 1 ਉੱਤੋਂ ਸ਼ੁਰੂਆਤ ਕਰੂੰਗਾ। ਜਿਹੜੀ ਬੀਜੇਪੀ ਦੀ ਬੀ ਟੀਮ ਆਪਾਂ ਕਹਿ ਲਈਏ, ਪਹਿਲਾ ਸਵਾਲ ਇਹ ਆਪਾਂ ਬਣਦਾ, ਤੇ ਉਹਦੇ 'ਚ ਇੱਦਾਂ ਹੈ ਕਿ ਜਦੋਂ ਤੋਂ ਦਿੱਲੀ ਇਲੈਕਸ਼ਨ ਤੋਂ ਬਾਅਦ ਵੀ ਕਹਿ ਲਓ ਜਾਂ ਹੁਣ ਵੀ ਤੁਸੀਂ ਦੇਖਿਆ ਹੋਏਗਾ, ਜਦੋਂ ਸਰਜੀਕਲ ਸਟ੍ਰਾਈਕ ਹੋਈ, ਕੇਜਰੀਵਾਲ ਜੀ ਨੇ ਕਿਹਾ ਵੀ ਇਹ ਤਾਂ ਝੂਠ ਬੋਲ ਰਹੇ ਆ, ਠੀਕ ਹੈ। ਉਹ ਮੀਡੀਆ ਦੇ ਵਿੱਚ ਕਿੰਨਾ ਹਾਈਲਾਈਟ ਹੋਇਆ, ਇਹਨਾਂ ਨੂੰ ਦੇਖਦੇ ਹੋਈ। ਫਿਰ ਉਹਨਾਂ ਨੇ ਜਦੋਂ ਨੋਟਬੰਦੀ ਹੋਈ, ਉਹਨਾਂ ਨੇ ਕਿਹਾ ਕਿ ਨਹੀਂ ਯਾਰ, ਇਹ ਤਾਂ 8 ਲੱਖ ਕਰੋੜ ਦਾ ਘੁਟਾਲਾ ਹੈ, ਇਹ ਨੋਟਬੰਦੀ ਇਹਨਾਂ ਨੇ ਫਿਰ ਉਹਨਾਂ ਦੇ ਉਲਟਾ ਹੀ ਉਹਨਾਂ ਦੇ ਉੱਤੇ ਪੈਂਦਾ ਰਿਹਾ। ਦੇਖੋ, ਜਦੋਂ ਆਪਾਂ ਇੱਕ ਕੋਈ ਅੰਦੋਲਨ ਅਲੱਗ ਚੀਜ਼ ਹੁੰਦੀ ਹੈ, ਪੋਲੀਟਿਕਸ ਅਲੱਗ ਚੀਜ਼ ਹੁੰਦੀ ਹੈ। ਤੇ ਜਦੋਂ ਆਪਾਂ ਪੋਲੀਟਿਕਸ ਕਰਨੀ ਹੈ ਤੇ ਆਪਾਂ ਨੂੰ ਵਿਰੋਧੀਆਂ ਦੇ ਟਾਈਮਿੰਗ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਕਿ ਵਿਰੋਧੀ ਕੀ ਗੱਲ ਕਰ ਰਹੇ ਔਰ ਉਦੋਂ ਕਦੋਂ ਚੁੱਪ ਰਹਿਣਾ ਹੈ ਔਰ ਕਦੋਂ ਉਹਨਾਂ ਤੇ ਆਪਾਂ ਅੱਗਿਓਂ। ਮਾਨਵ ਗੱਲ ਕਰ ਰਹੇ ਸੀ, ਮੈਂ ਇਹਨਾਂ ਨੂੰ ਟੋਕ ਦਿੱਤਾ ਔਰ ਮਾਨਵ ਨੇ ਪੁਆਇੰਟ ਚੱਕਿਆ ਸੀ ਕਿ ਆਰਟੀਕਲ 370 ਅਬੋਲਿਸ਼ ਕੀਤਾ ਗਿਆ, ਉਦੋਂ ਅਰਵਿੰਦ ਕੇਜਰੀਵਾਲ ਜੀ ਚੁੱਪ ਰਹੇ। ਉਦੋਂ ਫਿਰ ਕਿਹੜੀ ਮਤਲਬ ਪੋਲਿਟਿਕਸ ਜਾਂ ਕਿਹੜੀ ਰਾਜਨੀਤੀ ਜਾਂ ਵੋਟਾਂ ਸੋਚੀਆਂ ਜਿਹੜਾ ਕੇਜਰੀਵਾਲ ਸਾਹਿਬ ਚੁੱਪ ਹੋ ਗਏ? ਬਿਲਕੁਲ ਸਹੀ ਕਹਿ ਰਹੇ ਤੁਸੀਂ, ਜੋ ਫੈਕਟ ਹੈ ਉਹ ਹੈ ਹੀ। ਕਈ ਜਗ੍ਹਾ ਤੇ ਤੁਸੀਂ ਦੇਖੋ, ਆਪਾਂ ਇਹ ਨਹੀਂ ਕਹਿੰਦੇ ਵੀ ਹਮੇਸ਼ਾ ਹੀ ਚੁੱਪ ਰਹੇ ਜਾਂ ਹਮੇਸ਼ਾ ਹੀ ਬੋਲੇ। ਮੈਂ ਤੁਹਾਨੂੰ 2-3 ਐਗਜ਼ਾਮਪਲ ਵੀ ਦਿੱਤੀਆਂ ਵੀ ਉਹ ਕਿੱਥੇ ਕਿੱਥੇ ਸਹੀ ਜਗ੍ਹਾ ਤੇ ਬੋਲੇ ਵੀ ਹੈ ਔਰ ਕਿੱਥੇ ਕਿੱਥੇ ਉਹ ਚੁੱਪ ਰਹੇ। ਉਹ ਵੀ ਮੈਂ ਮੰਨਦਾ, ਉਹ ਇੱਕ ਸਟ੍ਰੈਟਜੀਜ਼ ਦੇ ਆਧਾਰ ਤੇ ਹੁੰਦਾ। ਕਿਉਂਕਿ ਜੇ ਅੱਜ ਦੇ ਟਾਈਮ ਤੇ ਵੀ ਆਪਾਂ ਅੱਜ ਦੇ ਦਿਨ ਵੀ ਕਾਊਂਟ ਕਰੀਏ ਕਿ ਮੋਦੀ ਨੂੰ ਅਸਲ 'ਚ ਚੈਲੰਜ ਦੇਣ ਵਾਲਾ ਕੌਣ ਹੈ, ਤੇ ਉਹ ਹਲੇ ਸਾਡੀ ਪਾਰਟੀ ਡਿਵੈਲਪ ਹੋ ਰਹੀ ਹੈ ਉਸ ਲੈਵਲ ਤੇ ਕਿ ਅਸੀਂ ਉਹਨੂੰ ਚੈਲੰਜ ਦੇ ਪਾਈਏ। ਹਾਲੇ ਵੀ ਕੁਝ ਵੀ ਨਹੀਂ ਹੈਗਾ ਗਰਾਊਂਡ ਤੇ। ਔਰ ਜਦੋਂ ਅਸੀਂ ਉਸ ਪ੍ਰੋਸੈਸ ਦੇ ਅੰਦਰ ਆ ਕਿ ਅਸੀਂ ਡਿਵੈਲਪ ਕਰਨਾ ਹੈ, ਤੇ ਸਾਨੂੰ ਬਹੁਤ ਸਾਰੀ ਟੀਮ ਚਾਹੀਦੀ ਆ, ਰਿਸੋਰਸਿਸ ਚਾਹੀਦੇ ਆ। ਔਰ ਤੁਹਾਨੂੰ ਪਤਾ ਹੈ ਕਿ ਪੋਲੀਟਿਕਸ ਦੇ ਨਾਮ ਤੋਂ ਇਮਾਨਦਾਰ ਲੋਕ ਤੇ ਹੱਥ ਖੜੇ ਕਰ ਜਾਂਦੇ ਆ, ਠੀਕ ਹੈ। ਔਰ ਜਦੋਂ ਵੀ ਇਲੈਕਟੋਰਲ ਪੋਲੀਟਿਕਸ ਦਾ ਨਾਮ ਆਉਂਦਾ ਹੈ, ਕੋਈ ਇਮਾਨਦਾਰ ਬੰਦਾ ਕਹਿੰਦਾ ਮੈਂ ਘਰ ਆਪਣੇ ਠੀਕ ਆ, ਮੈਂ ਕੁਛ ਨਹੀਂ, ਬਸ ਮੈਂ ਇਹ ਸੁਣਨਾ ਸਮਝਣਾ ਠੀਕ ਆ, ਪਰ ਮੈਂ ਇਹਦੇ ਵਿੱਚ ਪਾਰਟ ਨਹੀਂ ਆਪਣਾ ਪਲੇ ਕਰ ਸਕਦਾ। ਉਹ ਹੁੰਦਾ ਕਿ ਉਹ ਸਾਰੇ ਚੈਲੰਜਿਸ ਨੂੰ ਗਰਾਊਂਡ ਦੇ ਉੱਤੇ ਵੀ ਸਾਨੂੰ ਚੈਲੰਜਿਸ ਰਹਿੰਦੇ ਆ ਕਿ ਕਿੱਦਾਂ ਉਹ ਬੰਦਿਆਂ ਨੂੰ ਅਸੀਂ ਆਇਡੈਂਟੀਫਾਈ ਕਰੀਏ ਜਾਂ ਸਾਡੇ ਕੋਲ ਰਿਸੋਰਸਿਸ ਉਹ ਆ ਜਾਣ। ਉਹ ਸਾਰੀਆਂ ਚੀਜ਼ਾਂ ਇਹ ਹੈ ਕਿ ਇਹ ਪੋਲਿਟਿਕਸ ਹੈ, ਪੋਲਿਟਿਕਸ ਨੂੰ ਪੋਲਿਟਿਕਸ ਵਾਂਗੂ ਹੀ ਕਰਨਾ ਪੈਂਦਾ। ਜਾਣਦਾ ਨਹੀਂ ਆ ਪੰਜਾਬ ਦੇ ਵਿੱਚ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਉਹ ਪਾਰਟੀ ਦੇ ਨਾਮ ਤੇ ਜਾਣਦਾ ਨਹੀਂ, ਸਿਰਫ ਉਹੀ ਐਮਐਲਏਆਂ ਨੂੰ ਜਾਣਦੇ ਨੇ ਜਿਨ੍ਹਾਂ ਦੀਆਂ ਥੋੜੀਆਂ ਕੰਟਰੋਵਰਸੀਆਂ ਅਰਾਈਜ਼ ਹੋਈਆਂ, ਜਿਨ੍ਹਾਂ ਨੇ 2-2 3-3 ਵਿਆਹ ਕਰਾਏ ਹੋਏ ਨੇ। ਆਮ ਤਾਂ ਐਮਐਲਏ ਨੂੰ ਕੋਈ ਜਾਣਦਾ ਹੀ ਨਹੀਂ ਹੈ। ਸਿਰਫ ਔਰ ਸਿਰਫ ਅਰਵਿੰਦ ਕੇਜਰੀਵਾਲ ਜੀ ਜਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ, ਇਸ ਤੋਂ ਇਲਾਵਾ ਕਿਸੇ ਦੀ ਪੁੱਛ ਨਹੀਂ ਹੈਗੀ। ਸੋ ਜਮਹੂਰੀਅਤ, ਡੈਮੋਕ੍ਰੇਸੀ ਕਿੱਥੇ ਹੈ? ਬਿਲਕੁਲ ਸਹੀ ਹੈ। ਹੁਣ ਪੋਲਿਟਿਕਸ ਤੇ ਜਦੋਂ ਆਪਾਂ ਕਹਿੰਦੇ ਹਾਂ, ਪੋਲਿਟਿਕਸ ਨਾ ਇੱਕ ਪਰਸੈਪਸ਼ਨ ਬੇਸਡ ਚੱਲਦੀ ਹੈ, ਪਰਸੈਪਸ਼ਨ ਤੇ ਚੱਲਦੀ ਹੈ। ਇੰਡੀਅਨ ਪੋਲਿਟਿਕਸ ਦੀ ਗੱਲ ਕਰੀਏ, ਇਹਦੇ 'ਚ ਪਰਸੈਪਸ਼ਨ ਕ੍ਰੀਏਟ ਕਰਨੀ ਔਰ ਦੂਜੇ ਦੀ ਪਰਸੈਪਸ਼ਨ ਜੋ ਤੁਹਾਡੇ ਪ੍ਰਤੀ ਗਲਤ ਬਣਾਈ ਜਾ ਰਹੀ ਹੈ ਉਹਨੂੰ ਤੋੜਨਾ, ਇਹ ਹੀ ਚੱਲਦਾ ਰਹਿੰਦਾ ਹੈ। ਹੁਣ ਹੁੰਦਾ ਕੀ ਹੈ, ਉਹ ਜਾਂ ਤਾਂ ਐਂਟੀ ਹਿੰਦੂ ਦਾ ਉਹ ਲਗਾਉਣਗੇ ਕੇਜਰੀਵਾਲ ਤੇ, ਜਾਂ ਉਹ ਕਿਸੇ ਤਰੀਕੇ ਉਹਨਾਂ ਦਾ ਇੱਕ ਹੁਣ ਉਹਨਾਂ ਨੇ ਸਤਿੰਦਰ ਜੈਨ ਜੀ ਵਾਲਾ ਕੇਸ ਕੀਤਾ, ਤੇ ਉਹ ਉਹਨਾਂ ਦਾ ਇਹ ਹੁੰਦਾ ਕਿ ਅਸੀਂ ਇਹਨਾਂ ਨੂੰ ਕਿਸੇ ਤਰ੍ਹਾਂ ਇੱਕ ਐਲੀਗੇਸ਼ਨ ਜਾਂ ਕਿਸੇ 'ਚ ਫਸਾ ਕੇ ਇਹਨਾਂ ਤੇ ਟੈਗ ਲਗਵਾ ਦਈਏ। ਤੇ ਇਹਨਾਂ ਦਾ ਇਹ ਹੁੰਦਾ ਵੀ ਅਸੀਂ ਕਿੱਦਾਂ ਵੀ ਇਹ ਪੋਲਿਟਿਕਸ 'ਚ ਆਪਣੇ ਆਪ ਨੂੰ ਅੱਗੇ ਵੱਧਦੇ ਰਹਿਣਾ ਹੈ, ਪਰਫਾਰਮ ਕਰਦੇ ਰਹਿਣਾ। ਤੁਹਾਡਾ ਸਵਾਲ ਇਹਨਾਂ ਦਾ ਭਾਜੀ ਦਾ ਵੀ ਜਾਇਜ਼ ਸੀਗਾ ਵੀ ਜਿੱਦਾਂ ਇਮੇਜ ਇੱਧਰ ਮੋਦੀ ਹੈ, ਇੱਧਰ ਕੇਜਰੀਵਾਲ ਜੀ ਹੈ, ਤੇ ਉਹ ਤਾਂ ਹੀ ਤੋੜ ਸਕਦੇ ਆ ਕਿ ਕਿਸੇ ਬੰਦੇ ਦੀ ਕ੍ਰੈਡੀਬਿਲਿਟੀ ਹੋਵੇ। ਤੁਹਾਨੂੰ ਜਦੋਂ ਪੰਜਾਬ ਦੇ ਐਮਐਲਏਆਂ ਦੀ ਗੱਲ ਕਰੋ ਕਰਨ, ਪੰਜਾਬ ਦੇ ਐਮਐਲਏ ਬੋਲ ਹੀ ਨਹੀਂ ਸਕਦੇ ਆ। ਇਹ ਕਈ ਵਾਰੀ ਗੱਲ ਉੱਠੀ ਹੈ ਵੀ ਉਹਨਾਂ 'ਚ ਰੀੜ ਦੀ ਹੱਡੀ ਨਹੀਂ ਹੈ।
ਉਹ ਕਿਉਂਕਿ ਉਹ ਜਿੱਤੇ ਹੀ ਤਾਂ ਹੈ ਕਿਉਂਕਿ ਉਹਨਾਂ ਕੋਲ ਆਮ ਆਦਮੀ ਪਾਰਟੀ ਦੀ ਟਿਕਟ, ਇਹ ਫੈਕਟ ਹੈ, ਇਹ ਤੁਸੀਂ ਮੰਨਣਾ ਪਊਗਾ ਤੁਹਾਨੂੰ ਵੀ, ਹਰ ਬੰਦਾ ਮੰਨਦਾ ਹੈ, ਕਿਉਂਕਿ ਪਾਰਟੀ ਨੂੰ ਪਤਾ ਹੈ ਕਿ ਅਸੀਂ ਜਿਤਾਇਆ ਤੇ ਹੁਣ ਹੋ ਕੀ ਰਿਹਾ ਹੈ ਹੋ- ਬੇਸਿਕਲੀ। ਹੁਣ ਅਸਲ ਮਾਨਵ ਤੁਸੀਂ ਕਨਫਿਊਜ਼ਨ ਜਵਾਬ ਕਿੱਥੇ ਹੈ, ਜੜ ਦਿਓ। ਕੀ ਹੈ? ਇੱਕ ਹਾਂਜੀ ਇੱਕ ਕਰਨ, ਚੀਜ਼ ਹਾਂਜੀ ਮੈਂ ਕਰਨ। ਮੈਡਮ ਮੈਂ ਥੋੜੀ ਜਿਹੀ ਐਡ ਕਰਨਾ ਹਮ, ਚਾਹੂੰਗਾ। ਜੜ ਜੀ ਜੀ ਕੀ ਹੈ, ਜੀ। ਮਤਲਬ ਜੋ ਮੇਰੀ ਸਮਝ ਚ ਆਉਂਦੀ ਪਈ ਹੈ ਉਹ ਇਹ ਹੈ ਕਿ ਜਦੋਂ ਕੇਜਰੀਵਾਲ ਜੀ ਪੋਲਿਟਿਕਸ ਕਰ ਰਹੇ ਆ ਜਾਂ ਸੋਚ ਰਹੇ ਆ, ਉਹ ਨੈਸ਼ਨਲ ਪੋਲਿਟਿਕਸ ਸੋਚ ਰਹੇ ਆ। ਜਦੋਂ ਅਸੀਂ ਪੰਜਾਬ 'ਚ ਬੈਠ ਕੇ ਪੋਲਿਟਿਕਸ ਨੂੰ ਦੇਖ ਰਹੇ ਹਾਂ, ਅਸੀਂ ਸਟੇਟ ਪੋਲਿਟਿਕਸ ਦੇਖ ਰਹੇ ਹਾਂ। ਜਦੋਂ ਅਸੀਂ ਇਹਨਾਂ ਦੋਨਾਂ ਨੂੰ ਮਿਲਾ ਕੇ ਦੇਖਾਂਗੇ, ਉਦੋਂ ਆਪਾਂ ਨੂੰ ਥੋੜੀ ਜਿਹੀ ਪਿਕਚਰ ਹੋਰ ਕਲੀਅਰ ਦਿਖੇ। ਸਟੇਟਸ ਦੇ ਆਪਣੇ, ਹਾਂਜੀ ਮਾਨਵ ਤੁਸੀਂ ਕੀ ਕਹੋਗੇ, ਕਿਵੇਂ ਲਾਉਂਗੇ ਤੁਸੀਂ ਇਹਨਾਂ ਜਵਾਬਾਂ ਨੂੰ? ਇੱਕ ਅਮਰੀਕਾ ਦੇ ਪੋਲੀਟੀਕਲ ਐਨਾਲਿਸਟ ਨੇ ਇੱਕ ਬਿਆਨ ਦਿੱਤਾ ਸੀ, ਮਤਲਬ ਉਹਦੀ ਇੱਕ ਸਟੇਟਮੈਂਟ ਹੈ, ਬਹੁਤ ਵਧੀਆ ਸਟੇਟਮੈਂਟ ਹੈ, ਕਿ ਅਮਰੀਕਾ ਦੇ ਵਿੱਚ ਦੋ ਪਾਰਟੀਆਂ ਨੇ ਤੇ ਉਹ ਦੋਨੋਂ ਜਿਹੜੀਆਂ ਨੇ ਪ੍ਰਾਪਰਟੀ ਪਾਰਟੀ ਦੇ ਰਾਈਟ ਵਿੰਗ ਨੇ। ਮਤਲਬ ਦੋ ਧੜੇ ਨੇ, ਨਾ ਤਾਂ ਉਹ ਲੈਫਟ ਹੈ ਤੇ ਨਾ ਰਾਈਟ ਹੈ, ਦੋ ਹੀ ਧੜੇ ਆ, ਦੋਨੋਂ ਰਾਈਟ ਧੜੇ ਆ, ਤੇ ਰਾਈਟ ਧੜਿਆਂ ਜਿਹੜੇ ਆ ਉਹ ਪ੍ਰਾਪਰਟੀ ਪਾਰਟੀ ਦੇ ਨੇ। ਹੁਣ ਇਹਦੇ ਵਿੱਚ ਭਾਰਤ ਦੀ ਪੋਲੀਟੀਕਲ ਜੇ ਤੁਸੀਂ ਟਾਈਮ ਲਾਈਨ ਦੇਖੋ ਪਿਛਲੇ 75 ਸਾਲ ਦੀ, ਭਾਰਤ ਕਿਤੇ ਨਾ ਕਿਤੇ ਸੈਂਟਰ ਤੇ ਖੱਬੇ ਦੇ ਟਾਈਮ ਲਾਈਨ ਤੋਂ ਗੁਜ਼ਰਦਾ ਹੋਇਆ ਰਾਈਟ ਵੱਲ ਨੂੰ ਹੁੰਦਾ ਹੋਇਆ ਬਿਲਕੁਲ ਅੱਜ ਕੰਨੀ ਤੇ ਬੈਠਾ ਆ। ਇੱਕ ਪਾਸੇ ਤੁਹਾਡੇ ਕੋਲੇ ਭਾਜਪਾ ਦੀ ਆਰਐਸਐਸ ਦੀ ਹਕੂਮਤ ਹੈ ਜਿਹੜੀ ਸਾਰੇ ਹੱਕਾਂ ਨੂੰ ਦਰ ਰਹੀ ਹੈ, ਤੇ ਦੂਜੇ ਪਾਸੇ ਉਹਦੇ ਬਦਲ ਦੇ ਤੌਰ ਤੇ ਜਿਹੜੀ ਆ ਰਹੀ ਹੈ ਉਹ ਉਹਨਾਂ ਦੀਆਂ ਬੁਨਿਆਦੀ ਜਿਹੜੀਆਂ ਬੁਨਿਆਦਾਂ ਨੇ ਇਸ ਦੇਸ਼ ਦੀਆਂ, ਜਿਹੜੀ ਦੇਸ਼ ਦੇ ਆਧਾਰ ਤੇ 15 ਅਗਸਤ 1947 ਦਾ ਸਮਝੌਤਾ ਇੱਕ ਹੋਇਆ ਸੀ ਕਿ ਯੂਨੀਅਨ ਆਫ ਸਟੇਟਸ ਬਣਿਆ ਸੀ, ਉਹ ਬੁਨਿਆਦ ਦੇ ਉੱਤੇ ਕੋਈ ਸਵਾਲ ਜਾਂ ਕੋਈ ਉਹਦੇ ਖਿਲਾਫ ਨਹੀਂ ਜਾ ਰਹੀ ਬੀਜੇਪੀ ਆਰਐਸਐਸ ਦੇ। ਹਾਂ, ਜਿਵੇਂ ਭ੍ਰਸ਼ਟਾਚਾਰ ਦੀ ਗੱਲ ਕਰਕੇ 2012-13 ਦੇ ਵਿੱਚ ਹੋਈ ਸੀ, ਹਰ ਚੀਜ਼ ਨੂੰ ਭ੍ਰਸ਼ਟਾਚਾਰ ਦੇ ਨਾਲ ਜੋੜ ਕੇ ਇੱਕ ਪੋਪੂਲਿਸਟ ਨਾਂ ਦੀ ਪੋਲਿਟਿਕਸ ਕੀਤੀ ਜਾ ਰਹੀ ਹੈ। ਜਿਵੇਂ ਇਹਨਾਂ ਨੇ ਕਿਹਾ ਕਿ ਸਾਨੂੰ ਸਟੇਟ, ਆਪਾਂ ਜਦੋਂ ਸਟੇਟ 'ਚ ਸੋਚਦੇ ਹਾਂ ਤਾਂ ਸਟੇਟ ਦਾ ਦੇਖਦੇ ਹਾਂ, ਉਹ ਨੈਸ਼ਨਲ ਲੈਵਲ ਦਾ ਦੇਖਦੇ ਆ ਵੀ ਇੱਕ ਸਟ੍ਰੈਟਜੀ ਦੇ ਤੌਰ ਤੇ ਉਹ ਚੁੱਪ ਰਹੇ। ਇਹਦਾ ਮਤਲਬ ਤਾਂ ਇਹ ਪ੍ਰੈਗਮੈਟਿਸਟ ਜਿਹੜੀ ਪਹੁੰਚ ਹੈ, ਇਹਦਾ ਮਤਲਬ ਤਾਂ ਇਹ ਹੋਊਗਾ ਵੀ ਪੰਜਾਬ ਦੇ ਵਿੱਚ ਪਾਣੀਆਂ ਦੇ ਮਸਲੇ ਤੇ ਕੋਈ ਹੋਰ ਸਟੈਂਡ ਲੈ ਲਓ, ਹਰਿਆਣੇ ਦੇ ਵਿੱਚ ਕੋਈ ਹੋਰ ਲੈ ਲਓ, ਜਾਂ ਗੁਜਰਾਤ ਦੇ ਵਿੱਚ ਕੋਈ ਹੋਰ ਲੈ ਲਓ। ਬੁਨਿਆਦੀ ਸਾਂਝ ਕੀ ਆ? ਹੁਣ ਬੁਨਿਆਦੀ ਸਾਂਝ ਹੁਣ ਇਹ ਕਹਿ ਰਹੇ ਆ ਕਿ ਆਪਾਂ ਵਿਰੋਧੀ ਆਪਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ, ਵਿਰੋਧੀ ਬਿਲਕੁਲ ਫਸਾਉਣ ਦੀ ਕੋਸ਼ਿਸ਼ ਕਰਦਾ ਆ, ਪਰ ਤੁਸੀਂ ਵਿਰੋਧੀ ਦਾ ਜਵਾਬ ਕਿਸ ਤਰ੍ਹਾਂ ਦੇ ਕੇ ਤੁਸੀਂ ਇੱਕ ਨੈਰੇਟਿਵ ਸਿਰਜਣਾ ਹੁੰਦਾ, ਉਹ ਕਿੱਥੇ ਹੈ? ਮੈਂ ਸਿਰਫ ਮੋਟੀਆਂ ਗੱਲਾਂ ਦੀ ਇੱਥੇ ਗੱਲ ਕਰ ਰਿਹਾ। ਜਦੋਂ 2012 ਦੀ ਜਿਹੜੀ ਲਹਿਰ ਹੈ ਇੰਡੀਆ ਅਗੇਂਸਟ ਕਰਪਸ਼ਨ ਆਪਦੇ ਪੂਰੇ ਪੀਕ ਤੇ ਸੀ, ਉਦੋਂ ਮੁਜ਼ੱਫਰਨਗਰ ਦੇ ਵਿੱਚ ਕਤਲੇਆਮ ਹੁੰਦਾ ਹੈ ਮੁਸਲਮਾਨਾਂ ਦਾ, ਉਹਦੇ ਤੇ ਚੁੱਪੀ। ਦਿੱਲੀ 2020 ਦੇ ਵਿੱਚ ਚੁੱਪੀ, ਜਦ ਕਿ 70 ਚੋਂ 67 ਵਿਧਾਇਕ ਇਹਨਾਂ ਦੇ ਉੱਥੇ ਜਿੱਤੇ ਹੋਏ ਸੀ। ਉਸ ਕਰਾਵਲ ਨਗਰ ਤੇ ਉਹ ਸਾਰੇ ਇਲਾਕੇ ਦਾ ਵਿਧਾਇਕ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸੀ। ਕਿਤੇ ਨੇ ਇੱਕ ਬਿਆਨ ਤੱਕ ਨਹੀਂ ਦਿੱਤਾ। ਤੁਸੀਂ ਲੋਕਾਂ ਨੂੰ ਕੱਢ ਕੇ ਮੁਜ਼ਾਹਰਾ ਕਰਨਾ ਤਾਂ ਦੂਰ ਦੀ ਗੱਲ ਹੈ, ਉਹਨਾਂ ਨੂੰ ਕਾਊਂਟਰ ਕਰਨਾ ਦੂਰ ਦੀ ਗੱਲ ਹੈ, ਇੱਕ ਬਿਆਨ ਤੱਕ ਨਹੀਂ ਦਿੱਤਾ। ਧਾਰਾ 370 ਤੇ ਸਭ ਤੋਂ ਪਹਿਲੀ ਵਾਰੀ ਤੁਸੀਂ ਕਹਿਣਾ ਪੰਜਾਬ ਦੇ ਮਸਲੇ ਤੇ, ਹੁਣ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਈ ਹੈ ਆਮ ਆਦਮੀ ਪਾਰਟੀ CYSS ਤੋਂ, ਇਹਦੇ ਆਪਾਂ ਚਲੋ ਅੱਗੇ ਤੁਸੀਂ ਗੱਲ ਕਰਨੀ ਆ। ਪੰਜਾਬ ਦਾ ਕੇਂਦਰੀਕਰਨ ਦਾ ਮੁੱਦਾ ਉੱਠਿਆ, ਇਹ ਕਿੱਥੇ ਸੀ CYSS ਜਾਂ ਇਹ ਆਮ ਆਦਮੀ ਕਿੱਥੇ ਸੀ ਜਦੋਂ 9 ਅਗਸਤ ਨੂੰ ਡਾਂਗਾਂ ਪਈਆਂ ਮੋਹਾਲੀ ਦੇ ਵਿੱਚ ਸਟੂਡੈਂਟਾਂ ਤੇ? ਉਦੋਂ ਜਾ ਕੇ ਇਹਨਾਂ ਨੇ ਬਿਆਨ ਦਿੱਤੇ। ਠੀਕ, ਫਿਰ ਜਦੋਂ ਪੰਜਾਬ ਦੇ ਹੋਰ ਮਸਲੇ ਨੇ, ਰਾਜਧਾਨੀ ਦਾ ਮਸਲਾ ਜਾਂ ਮਤਲਬ ਜਿਹੜਾ ਪੰਜਾਬੀ ਭਾਸ਼ਾ ਦਾ ਮਸਲਾ, ਉਹ ਸਾਰਿਆਂ ਤੇ ਆਪਾਂ ਸਟੈਂਡ ਦੇਖੀਏ। UAPA ਟਾਡਾ ਪੋਟਾ ਦੇ ਤਹਿਤ ਕਿੰਨੇ ਕਾਰਕੁਨ ਜਿਹੜੇ ਨੇ, ਕਨਈਆ ਕੁਮਾਰ ਵਰਗੇ ਜਾਂ ਜਿਹੜੇ ਹੋਰ ਕਿੰਨੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ, NRC ਦੇ ਟਾਈਮ ਤੇ ਡੱਕੇ ਹੋਏ, ਉਹਨਾਂ ਦੇ ਖਿਲਾਫ ਇੱਕ ਵੀ ਬਿਆਨ ਨਹੀਂ ਤੁਹਾਡਾ। ਮਤਲਬ ਇਹ ਫਿਰ ਤੁਸੀਂ ਕੀ ਸਾਬਤ ਕਰਦੇ ਹੋ ਵੀ ਜਿਹੜੀਆਂ ਜੜ੍ਹਾਂ ਦੇ ਉੱਤੇ ਭਾਰਤ ਟਿਕਿਆ ਹੋਇਆ, ਜਿਹੜੀ ਜੜ ਦੇ ਉੱਤੇ ਭਾਰਤ ਟਿਕਿਆ ਹੋਇਆ ਤੇ ਜਿਹੜੀ ਜੜ ਨੂੰ ਇਹ ਬੀਜੇਪੀ ਆਰਐਸਐਸ ਵੱਢ ਰਹੀ ਹੈ ਆਪਦਾ ਹਿੰਦੁਸਤਾਨ ਦਾ ਏਜੰਡਾ ਲਾਗੂ ਕਰਕੇ, ਉਸੇ ਜੜ ਨੂੰ ਤੁਸੀਂ ਵੀ ਪਾਣੀ ਦੇ ਰਹੇ ਹੋ। ਤੇ ਇੱਕ ਗੱਲ ਹੋਰ, ਰੀਸੈਂਟਲੀ ਅਮਿਤ ਸ਼ਾਹ ਦਾ ਜਿਹੜਾ ਪੈਨਲ ਹੈ, ਇੱਕ ਸੰਸਦੀ ਕਮੇਟੀ ਬਣੀ ਹੋਈ ਹੈ ਭਾਰਤ ਦੀ ਆਫੀਸ਼ੀਅਲ ਲੈਂਗੁਏਜ ਦੇ ਉੱਤੇ, ਸੰਸਦੀ ਕਮੇਟੀ ਨੇ ਪਿਛਲੇ ਮਹੀਨੇ ਰਿਪੋਰਟ ਦਿੱਤੀ ਹੈ ਕਿ ਪੂਰੇ ਦੇਸ਼ ਦੇ ਵਿੱਚ ਹਿੰਦੀ ਨੂੰ ਕਿਵੇਂ ਲਾਗੂ ਕਰਨਾ, ਉਹਦੇ ਵਾਸਤੇ ਸਰਕਾਰ ਕੀ ਕਰੇ। ਇਹਦੇ ਤੇ ਪਹਿਲਾਂ ਵੀ ਬਹੁਤ ਰੌਲਾ ਉੱਠਦਾ ਰਿਹਾ, ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਅਕੋਰਡਿੰਗ ਟੂ ਜਿਹੜੀ ਸਰਕਾਰ ਦੀ ਵੈਬਸਾਈਟ ਹੈ, ਉਹਦੇ ਮੁਤਾਬਕ ਇਸ ਸੰਸਦੀ ਕਮੇਟੀ ਦੇ ਜਿਹੜੇ ਮੈਂਬਰ ਹੈ ਉਹਦੇ ਵਿੱਚ ਜ਼ਿਆਦਾਤਰ BJP ਦੇ ਆ, ਪਰ 1-2 ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦਾ ਵੀ ਇੱਕ ਮੈਂਬਰ ਹੈ। ਹਿੰਦੀ ਥੋਪਣ ਵਾਲੇ ਮਸਲੇ ਤੇ, ਇਹ ਸੈਂਸਿਟਿਵ ਮੁੱਦਾ ਹੈ ਨਾ, ਮਤਲਬ ਇਹ ਸਾਰੇ ਜ਼ਰੂਰੀ ਮੁੱਦੇ ਆ। ਭਾਸ਼ਾ ਦਾ ਮੁੱਦਾ ਹੈ, ਰਾਜਧਾਨੀਆਂ ਦਾ ਮੁੱਦਾ ਹੈ, ਸਰੋਤਾਂ ਦਾ ਮੁੱਦਾ ਹੈ, ਕਾਲੇ ਕਾਨੂੰਨਾਂ ਦਾ ਮੁੱਦਾ ਹੈ। ਕਿੱਥੇ ਜਾਂਦੀ ਹੈ ਆਮ ਆਦਮੀ ਪਾਰਟੀ? ਮਤਲਬ ਜੇ ਅਸੀਂ ਪ੍ਰੈਗਮੈਟਿਸਟ ਹੋ ਕੇ ਸੋਚਣਾ, ਫਿਰ ਇਹ ਮੌਕਾ ਪ੍ਰਸਤੀ ਹੈ, ਹੋਰ ਕੁਝ ਨਹੀਂ ਹੈ। ਜੀ ਜੀ ਮਾਨਵ। ਆਕਾਸ਼, ਮੈਂ ਚਾਹੁੰਦੀ ਕਿ ਤੁਸੀਂ ਥੋੜਾ ਪੰਜਾਬ ਦੇ ਐਂਗਲ ਦੇ ਵਿੱਚ, ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿਵੇਂ ਕੰਮ ਕਰ ਰਹੀ ਹੈ, ਭਗਵੰਤ ਮਾਨ ਜੀ ਆਪਣੇ 92 ਪੂਰੇ MLA। ਹਾਂਜੀ, ਜਿਵੇਂ ਹੁਣ ਇਹਨਾਂ ਨੇ ਗੱਲ ਦੱਸੀ ਸੀਗੀ, ਜਿਵੇਂ ਇਹਨਾਂ ਨੇ ਆਪ ਹੀ ਗੱਲ ਕਹਿਤੀ ਵੀ ਆਮ ਆਦਮੀ ਪਾਰਟੀ ਦੇ ਟੈਗ ਕਰਕੇ ਉਹ ਲੋਕ ਜਿੱਤੇ ਨੇ, ਜੋ BJP 'ਚ ਵੀ ਹੁੰਦਾ
ਹਨਾ, ਉਹਨਾਂ ਦੇ ਐਮਐਲਏ ਵੀ ਤਾਂ ਜਿੱਤਦੇ ਨੇ ਇੱਕ। ਪਰ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ, ਜੇ ਇੱਕ ਕੇਜਰੀਵਾਲ ਦੇ ਕਲਟ ਕਰਕੇ ਜਾਂ ਦਿੱਲੀ ਮਾਡਲ ਕਰਕੇ ਪੰਜਾਬ ਦੇ ਵਿੱਚ ਐਮਐਲਏ ਚੁਣ ਕੇ ਆ ਜਾਂਦੇ ਆ, ਉਹਨਾਂ ਨੂੰ ਕੁਝ ਪਤਾ ਨਹੀਂਗਾ, ਉਹ ਉਹਨਾਂ ਕੋਲੇ ਖੁੱਲ ਨਹੀਂ ਹੈਗੀ, ਉਹ ਪੰਜਾਬ ਲਈ ਕਰਨਗੇ ਕੀ? ਜੇ ਉਹਨਾਂ ਦੀ ਆਪਦੀ ਇੰਡੀਵਿਜੂਅਲਿਟੀ ਹੈ ਨਹੀਂ ਗੀ, ਉਹਨਾਂ ਦਾ ਆਪਣੇ ਖੇਤਰ ਦੇ ਵਿੱਚ ਕੋਈ ਉਹਨਾਂ ਦੀ ਕੋਈ ਉੱਠਣੀ ਬੈਠਣੀ ਕਿਸੇ ਨਾਲ ਹੈ ਨਹੀਂ ਗੀ, ਤਾਂ ਉਹ ਲੋਕ ਇਹਨਾਂ ਮਸਲਿਆਂ ਨੂੰ ਹੱਲ ਕਿਵੇਂ ਕਰ ਸਕਦੇ ਆ, ਗਰਾਊਂਡ ਦੀਆਂ ਚੀਜ਼ਾਂ ਨੂੰ ਕਿਵੇਂ ਜਾਣ ਸਕਦੇ ਆ? ਹੁਣ ਜੇ ਮੈਂ ਆਪਣੇ ਸ਼ਹਿਰ ਦੀ ਗੱਲ ਕਰਾਂ, ਆਪਣੇ ਡਿਸਟ੍ਰਿਕਟ ਦੀ ਗੱਲ ਕਰਾਂ, ਫਰੀਦਕੋਟ ਦਾ, ਉੱਥੋਂ ਦਾ ਮਤਲਬ ਜੋ ਹੁਣੇ ਕਿੱਸਾ ਪੁਰਾਣਾ ਬਾਬਾ ਫਰੀਦ ਜੀ ਦੇ ਮੇਲੇ ਤੇ ਜੋ ਕਿੱਸਾ ਹੋਇਆ, ਉਹਦੀ ਆਪਾਂ ਗੱਲ ਕਰ ਲਈਏ, ਜਾਂ ਫਿਰ ਉੱਥੇ ਜਿਹੜਾ ਲੋਕਾਂ ਦੇ ਵਿੱਚ ਰੋਸ ਆ ਵੀ ਜਿਹੜੇ ਐਮਐਲਏ ਨੇ ਉਹੀ ਉੱਥੋਂ ਐਬਸੈਂਟ ਰਹਿੰਦੇ ਨੇ, ਉਹ ਉੱਥੇ ਹੈ ਨਹੀਂਗੇ। ਹੁਣ ਸਾਰੇ ਇੱਥੋਂ ਉੱਠ ਕੇ ਗੁਜਰਾਤ ਗਏ ਹੋਏ ਨੇ, ਲੋਕਾਂ ਨੇ ਚੁਣਿਆ ਪੰਜਾਬ ਲਈ ਹੈ ਨਾ, ਪੰਜਾਬ ਦੀ ਪ੍ਰੋਬਲਮਸ ਲਈ ਚੁਣਿਆ। ਚਲੋ ਠੀਕ ਹੈ, ਇੱਕ ਪਾਰਟੀ ਬੇਸਡ ਉਹ ਚੀਜ਼ ਹੁੰਦੀ ਹੈ ਵੀ ਕਿਤੇ ਹੋਰ ਇਲੈਕਸ਼ਨਸ ਹੋ ਰਹੀਆਂ, ਤੁਸੀਂ ਕੈਂਪੇਨਿੰਗ ਕਰਨ ਲਈ, ਸਪੋਰਟ ਕਰਨ ਲਈ ਜਾਣਾ, ਪਰ ਸਾਰੇ ਦੇ ਸਾਰੇ ਐਮਐਲਏ ਉੱਥੇ ਜਾ ਕੇ ਬੈਠੇ ਹੋਏ ਆ, ਤੇ ਜਿਹੋ ਜਿਹੀਆਂ ਵੀਡੀਓਜ਼ ਆ ਰਹੀਆਂ ਉੱਥੋਂ, ਪ੍ਰੋਬਲਮ ਇਹ ਮੈਂ ਸਮਝਦਾ ਵੀ ਅੱਜ ਲੋਕਾਂ ਨੂੰ ਪ੍ਰੋਬਲਮ ਇਹ ਨਹੀਂ ਕਿ ਇਹ ਇੱਕ ਉਹ ਲੈਵਿਸ਼ ਲਾਈਫਸਟਾਈਲ ਕਹਿ ਲਓ ਜਾਂ ਇਹੋ ਜਿਹੀਆਂ ਚੀਜ਼ਾਂ ਕਹਿ ਲਓ, ਉਹਨਾਂ ਚੀਜ਼ਾਂ ਤੋਂ ਪ੍ਰੋਬਲਮ ਨਹੀਂ। ਕਿ ਅਸਲ ਦੇ ਵਿੱਚ ਪ੍ਰੋਬਲਮ ਇਹ ਹੈ ਵੀ ਜਿਹੜੀਆਂ ਚੀਜ਼ਾਂ ਦੇ ਤੁਸੀਂ ਵਾਅਦੇ ਕਰਕੇ ਆਏ ਸੀ ਵੀ ਅਸੀਂ ਉਹਨਾਂ ਨਾਲੋਂ ਅੱਡ ਹਾਂ, ਅਸੀਂ ਕਾਂਗਰਸ ਨਾਲੋਂ ਅੱਡ ਹਾਂ, ਅਸੀਂ ਅਕਾਲੀ ਦਲ ਨਾਲੋਂ ਅੱਡ ਹਾਂ, ਅਸੀਂ ਬੀਜੇਪੀ ਨਾਲੋਂ ਅੱਡ ਹਾਂ, ਤੁਸੀਂ ਉਹੀ ਕੰਮ ਅੱਜ ਕਰ ਰਹੇ ਹੋ। ਜੋ ਤੁਹਾਡੇ ਕਲੇਮ ਸੀਗੇ ਉਹ ਸਾਰੇ ਫਾਲਸ ਨੇ। 300 ਯੂਨਿਟ ਫ੍ਰੀ ਦੇ ਦਿੱਤੇ ਨਹੀਂ, ਉਹਦਾ ਵਾਅਦਾ ਹੁਣ ਕੀਤਾ ਉਹਦੇ ਹੋਇਆ ਵੀ ਉਹਨਾਂ ਦਾ। ਨਹੀਂ, ਉਹਦੇ ਵੀ ਤੁਸੀਂ ਦੇਖ ਲਓ ਜੀ, ਉਹਦਾ ਕਿੰਨਾ ਕੁਝ ਆਉਂਦਾ ਵੀ ਕਿਸੇ ਦਾ ਨਹੀਂ, ਉਹਦੇ 'ਚ ਵੀ ਟਰਮਸ ਐਂਡ ਕੰਡੀਸ਼ਨਸ ਵਾਲੀ ਗੱਲ ਹੈ, ਤੇ ਉਹ ਚੀਜ਼ਾਂ ਹੈਗੀਆਂ। ਪਰ ਇੱਕ ਤੁਸੀਂ ਇੱਕ ਉਹੀ ਚੀਜ਼ ਲੈ ਕੇ, ਹੁਣ ਕੱਲ ਵੀ ਸ਼ਾਇਦ ਇਹਨਾਂ ਨੇ ਟਵੀਟ ਕੀਤਾ ਸੀਗਾ ਉੱਥੋਂ ਕਿ ਗੁਜਰਾਤ ਦੇ ਲੋਕਾਂ ਲਈ ਬਿਜਲੀ ਮੁਫਤ ਦਵਾਂਗੇ ਅਸੀਂ, ਵੀ ਤੁਸੀਂ ਇੱਕ ਮਾਡਲ ਰੱਖ ਲਿਆ, ਉਹ ਹੁਣ ਤੁਸੀਂ ਫ੍ਰੀ ਬਿਜਲੀ ਵੰਡੀ ਜਾਣੀ ਹੈ, ਕਦੋਂ ਤੱਕ ਵੰਡੀ ਜਾਓਗੇ? ਉਹ ਚੀਜ਼ ਕਦੋਂ ਤੱਕ ਵੰਡੀ ਜਾਓਗੇ? ਬਸ ਵੀ ਇੱਕ ਉਹ ਦਿੱਲੀ ਮਾਡਲ ਸੀਗਾ, ਅਸੀਂ ਉਹੀ ਪੰਜਾਬ 'ਚ ਕਰ ਦੇਣਾ, ਉਹੀ ਗੁਜਰਾਤ 'ਚ ਕਰ ਦੇਣਾ। ਤੁਸੀਂ ਇੱਕ ਸਟੇਟ ਦੀ ਉਹਦੀਆਂ ਆਪਦੀ ਪ੍ਰੋਬਲਮਸ ਨੂੰ ਕਦੋਂ ਸਮਝੋਗੇ? ਹੁਣ 14 ਅਕਤੂਬਰ ਨੂੰ ਸੀਐਮ ਸਾਹਿਬ ਨੇ ਮਿਲਣਾ, ਹਰਿਆਣਾ ਦੇ ਸੀਐਮ ਸਾਹਿਬ ਨੂੰ। ਹੁਣ ਉਹਦੇ ਆਪਾਂ ਇੱਕ ਉਹ ਚੀਜ਼ ਨਾ ਪਹਿਲਾਂ ਸੋਚ ਸਕਦੇ ਆ ਵੀ ਉਹਦਾ ਸਿੱਟਾ ਕੀ ਨਿਕਲਣਾ, ਪਰ ਉਹ ਚਲੋ ਆਪਾਂ 14 ਤਰੀਕ ਆਉਂਦੀ ਆਪਾਂ ਫਿਰ ਦੇਖਾਂਗੇ ਵੀ ਇਸ ਚੀਜ਼ ਦਾ ਕੀ ਸਿੱਟਾ ਨਿਕਲਣਾ। ਪਰ ਇਹ ਗੱਲ ਆ ਵੀ ਜਿਹੜੇ ਲੋਕ ਜੇ ਚੁਣ ਕੇ ਆ ਗਏ ਆ, ਭਾਵੇਂ ਉਹ ਟੈਗ ਨਾਲ ਆਇਆ, ਜਿਵੇਂ ਮਰਜ਼ੀ ਆਇਆ, ਤੇ ਜੇ ਸਿਰਫ ਟੈਗ ਕਰਕੇ ਆਏ ਆ, ਉਹਨਾਂ ਨੂੰ ਕੁਝ ਪਤਾ ਨਹੀਂਗਾ ਉਹ ਕੀ ਪ੍ਰੋਬਲਮ ਸੋਲਵ ਕਰਨਗੇ। ਜਿਹੜੇ ਇਹਨਾਂ ਦੇ ਮੰਤਰੀ ਨੇ ਹੈਗੇ ਨੇ, ਕਿਤੇ ਹੁਣ ਕਿਸੇ ਨੂੰ ਜਾ ਕੇ ਅਪਮਾਨਿਤ ਕਰ ਦਿੰਦੇ ਆ, ਕਦੇ ਇਹੋ ਜਿਹਾ ਕੁਝ ਕਰ ਦਿੰਦੇ ਆ। ਜਦੋਂ ਰਿਐਲਿਟੀ ਦਾ ਪਤਾ ਨਹੀਂਗਾ, ਰਿਸਪੌਂਸਿਬਿਲਿਟੀਜ਼ ਦਾ ਪਤਾ ਨਹੀਂਗਾ, ਫਿਰ ਉਹ ਚੀਜ਼ਾਂ ਐਗਜ਼ੀਕਿਊਟ ਕਿਵੇਂ ਕੀਤੀਆਂ ਜਾ ਸਕਦੀਆਂ? ਬਸ ਵੀ ਤੁਸੀਂ ਐਮਐਲਏ ਬਣਾ ਲੇ, ਆਪਣੀ ਸਰਕਾਰ ਬਣਾ ਲਈ, ਉਹਨਾਂ ਨੂੰ ਤੁਸੀਂ ਬੋਲਣ ਨਹੀਂ ਦਿੰਦੇ, ਉਹ ਕਿਤੇ ਆ ਕੇ ਮੀਡੀਆ ਸਾਹਮਣੇ ਓਪਨਲੀ ਨਹੀਂ ਬੋਲ ਸਕਦੇਗੇ। ਹੁਣ ਇੱਕ ਛੋਟੀ ਜੀ ਅੱਜ ਦਿਨ 에ਅਰਫੋਰਸ ਡੇ ਸੀਗਾ ਇੱਥੇ ਚੰਡੀਗੜ੍ਹ ਦੇ ਵਿੱਚ, ਭਾਰਤ ਦੇ ਰਾਸ਼ਟਰਪਤੀ ਆਉਂਦੇ ਨੇ, ਤੇ ਉਦੋਂ ਭਗਵੰਤ ਮਾਨ ਜੀ ਐਬਸੈਂਟ ਸੀ। ਹੁਣ ਇਹ ਹੋ ਸਕਦਾ ਵੀ ਇਹ ਪੰਜਾਬ ਦੇ ਕਿਸੇ ਮੁੱਦੇ ਨਾਲ ਜੁੜਿਆ ਹੋਇਆ ਮਸਲਾ ਨਾ ਹੋਵੇ, ਲੇਕਿਨ ਇੱਕ ਪੋਲੀਟੀਕਲ ਮੈਚੁਰਿਟੀ ਦਰਸਾਉਂਦਾ, ਤੁਹਾਡੀਆਂ ਪ੍ਰਾਇੋਰਟੀਜ਼ ਦਰਸਾਉਂਦਾ। ਜਿਹੜੀ ਇਮੈਚੁਰਿਟੀ ਹੈ ਨਾ, ਇਹ ਐਕਸਪਲਿਸਿਟਲੀ ਲੋਕਾਂ ਨੂੰ ਦਿਖਾ ਰਹੇ ਆ ਵੀ ਸਾਨੂੰ ਇੰਨਾ ਕੋਈ ਪਤਾ, ਤੇ ਬਸ ਹੁਣ ਅਸੀਂ ਆ ਗਏ ਆ, ਹੁਣ ਸਾਨੂੰ ਸਵਾਦ ਲੈ ਲੈਣ ਦਿਓ ਥੋੜਾ ਟਾਈਮ, ਇਸ ਤੋਂ ਬਾਅਦ ਵੇਖਾਂਗੇ ਅਸੀਂ ਕੀ ਕਰਨਾ। ਹੁਣ ਬਿਆਨ ਇਹਨਾਂ ਦੇ ਰਲਦੇ ਨਹੀਂ, ਜੋ ਬਿਆਨ ਇਹਨਾਂ ਦੇ ਪਹਿਲਾਂ ਸੀਗੇ ਵੀ ਅਸੀਂ ਐਂ ਕਰ ਦਾਂਗੇ, ਇਉਂ ਕਰ ਦਾਂਗੇ। ਜਦੋਂ ਕੇਜਰੀਵਾਲ ਜੀ ਨੇ ਕਿਹਾ ਵੀ ਅਸੀਂ 24 ਘੰਟਿਆਂ ਦੇ ਅੰਦਰ ਅਸੀਂ ਬਰਗਾੜੀ ਕਾਂਡ ਦਾ ਇਨਸਾਫ ਦੇ ਦਾਂਗੇ, ਉਹ ਭਾਵੇਂ ਆਪਾਂ ਨੂੰ ਵੀ ਪਤਾ ਕਿ ਉਹ ਚੀਜ਼ ਸ਼ਾਇਦ ਪੋਸੀਬਲ ਨਹੀਂ ਗੀ, ਪਰ ਉਹਨਾਂ ਦੇ ਵਿੱਚ ਤੇ ਜਿਨ੍ਹਾਂ ਲੋਕਾਂ ਨੂੰ ਅਪੋਜ਼ ਕਰਦੇ ਨੇ, ਫਿਰ ਫਰਕ ਕੀ ਰਹਿ ਗਿਆ ਜੇ ਤੁਸੀਂ ਇਹੋ ਜਿਹੀਆਂ ਪ੍ਰੋਮਿਸਿਸ ਕਰਕੇ ਆ ਜਾਣਾ? ਕੁੰਵਰ ਵਿਜੇ ਪ੍ਰਤਾਪ ਉਹ ਆਪ ਆਪਣੀ ਸਰਕਾਰ ਦੀ ਅੱਜ ਬਰਖਲਾਫੀ ਕਰਦੇ ਨੇ। ਇੱਕ ਹੋਰ ਤੁਸੀਂ ਐਕਸਪਲਿਸਿਟਲੀ ਜਿਹੜੀ ਚੀਜ਼ ਆਪਣੇ ਸਾਹਮਣੇ ਆਉਂਦੀ ਹੈ ਕਿ ਜਿਹੜੇ ਇਹਨਾਂ ਦੀ ਪਾਰਟੀ ਦੇ ਵਿੱਚ ਮੋਤਬਾਰ ਬੰਦੇ ਸੀਗੇ, ਜਿਹੜੇ ਅੱਗੇ ਆਉਣ ਵਾਲੇ ਬੰਦੇ ਸੀਗੇ, ਜਿਨ੍ਹਾਂ ਦਾ ਇੱਕ ਆਪਦਾ ਰਸੂਖ ਹੈਗਾ ਸੀ, ਜਿਹੜੇ ਸ਼ਾਇਦ ਇਹਨਾਂ ਨੂੰ ਲੱਗ ਸਕਦਾ ਸੀਗਾ ਵੀ ਇਹ ਸਾਡੇ ਲਈ ਖਤਰਾ ਬਣ ਜਾਣਗੇ, ਉਹਨਾਂ ਨੂੰ ਇਹਨਾਂ ਨੇ ਕੋਈ ਮੰਤਰੀ ਪਦ ਨਹੀਂ ਦਿੱਤਾ। ਕੁੰਵਰ ਵਿਜੇ ਪ੍ਰਤਾਪ ਨੂੰ ਕੁਝ ਨਹੀਂ ਦਿੱਤਾ, ਉਹਨਾਂ ਨੂੰ ਵੀ ਮਤਲਬ ਉਹ ਸਾਈਡ ਲਾਈਨ ਕੀਤਾ ਹੋਇਆ। ਉਹ ਆਪ ਕਹਿੰਦੇ ਆ ਵੀ ਜਿਹੜੀਆਂ ਚੀਜ਼ਾਂ ਦੇ ਮੈਂ ਪ੍ਰੋਮਿਸ ਕਰਕੇ ਆਇਆ ਸੀਗਾ ਕਿ ਮੈਂ ਇਹ ਚੀਜ਼ਾਂ ਦਾ ਇਨਸਾਫ ਦਿਵਾਉਂਗਾ, ਮੇਰੀ ਪਾਰਟੀ ਉਹ ਚੀਜ਼ ਕਰ ਹੀ ਨਹੀਂ ਰਹੀਗੀ। ਜੇ ਆਪਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਉਹਨਾਂ ਨੂੰ ਹਰਾ ਕੇ ਜਿਹੜੇ ਆਏ ਨੇ ਖੁੱਡੀਆਂ ਸਾਹਿਬ, ਉਹਨਾਂ ਦੀ ਆਪਾਂ ਗੱਲ ਕਰੀਏ, ਉਹ ਕਿੰਨੇ ਪ੍ਰੋਮੀਨੈਂਟ ਲੀਡਰ ਸੀਗੇ। ਉਹਨਾਂ ਦੇ ਜੇ ਤੁਸੀਂ ਫੈਮਿਲੀ ਲੈਗੇਸੀ ਦੇਖੋ, ਜਿਹੜੇ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਸੀਗੇ ਪਹਿਲਾਂ, ਜਿਹੜੇ 88 ਚ ਇਲੈਕਸ਼ਨ ਜਿੱਤੇ ਸੀਗੇ, ਬਾਅਦ ਚ ਉਹਨਾਂ ਦਾ ਮਰਡਰ ਹੋ ਗਿਆ, ਉਹ ਇੱਕ ਮਤਲਬ ਐਡੇ ਪੁਰਾਣੇ ਲੀਡਰ ਨੂੰ ਹਰਾ ਕੇ, ਉਹਦੇ ਹੋਮ ਕਨਸਟੀਟੂਐਂਸੀ ਤੋਂ ਹਰਾ ਕੇ,
ਉਹ ਐਮਐਲਏ ਬਣਦੇ ਨੇ, ਉਹਨਾਂ ਨੂੰ ਵੀ ਇਹ ਅੱਗੇ ਨਹੀਂ ਆਉਣ ਦਿੰਦੇਗੇ। ਮਤਲਬ ਇੱਕੋ ਤੁਸੀਂ ਰੈਕਗਨੀਸ਼ਨ ਨਹੀਂ ਦੇਣੀ, ਇਹ ਇਹੀ ਚੀਜ਼ ਸਾਬਿਤ ਕਰ ਰਹੀ ਹੈ ਵੀ ਅਸੀਂ ਬਸ ਜਿੱਤ ਗਏ, ਸਾਰਿਆਂ ਨੂੰ ਚੁੱਪ ਕਰਕੇ ਬਿਠਾਏ ਰੱਖਣਾ, ਤੇ ਜਿਨ੍ਹਾਂ ਨੇ ਸ਼ਾਇਦ ਅਸਲ 'ਚ ਕੋਈ ਕੰਮ ਕਰ ਦੇਣਾ ਸੀਗਾ ਉਹਨਾਂ ਨੂੰ ਕੰਮ ਕਰਨ ਹੀ ਨਹੀਂ ਦਿੰਦੇਗੇ। ਇਹ ਪੋਲੀਟੀਕਲ ਇਮੈਚੁਰਿਟੀ ਹੈ ਇਹਨਾਂ ਦੀ। ਕਰਨ, ਮੈਂ ਇਹੀ ਗੱਲ ਤੁਹਾਡੇ ਵੱਲ ਲੈ ਕੇ ਆਵਾਂਗੀ ਕਿ ਦਿੱਲੀ ਤੋਂ ਚੱਲਦੀ ਆ ਪੰਜਾਬ ਸਰਕਾਰ, ਦਿੱਲੀ ਵਾਲੇ ਚਲਾ ਰਹੇ ਆ। ਸਾਡੇ ਜਿਹੜੇ ਪੰਜਾਬ ਦੇ ਲੀਡਰ ਸੀ, ਪੰਜਾਬ ਦੀ ਧਰਾਤਲ ਨਾਲ ਜੁੜੇ ਹੋਏ, ਉਹ ਤਾਂ ਗਾਇਬ ਕਰ ਦਿੱਤੇ ਤੁਸੀਂ, ਪਰਦਿਆਂ ਤੋਂ ਗਾਇਬ ਹੋ ਗਏ, ਕਿਤੇ ਵੀ ਨਜ਼ਰ ਨਹੀਂ ਆਉਂਦੇ। ਬਿਲਕੁਲ ਸਹੀ ਹੈ ਮੈਡਮ ਤੁਹਾਡੀ ਗੱਲ। ਮੈਂ ਭਾਜੀ ਦੀ ਗੱਲ ਬਹੁਤ ਜ਼ਿਆਦਾ ਡਿਟੇਲ 'ਚ ਸੁਣੀ ਹੈ, ਸਮਝੀ ਹੈ। ਮੈਂ ਵੀ ਇਦਾਂ ਹੀ ਸੋਚਦਾ ਸੀ ਵੀ ਜਦੋਂ ਆਪਾਂ ਯੰਗ ਹੁੰਦੇ ਆ, ਆਪਾਂ ਪੋਲਿਟਿਕਸ ਜੁਆਇਨ ਕਰ ਤਾਂ ਲੈਂਦੇ ਆ, ਲੇਕਿਨ ਆਪਾਂ ਨੂੰ ਕਾਫੀ ਚੀਜ਼ਾਂ ਕਨਫਿਊਜ਼ ਕਰਦੀਆਂ ਹੈ। ਤੇ ਇਹ ਕਿਉਂਕਿ ਟਾਈਮ ਦੇ ਨਾਲ ਚੱਲ ਕੇ ਚੀਜ਼ਾਂ ਹੌਲੀ ਹੌਲੀ ਪਰ ਪਰ ਸਮਝ ਆਉਂਦੀਆਂ, ਤਾਂ ਆਪਾਂ ਉੱਥੇ ਟਿਕੇ ਰਹਿੰਦੇ, ਅਦਰਵਾਈਜ਼ ਆਪਾਂ ਵੀ ਚਲੇ ਜਾਂਦੇ। ਤੇ ਹੁੰਦਾ ਕੀ ਹੈ, ਹੁਣ ਦਿੱਲੀ 'ਚ ਵੀ ਸੇਮ ਸਿਚੁਏਸ਼ਨ ਹੋਈ। ਪਹਿਲੀ ਵਾਰੀ 28 ਐਮਐਲਏ ਜਿੱਤੇ, ਫਿਰ 67 ਜਿੱਤੇ। ਤੁਸੀਂ ਦਿੱਲੀ ਦਾ ਰਿਕਾਰਡ ਕੱਢ ਕੇ ਦੇਖੋ, ਜਦੋਂ ਨੈਕਸਟ ਟਾਈਮ ਕੇਜਰੀਵਾਲ ਜੀ ਇਲੈਕਸ਼ਨ 'ਚ ਗਏ, ਉਹਨਾਂ ਨੇ 31 ਐਮਐਲਏ ਐਸੇ ਸੀਗੇ ਜਿਹੜੇ ਆਲਰੇਡੀ ਪਿਛਲੀ ਵਾਰੀ ਜਿੱਤੇ ਸੀ, ਲੇਕਿਨ ਉਹਨਾਂ ਨੂੰ ਟਿਕਟ ਨਹੀਂ ਦਿੱਤੀ। ਇਹ ਇੱਕ ਪ੍ਰੋਸੈਸ ਹੈ, ਕਿਉਂਕਿ ਪੰਜਾਬ ਦੇ ਵਿੱਚ ਵਿਨੇਬਿਲਿਟੀ ਚਾਹੀਦੀ ਸੀ, ਟੀਮ ਵਰਕ ਚਾਹੀਦਾ ਸੀ, ਗਰਾਊਂਡ ਦੇ ਉੱਤੇ ਐਸੇ ਬੰਦਿਆਂ ਦੀ ਜ਼ਰੂਰਤ ਸੀ ਜਿਹੜੇ ਜਿਤਾ ਸਕਣ। ਪਾਰਟੀ ਜਿੱਤੇਗੀ ਤਾਂ ਹੀ ਕੁਝ ਕਰ ਪਾਏਗੀ, ਕਿਉਂਕਿ ਇਲੈਕਸ਼ਨ ਹੈ, ਇਲੈਕਟੋਰਲ ਪੋਲਿਟਿਕਸ ਦੇ ਵਿੱਚ ਜਦੋਂ ਤੱਕ ਆਪਣਾ ਟਾਰਗੇਟ ਹੁੰਦਾ ਪਹਿਲਾਂ ਜਿੱਤਣਾ, ਫਿਰ ਹੀ ਆਪਾਂ ਕੁਝ ਕਰ ਸਕਦੇ। ਉਹ ਜਿੱਤਣ ਲਈ ਜਿੱਤਣਾ ਹੀ ਟਾਰਗੇਟ ਨਹੀਂ ਹੈ। ਪੰਜਾਬ ਟਾਰਗੇਟ ਹੋਣਾ ਚਾਹੀਦਾ ਸੀ ਪੰਜਾਬ ਦੀ, ਭਗਵੰਤ ਮਾਨ ਜੀ ਦਾ, ਕਿ ਪਹਿਲਾ ਪੰਜਾਬ ਆ ਮੇਰਾ। ਉਹ ਜੇ ਜਿੱਤ ਦਾ ਫਾਇਦਾ ਤਾਂ ਆ। ਆਪਾਂ ਕੋਈ ਵੀ ਮੁੱਦਾ ਹੱਲ ਕਰਨਾ ਹੈ, ਆਪਾਂ ਨੂੰ ਜਿੱਤਣਾ ਪਏਗਾ ਲੜ ਕੇ। ਕੋਈ ਵੀ ਮੁੱਦਾ ਹੱਲ ਕਰਨਾ, ਅੱਜ ਵੀ ਆਪਾਂ ਕੋਈ ਵੀ ਗੱਲ, ਸਾਰੀ ਗੱਲ ਕਰਦੇ ਰਵਾਂਗੇ, ਉਹਦਾ ਕੋਈ ਮਤਲਬ ਨਹੀਂ ਹੈਗਾ ਜਦੋਂ ਤੱਕ ਆਪਾਂ ਇੱਕ ਟੀਚਾ ਨਹੀਂ ਬਣਾ ਲੈਂਦੇ ਵੀ ਆਪਾਂ ਇਸ ਨੂੰ ਠੀਕ ਕਰਨਾ ਹੈ। ਉਹ ਠੀਕ ਕਰਨ ਲਈ ਆਪਾਂ ਨੂੰ ਪੋਲਿਟਿਕਸ 'ਚ ਆ ਕੇ ਜਿੱਤਣਾ। ਤੁਹਾਡੇ ਕੋਲ ਤੁਸੀਂ ਗਰਾਊਂਡ ਲੈਵਲ ਦੇ ਵਰਕਰ ਹੋ, ਤੁਸੀਂ ਖੁਸ਼ ਹੋ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਦੇ ਵਿੱਚ, ਪੰਜਾਬ ਦੇ ਸਿਨੈਰੀਓ ਵਿੱਚ ਦੇਖੋ? ਬਿਲਕੁਲ, ਤੁਸੀਂ ਸਹੀ, ਤੁਹਾਡਾ ਸਵਾਲ ਬਹੁਤ ਵਧੀਆ ਹੈ। ਖੁਸ਼ ਅਸੀਂ ਫਿਲਹਾਲ ਹਜੇ ਅਸੀਂ ਵੀ ਵੇਟਿੰਗ ਮੋਡ 'ਚ ਹਾਂ। ਸਾਨੂੰ ਇਹ ਲੱਗਦਾ ਹੈ ਕਿ ਗੁਜਰਾਤ ਇਲੈਕਸ਼ਨ ਨਵੰਬਰ 'ਚ ਖਤਮ ਹੁੰਦੇ ਹੀ ਅਸੀਂ ਉਸ ਸਪੀਡ ਨਾਲ ਕੰਮ ਕਰ ਪਾਵਾਂਗੇ ਜਿਹੜੀ ਸਪੀਡ ਨਾਲ ਅਸੀਂ ਹਮੇਸ਼ਾ ਤੋਂ ਚਾਹੁੰਦੇ ਸੀ ਕੰਮ ਕਰਨਾ, ਤੇ ਗਰਾਊਂਡ ਲੈਵਲ ਤੇ ਵੀ ਉਹ ਕੰਮ ਨਜ਼ਰ ਆਏਗਾ। ਇਸ ਕਰਕੇ ਪੰਜਾਬ ਦੇ ਕੰਮ ਰੁਕ ਗਏ ਨੇ ਕਰਨ? ਬਿਲਕੁਲ, ਇਹ ਰੁਕ ਨਹੀਂ ਗਏ, ਕਹਿ ਲਓ ਵੀ ਇਹਨੂੰ ਬਈ ਹੋ ਰਹੇ, ਉੱਪਰ ਲੈਵਲ ਤੇ ਹੋ ਰਹੇ ਆ। ਉੱਪਰ ਜੋ ਪਾਲਿਸੀਜ਼ ਹੈ ਉਹ ਸਾਰੀਆਂ ਕੁਝ ਹੋ ਰਹੀਆਂ, ਲੇਕਿਨ ਗਰਾਊਂਡ ਤੇ ਜਿਹੜੀ ਫੋਰਸ ਕੰਮ ਕਰਦੀ ਹੈ ਨਾ, ਉਹ ਦੇਖੋ ਸਾਡੇ ਕੋਲ ਉਨੇ ਕੀ ਰਿਸੋਰਸਿਸ ਹੈ, ਸਾਡੇ ਕੋਲ ਉਹਨਾਂ ਬਹੁਤ ਲਿਮਿਟਿਡ ਹੈ। ਉਹਨਾਂ ਦੇ ਕੋਲ ਜਿੰਨੀ ਪਾਵਰ ਹੈਗੀ ਆ, ਉਹਨਾਂ ਦੇ ਸਾਹਮਣੇ ਅਸੀਂ ਕਿਤੇ ਵੀ ਟਿਕਦੇ ਨਹੀਂ। ਤੇ ਸਾਡਾ ਸਾਰਾ ਸਿਸਟਮ, ਅਸੀਂ ਜੇ ਮਤਲਬ ਸਭ ਕੁਝ ਨਾਲ ਕਰਦੇ ਰਵਾਂਗੇ ਨਾ। ਕਰਨ, ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦੀ, ਕਿਉਂਕਿ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਨੂੰ ਇੱਕ ਪੌੜੀ ਵਾਂਗੂ ਵਰਤਣਾ ਚਾਹੁੰਦੇ ਅਰਵਿੰਦ ਕੇਜਰੀਵਾਲ, ਤਾਂ ਕਿ ਉਹ ਪੂਰਾ ਭਾਰਤ ਜਿੱਤ ਸਕਣ। ਸੋ ਸਿਰਫ ਇੱਕ ਗੁਜਰਾਤ ਨੂੰ ਜਿੱਤਣ ਲਈ ਵਰਤਿਆ ਜਾ ਰਿਹਾ ਪੰਜਾਬ ਨੂੰ? ਨਹੀਂ ਮੈਡਮ ਜੀ, ਨੈਸ਼ਨਲ ਪੋਲਿਟਿਕਸ ਤੁਹਾਡੇ ਨਾਲ ਮੈਂ ਸ਼ੁਰੂਆਤ 'ਚ ਵੀ ਇਹੀ ਗੱਲ ਕਹੀ, ਨੈਸ਼ਨਲ ਪੋਲਿਟਿਕਸ ਨੂੰ ਤੇ ਸਟੇਟ ਪੋਲਿਟਿਕਸ ਨੂੰ ਆਪਾਂ ਮਿਕਸ ਕਰਦੇ ਆ ਨਾ, ਉਦੋਂ ਹੀ ਆਪਣੇ ਮਤਲਬ ਇੱਦਾਂ ਦੇ ਸਵਾਲ ਆਉਂਦੇ ਆ। ਜਦੋਂ ਕੇਜਰੀਵਾਲ ਪਹਿਲੀ ਵਾਰੀ ਦਿੱਲੀ 'ਚ ਲੜਿਆ ਸੀ, ਸ਼ਾਇਦ ਉਹਨੇ ਸੋਚਿਆ ਵੀ ਨਹੀਂ ਹੋਏਗਾ ਕਿ ਮੈਂ ਪਹਿਲੇ ਇੱਥੇ ਜਿੱਤੂਗਾ, ਫਿਰ ਮੈਂ ਪੰਜਾਬ 'ਚ ਜਾਊਂਗਾ, ਫਿਰ ਮੈਂ ਗੁਜਰਾਤ 'ਚ ਜਾਊਂਗਾ। ਇਹ ਨਾਲ ਚੱਲਦਾ ਹੈ। ਜੇ ਤੁਸੀਂ ਉਹ ਹੁਣ ਮੋਦੀ ਦੇ ਚੈਲੰਜਰ ਬਣਨਾ ਹੈ, ਤੁਹਾਨੂੰ ਇਹ ਸਭ ਕੁਝ ਕਰਨਾ ਹੀ ਪੈਣਾ ਹੈ। ਇਹਦੇ 'ਚ ਇਹ ਮੈਟਰ ਨਹੀਂ ਹੈਗਾ ਪੰਜਾਬ ਵੀ ਓਨਾ ਹੀ ਜ਼ਰੂਰੀ ਹੈ ਉਹਨਾਂ ਲਈ ਜਿੰਨਾ ਗੁਜਰਾਤ, ਉਨੀ ਦਿੱਲੀ। ਇਹਨੂੰ ਆਪਾਂ ਇੱਕ ਦੂਜੇ ਨੂੰ ਯੂਜ਼ ਕਰਨ ਵਾਲੇ ਜਾਂ ਏਦਾਂ ਦੀ ਕੋਈ, ਇਹ ਨੈਸ਼ਨਲਿਜ਼ਮ ਦੀ ਇੱਕ ਕਹਿ ਲਓ ਪਰਿਭਾਸ਼ਾ ਦੇ ਵਿਰੁੱਧ ਜਾਂਦੇ ਆ ਜਦੋਂ ਆਪਾਂ ਇਹ ਸਟੇਟ ਵਾਈਜ਼ ਜਾਂ ਇਹ ਚੀਜ਼ਾਂ ਆਪਾਂ ਡੇਲੀ ਰੂਟੀਨ 'ਚ ਵੀ ਇਹ ਸ਼ਬਦ ਯੂਜ਼ ਕਰਦੇ ਨਾ। ਆਪਣਾ ਇੱਕ ਰਾਸ਼ਟਰਵਾਦ ਹੈ, ਸਟੇਟ ਦਾ ਆਪਣਾ ਇੱਕ ਰਾਸ਼ਟਰਵਾਦ ਹੈ ਕਰਨ। ਆਪਣੇ ਹਰ ਇੱਕ ਸਟੇਟ ਅਲੱਗ ਹੈ, ਹਰ ਇੱਕ ਸਟੇਟ ਦਾ ਆਪਣੇ ਦੇਸ਼ ਦੇ ਵਿੱਚ ਕਨਸੈਪਟ ਆਫ ਫੈਡਰਲਿਜ਼ਮ ਹੈ। ਹੁਣ ਜਦੋਂ ਆਪਣੇ ਤੁਸੀਂ ਦੇਖਦੇ ਹੋ ਸੀਐਮ ਪੰਜਾਬ ਦੇ ਖਰਚੇ ਤੇ ਹੈਲੀਕਾਪਟਰਸ ਦੇ ਵਿੱਚ ਐਂਡ ਬੁਕਿੰਗਸ ਹੁੰਦੀਆਂ ਨੇ, ਗੁਜਰਾਤ ਜਾਂਦੇ ਨੇ, ਹਿਮਾਚਲ ਜਾਂਦੇ ਨੇ, ਤੁਹਾਨੂੰ ਕਿਵੇਂ ਮਹਿਸੂਸ ਹੁੰਦਾ? ਠੀਕ ਹੈ, ਉਹ ਗੱਲ ਤੁਹਾਡੀ ਬਿਲਕੁਲ ਜਾਇਜ਼ ਹੈ। ਜਦੋਂ ਪੋਲਿਟਿਕਸ ਸਟਾਰਟ ਕੀਤੀ ਸੀ ਇਹਨਾਂ ਨੇ ਉਹ ਆਪ ਇਸ ਚੀਜ਼ ਦੇ ਅਪੋਜ਼ ਕਰਦੇ ਸੀ, ਲੇਕਿਨ ਹੁਣ ਕਹਿ ਲਓ ਕਿ ਇਹ ਇੰਡੀਅਨ ਪੋਲਿਟਿਕਸ ਦੇ ਵਿੱਚ ਨਾ ਜੋ ਮੈਂ ਆਪਣੀ ਸਮਝ ਡਿਵੈਲਪ ਕੀਤੀ ਹੈ ਉਹ ਇਹੀ ਹੈ ਕਿ ਜਦੋਂ ਤੱਕ ਕੈਪੇਬਲ ਔਰ ਕ੍ਰੈਡੀਬਲ ਬੰਦੇ ਗਰਾਊਂਡ ਤੇ ਉਤਰ ਕੇ ਟੀਮ ਬਣਾ ਕੇ ਮਿਹਨਤ ਨਹੀਂ ਕਰਨਗੇ, ਉਹ ਪੋਲਿਟਿਕਸ ਦੇ ਵਿੱਚ ਆਪਣੇ ਆਪ ਨੂੰ ਆਪਣੀ ਜਗ੍ਹਾ ਨਹੀਂ ਬਣਾ ਪਾਉਣਗੇ। ਉਦੋਂ ਤੱਕ ਜਿਹੜੇ ਉੱਪਰਲੇ ਲੈਵਲ ਤੇ ਬੰਦੇ ਆ, ਜਿੱਦਾਂ ਭਾਜੀ ਵੀ ਕਹਿੰਦੇ ਕੇਜਰੀਵਾਲ ਜੀ ਜਾਂ ਉਹ ਕੋਈ ਵੀ ਦੂਸਰੀ XYZ ਪਾਰਟੀ ਦੇ ਬੰਦੇ, ਉਹ ਬੰਦਿਆਂ ਨੂੰ ਆਪਣਾ ਤਰੀਕੇ ਨਾਲ ਚਲਾਉਣ ਦਾ ਮੌਕਾ ਮਿਲਦਾ ਹੀ ਰਹੇਗਾ। ਇਹੀ ਇੱਕ ਸੱਚਾਈ ਹੈ। ਮਤਲਬ ਆਮ ਆਦਮੀ ਪਾਰਟੀ ਕੋ ਗਰਾਊਂਡ ਲੈਵਲ ਤੇ ਵਧੀਆ ਬੰਦੇ ਨਹੀਂ ਹੈ? ਕਿਸੇ ਪਾਰਟੀ ਕੋ ਨਹੀਂ ਹੈਗੇ ਮੈਡਮ, ਇਹ ਇਕੱਲੇ ਆਮ ਆਦਮੀ ਪਾਰਟੀ ਦੀ ਨਹੀਂ ਗੱਲ ਹੈਗੀ।
ਕਿਸੇ ਵੀ ਪਾਰਟੀ, ਸਾਰੇ ਪਾਰਟੀਆਂ ਇਦਾਂ ਹੀ ਕੰਮ ਕਰ ਰਹੀਆਂ। ਹਾਂ, ਇਹ ਨਹੀਂ ਵੀ ਬਿਲਕੁਲ ਨਹੀਂ ਹੈਗੇ, ਕਾਫੀ ਜਗ੍ਹਾ ਤੇ ਅੱਛੇ ਬੰਦੇ ਮਿਲ ਜਾਂਦੇ ਆ, ਉਹ ਆਪਣਾ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਓਕੇ, ਸੰਭਾਲਦੇ ਆ। ਮੈਂ ਹੁਣ ਇੱਕ ਤੁਹਾਨੂੰ ਦਿੱਲੀ ਦੀ ਐਗਜ਼ਾਮਪਲ, ਕੁਇਕ ਰਾਉਂਡ ਹਾਂਜੀ ਜਿਹੜਾ ਇੱਕ ਸਵਾਲ ਦਾ ਲੈ ਕੇ ਆਉਣੀ ਆ ਤੁਹਾਡੇ ਕੋਲ ਕਰਪਸ਼ਨ ਦੇ ਉੱਤੇ। ਮਾਨਵ, ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਕਰਪਸ਼ਨ ਘਟੀ ਹੈ? ਕਿਉਂਕਿ ਕੱਟੜ ਇਮਾਨਦਾਰ ਨੇ ਆਮ ਆਦਮੀ ਪਾਰਟੀ ਵਾਲੇ, ਕਲੇਮ ਕੀਤਾ ਜਾਂਦਾ ਕੇਜਰੀਵਾਲ ਸਾਹਿਬ ਵੱਲੋਂ। ਹੁਣ ਸਰਾਰੀ ਵਾਲੇ ਮੁੱਦੇ ਤੇ ਜੋ ਚੱਲ ਰਿਹਾ ਹੈ ਉਹਦੇ ਨਾਲ ਮੈਨੂੰ ਲੱਗਦਾ ਕਿਸੇ ਨੂੰ ਸ਼ੱਕ ਨਹੀਂ ਹੋਣਾ ਵੀ ਕਰਪਸ਼ਨ ਘਟੀ ਹੈ ਕਿ ਵਧੀ ਹੈ, ਹਨਾ। ਮਤਲਬ ਕਿਸ ਤਰ੍ਹਾਂ ਬਚਾਇਆ ਜਾ ਰਿਹਾ। ਨੰਬਰ 2, ਆ ਕੱਲ ਹੀ ਖਬਰ ਜਿਹੜੀ ਆਈ ਹੈ ਕਿ ਪਟਵਾਰੀ ਦੇ ਪੇਪਰ ਦੇ ਵਿੱਚ ਇੱਕੋ ਸੈਂਟਰ ਦੇ ਵਿੱਚ 2 ਰੋਆਂ ਦੇ ਵਿੱਚ ਬੈਠੇ ਸਾਰੇ 40 ਦੇ 40 ਕੈਂਡੀਡੇਟ ਉਮੀਦਵਾਰ ਪਾਸ ਹੋ ਜਾਂਦੇ ਨੇ, ਬਾਕੀ ਨਹੀਂ ਹੁੰਦੇ। ਬਾਕੀ ਮੈਂ ਇਹ ਸਮਝਦਾ ਆ ਵੀ ਜਿਹੜੀ ਇਹ ਭ੍ਰਿਸ਼ਟਾਚਾਰ ਤੇ ਗੱਲ ਇਸ ਲਈ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਤਾਂ ਜਿਹੜਾ ਦਿਸਦਾ ਆ ਭ੍ਰਿਸ਼ਟਾਚਾਰ ਸਾਨੂੰ, ਪਰ ਇਹ ਤੋਂ ਬਿਨਾਂ ਬਹੁਤ ਇੱਕ ਜਿਹੜਾ ਇਹ ਸਿਸਟਮ ਆਪਦੇ ਆਪ 'ਚ ਜਿਹੜਾ ਭ੍ਰਿਸ਼ਟ ਹੈ ਇਹਦੇ ਬਾਰੇ ਨਹੀਂ ਕੋਈ ਗੱਲ ਕਰਦਾ। ਹੁਣ ਜਿਵੇਂ ਕਹਿੰਦੇ ਆ ਕਿ ਸਕੂਲਾਂ ਦਾ ਮਾਡਲ ਆ, ਦਿੱਲੀ ਦੇ ਵਿੱਚ ਸਕੂਲਾਂ ਦਾ ਮਾਡਲ ਦੀ ਗੱਲ ਕਰਦੇ ਆ, ਪਰ ਬਹੁਤ ਸਾਰੇ ਮਤਲਬ ਜਿਹੜੇ ਸਕੂਲ ਹੈ ਉਹ ਪਹਿਲਾਂ ਦੇ ਚੱਲਦੇ ਸੀ ਸਰਕਾਰੀ ਸਕੂਲ। ਹੁਣ ਤੁਸੀਂ ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇਖੋ, ਤੁਹਾਨੂੰ ਪੰਜਾਬ ਜਾਂ ਹਰਿਆਣੇ ਦੇ ਸਰਕਾਰੀ ਸਕੂਲਾਂ ਨਾਲੋਂ ਬਹੁਤ ਵਧੀਆ ਹਾਲਤ ਦੇ ਵਿੱਚ ਮਿਲਣਗੇ। ਹੁਣ ਇਹਦੇ ਤੇ ਤੁਸੀਂ ਨਵਾਂ ਰੰਗ ਕਰਵਾ ਕੇ ਜੇ ਕਹੋ ਵੀ ਇਹ ਤੁਹਾਡੀ ਦੇਣ ਹੈ ਤੇ ਇਹ ਮਤਲਬ ਬੇਈਮਾਨੀ ਹੈ। ਜੇ ਹੁਣ ਪੰਜਾਬ ਦੇ ਵਿੱਚ ਕੀ ਚਾਹੀਦਾ ਸੀ, ਪੰਜਾਬ ਦੇ ਵਿੱਚ ਸਿੱਖਿਆ ਦੀ ਗੱਲ ਹੁੰਦੀ ਸੀ। ਪਟਿਆਲੇ ਯੂਨੀਵਰਸਿਟੀ ਨੂੰ 4 ਮਹੀਨੇ ਹੋ ਗਏ, 200 ਕਰੋੜ ਦੀ ਗ੍ਰਾਂਟ ਦਾ ਐਲਾਨ ਹੋਇਆ ਸੀ, 1 ਰੁਪਿਆ ਨਹੀਂ ਆਇਆ ਉੱਥੇ ਹਜੇ। ਤੁਸੀਂ ਉੱਥੇ ਜਾ ਕੇ ਦੇਖੋ ਹਾਲਾਤ ਕਿੰਨੇ ਮਾੜੇ ਆ। 365 ਦਿਨ ਚੋਂ 3 ਦਿਨ ਨਹੀਂ ਇਹ ਜਿਹੇ ਲੰਘਦੇ ਜਦੋਂ ਕੋਈ ਧਰਨਾ ਕਿਸੇ ਮੁਲਾਜ਼ਮ ਦਾ, ਕਿਸੇ ਵਿਦਿਆਰਥੀ ਜਾਂ ਕਿਸੇ ਟੀਚਰ ਪ੍ਰੋਫੈਸਰ ਦਾ ਨਾ ਚੱਲ ਰਿਹਾ ਹੋਵੇ। ਜਿਹੜੇ ਆਪਣੇ ਸਿੱਖਿਆ ਮੰਤਰੀ ਹੈ ਮੀਤ ਹੇਰ, ਇਹ ਕੀ ਕਰ ਰਹੇ ਆ? ਕਦੇ ਸੀਯੂ ਦੇ ਵਿੱਚ ਹੁੰਦੇ ਆ, ਕਦੇ ਐਮਟੀ ਯੂਨੀਵਰਸਿਟੀ ਦੇ ਵਿੱਚ ਹੁੰਦੇ ਆ, ਕਦੇ ਲਵਲੀ ਦੇ ਵਿੱਚ ਚੱਕਰ ਲਾ ਰਹੇ ਆ। ਤੇ ਇਹ ਰਿਕਾਰਡ ਹੈ ਕਿ ਇਹਨਾਂ ਨੂੰ ਇਹ ਨਹੀਂ ਸੀ ਚਾਹੀਦਾ ਵੀ ਪਿਛਲੇ 20 ਸਾਲ 30 ਸਾਲ ਦੇ ਵਿੱਚ ਲੁਧਿਆਣਾ, ਅੰਮ੍ਰਿਤਸਰ ਵਰਗੇ ਇਹੋ ਜਿਹੇ ਜ਼ਿਲ੍ਹੇ ਆ ਜਿੱਥੇ ਇੱਕ ਸਰਕਾਰੀ ਕਾਲਜ ਤਾਂ ਛੱਡੋ, ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਨਹੀਂ ਬਣਿਆ। ਕੀ ਇਹਨਾਂ ਦੇ ਏਜੰਡੇ ਤੇ ਇਹ ਨਹੀਂ ਹੋਣਾ ਚਾਹੀਦਾ? ਜਦੋਂ ਤੁਸੀਂ ਆਪ ਦੀ ਰਾਜ ਸਭਾ ਦੇ ਵਾਸਤੇ ਲਵਲੀ ਦੇ ਮਾਲਕਾਂ ਨੂੰ ਭੇਜੋਗੇ ਤਾਂ ਤੁਸੀਂ ਹੇਠਲੇ ਪੱਧਰ ਤੇ ਸਰਕਾਰੀ ਸਿੱਖਿਆ ਲਈ ਕੀ ਕਰੋਗੇ? ਤੇ ਜਿੰਨਾ ਚਿਰ ਇਹ ਦੋ ਪੈਰਲਲ ਮਾਡਲ ਮੌਜੂਦ ਨੇ, ਪ੍ਰਾਈਵੇਟ ਸਿੱਖਿਆ ਤੇ ਸਰਕਾਰੀ ਸਿੱਖਿਆ, ਉਹਨਾਂ ਚਿਰ ਤੁਸੀਂ ਭ੍ਰਿਸ਼ਟਾਚਾਰ ਖਤਮ ਕਰ ਹੀ ਨਹੀਂ ਸਕਦੇ। ਤੁਹਾਨੂੰ ਭ੍ਰਿਸ਼ਟਾਚਾਰ ਖਤਮ ਕਰਨ ਦੇ ਲਈ ਜਾਂ ਇਹ ਪੂਰਾ ਢਾਂਚਾ ਖਤਮ ਕਰਨ ਦੇ ਲਈ ਇਹ ਜਿਹੜਾ ਮੁਨਾਫੇ ਤੇ ਟਿਕਿਆ ਢਾਂਚਾ ਜਾਂ ਨਿੱਜੀਕਰਨ ਦੀ ਜਿਹੜੀਆਂ ਨੀਤੀਆਂ ਨੇ, ਤੁਹਾਨੂੰ ਇਹਨੂੰ ਚੁਣੌਤੀ ਦੇਣੀ ਪਊਗੀ। ਇਹਦੇ ਤੇ ਤੁਸੀਂ ਇੱਕ ਸਵਾਲ ਨਹੀਂ ਬੋਲਦੇ। ਦੂਜੀ ਗੱਲ ਜੇ ਆਪਾਂ ਆਈਏ, ਮਤਲਬ ਹੁਣ ਇਹਨਾਂ ਨੇ ਕਿਹਾ ਵੀ ਸਿੰਗਲਾ ਸਾਹਿਬ ਨੂੰ ਇਹਨਾਂ ਨੇ ਕੱਢਿਆ ਜੀ ਵੀ ਭ੍ਰਿਸ਼ਟ ਕਰਕੇ, ਪਹਿਲੇ ਦਿਨੋਂ ਇੱਕ ਵਾਵਾ ਖੱਟੀ। ਆ ਪਿੱਛੇ ਜੇ ਹੁਣ ਜਿਹੜਾ ਦਿੱਲੀ ਦੇ ਵਿੱਚ ਬੁਲਾਏ ਹੋਏ ਸੀ ਕਰਿਆ, ਉਸ ਪ੍ਰੋਗਰਾਮ ਦੇ ਵਿੱਚ ਉਹ ਸ਼ਾਮਲ ਨੇ, ਹਨਾ। ਮਤਲਬ ਠੀਕ ਹੈ, ਚਿਹਰੇ ਨੇ, ਹੋ ਸਕਦਾ ਉਹ ਚਿਹਰੇ ਜੇ ਹੁਣ ਸਰਾਰੀ ਆ, ਹੋ ਸਕਦਾ ਸਰਾਰੀ ਨੂੰ ਅੰਡਰ ਦਬਾਅ ਦੇ ਵਿੱਚ ਆ ਕੇ ਉਹ ਕੱਢ ਦੇਣ। ਪਰ ਸਾਡੇ ਸਾਹਮਣੇ ਬੁਨਿਆਦੀ ਸਵਾਲ ਜਿਹੜੇ ਇਹ ਨੇ ਵੀ ਜਿਹੜਾ ਲੋਕਾਂ ਦਾ ਟੈਕਸ ਦਾ ਪੈਸਾ, ਜਿਵੇਂ ਕਰਨ ਬਾਈ ਜੀ ਨੇ ਗੱਲ ਕਹੀ ਕਿ ਬਈ ਇਹ ਗੁਜਰਾਤ ਦੇ ਚੋਣਾਂ ਤੋਂ ਬਾਅਦ ਕੰਮ ਤੇਜ਼ੀ ਫੜੂਗਾ, ਫਿਰ ਇਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਸੀ। ਜਦੋਂ ਉਹਨਾਂ ਨੇ 20 ਫਰਵਰੀ ਨੂੰ ਵੋਟਾਂ ਪਾਉਣੀਆਂ ਜਾਣੀਆਂ ਸੀ, ਉਦੋਂ ਪਹਿਲਾਂ ਉਹਨੂੰ ਦੱਸਣਾ ਸੀ ਵੀ ਦਸੰਬਰ ਨਵੰਬਰ ਦੇ ਵਿੱਚ ਚੋਣਾਂ ਨੇ, ਵੀ ਉਦੋਂ ਤੱਕ, ਉਦੋਂ ਬਾਅਦ ਅਸੀਂ ਤੇਜ਼ ਕਰਾਂਗੇ ਕੰਮ। ਉਹਨਾਂ ਨੂੰ ਕਲੀਅਰ ਕਰਨੀ ਚਾਹੀਦੀ, ਤਾਂ ਧੋਖੇ 'ਚ ਨਹੀਂ ਰੱਖਣਾ ਚਾਹੀਦਾ। ਹੁਣ 6 ਮਹੀਨਿਆਂ ਦੇ ਅੰਦਰ ਤੁਸੀਂ 400 ਕਰੋੜ ਰੁਪਈਆ ਮਸ਼ਹੂਰੀਆਂ ਤੇ ਖਰਚਤਾ। 400 ਕਰੋੜ ਰੁਪਈਆ ਭਾਰਤ ਦਾ ਕੋਈ ਅਖਬਾਰ ਨਹੀਂ ਛੱਡਿਆ ਹੋਣਾ ਜਿੱਥੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦੀ ਮਸ਼ਹੂਰੀ ਨਹੀਂ ਹੋ ਰਹੀ। ਤੇ ਇੱਥੇ ਤੁਸੀਂ ਕਹਿੰਦੇ ਹੋ ਖਜ਼ਾਨਾ ਖਾਲੀ ਹੈ, ਤੇ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀ ਜਦੋਂ ਖਜ਼ਾਨਾ ਖਾਲੀ ਹੋਵੇ ਉਹਨੂੰ ਖਜ਼ਾਨਾ ਨਹੀਂ ਪੀਪਾ ਕਹਿਣਾ ਚਾਹੀਦਾ। ਤੇ ਹੁਣ ਫਿਰ ਉਹ ਪੀਪਾ ਕਿੱਥੇ ਹੈ? ਮਤਲਬ ਤੁਸੀਂ ਸੰਸਾਰ ਬੈਂਕ ਤੋਂ ਕਰਜ਼ੇ ਲੈ ਲੈ ਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਰਹੇ ਹੋ। ਤੁਸੀਂ ਕਿਉਂ ਨਹੀਂ ਜਿਹੜੇ ਉੱਪਰਲੇ 10% ਪੈਸੇ ਵਾਲੇ ਅਮੀਰ ਆ, ਧਨਾੜ ਆ, ਜਿਨ੍ਹਾਂ ਨੂੰ ਤੁਸੀਂ ਰਾਜ ਮੈਂਬਰੀਆਂ ਦੇ ਰੱਖੀਆਂ ਨੇ, ਇਹਨਾਂ ਤੇ ਕਿਉਂ ਨਹੀਂ ਵੈਲਥ ਟੈਕਸ ਦੀ ਗੱਲ ਹੁੰਦੀ? ਇਹਨਾਂ ਦੇ ਉੱਤੇ ਟੈਕਸ ਲਾ ਕੇ ਕਿਉਂ ਨਹੀਂ ਸਰੋਸ ਜੁਟਾਏ ਜਾਂਦੇ ਤੇ ਉਹ ਆਮ ਲੋਕਾਂ ਤੇ ਖਰਚੇ ਜਾਂਦੇ? ਇੱਥੇ 1000 ਰੁਪਇਆ ਔਰਤਾਂ ਨੂੰ ਤੁਸੀਂ ਵਾਅਦਾ ਕਰਤਾ, ਹੁਣ ਇੱਥੇ ਤਾਂ ਦਿੱਤਾ ਨਹੀਂ ਗਿਆ, ਹੁਣ ਗੁਜਰਾਤ 'ਚ ਜਾ ਕੇ ਕਰ ਰਹੇ ਹੋ। ਮਤਲਬ ਇਹ ਗੱਲਾਂ ਜਿਹੜੀਆਂ ਨੇ ਇਹ ਸ਼ੋਭਦੀਆਂ ਨੇ, ਜੋ ਵਾਅਦੇ ਇਹਨਾਂ ਨੇ ਕਰੇ ਸੀ ਇਹ ਉਹਦਾ 10% ਵੀ ਕਰਨੀ ਪਾਉਣਗੇ ਤੇ ਅੰਤ ਨੂੰ ਜਾ ਕੇ ਹੱਲ। ਅਸੀਂ 11 ਮਾਰਚ ਨੂੰ ਵੀ ਲਲਕਾਰ ਵੱਲੋਂ ਇਹੀ ਲਿਖਿਆ ਸੀ ਵੀ ਇਹ ਜਿਹੜੀ ਪਾਰਟੀ ਹੈ ਭਗਵੰਤ ਮਾਨ ਕੋਲੇ 2 ਰਾਹ ਬਚਣਗੇ। ਜਾਂ ਤਾਂ ਉਹ ਹੁਣ ਤੱਕ ਦੀ ਜੋ ਜਿਹੜੀ ਕਾਰਜਗੁਜ਼ਾਰੀ ਹੈ ਕਿ ਕੇਜਰੀਵਾਲ ਦੇ ਅਧੀਨ ਰਹਿ ਕੇ ਉਹਦੇ ਇੱਕ ਕਠਪੁਤਲੀ ਦੇ ਤੌਰ ਤੇ ਕੰਮ ਕਰੇ, ਤੇ ਜੇ ਇਹ ਉਹ ਕਰਦਾ ਹੈ ਤਾਂ ਪੰਜਾਬ ਦੇ ਲੋਕਾਂ ਦਾ ਗੁੱਸਾ ਫੇਸ ਕਰਨ ਦੇ ਲਈ ਤਿਆਰ ਰਹੇ। ਕਿਉਂਕਿ ਇਹ ਹੁਣ ਮਨਵੀਰ ਜੀ ਪਹਿਲਾਂ ਦਾ ਜ਼ਮਾਨਾ ਨਹੀਂ ਰਿਹਾ ਕਿ ਲੋਕ 4 ਸਾਲ ਉਡੀਕਦੇ ਸੀ। 6 ਮਹੀਨਿਆਂ ਦੇ ਵਿੱਚ ਹੱਥ ਖੜੇ ਕਰਾ ਦਿੱਤੇ ਆ ਲੋਕਾਂ ਦੇ, ਤੇ ਇਹਨਾਂ ਨੇ ਵੀ ਹੁਣ 4 ਸਾਲ ਤੋਂ ਪਹਿਲਾਂ ਇਹਨਾਂ ਦੇ ਆਮ ਆਦਮੀ ਪਾਰਟੀ ਵਾਲਿਆਂ ਦੇ ਹੱਥ ਖੜੇ ਕਰਾ ਦੇਣਗੇ। ਬਹੁਤ ਤੇਜ਼ੀ ਦੇ ਨਾਲ ਸਮਾਂ ਬਦਲ ਰਿਹਾ, ਸੋਸ਼ਲ ਮੀਡੀਆ ਦਾ ਦੌਰ ਹੈ, ਪਲ ਪਲ ਦੀਆਂ ਗੱਲਾਂ ਨੇ, ਇਹ ਹੁਣ ਲੋਕ ਉਡੀਕਣਗੇ ਨਹੀਂ। ਤੇ ਜਾਂ ਫਿਰ ਇਹ ਹੈ ਵੀ ਇਹ ਕਿ ਜਿਹੜਾ ਉੱਪਰੋਂ ਕੰਟਰੋਲ ਹੋ ਕੇ ਚੱਲ ਰਿਹਾ ਹੈ ਉਹਨਾਂ ਦੇ ਹਿਸਾਬ ਨਾਲ ਨੀਤੀਆਂ ਬਣ ਰਹੀਆਂ, ਇਹਦਾ ਫਿਰ ਵਿਰੋਧ ਕਰੇ ਭਗਵੰਤ ਮਾਨ, ਪੰਜਾਬ ਦੀ ਆਮ ਆਦਮੀ ਪਾਰਟੀ। ਜੀ ਮਾਨਵ ਨੇ ਬਹੁਤ ਅੱਛੇ ਪੁਆਇੰਟ ਰੱਖੇ ਆ। ਆਕਾਸ਼, ਵੀਆਈਪੀ ਕਲਚਰ ਖਤਮ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ। ਅੱਜ ਸਭ ਤੋਂ ਵੱਧ ਗੱਡੀਆਂ
ਸੀਐਮ ਪੰਜਾਬ ਦੀ ਕੈਵਲਕੇਡ ਦੇ ਵਿੱਚ ਇੰਨੀਆਂ ਕਦੀ ਮਹਾਰਾਜਾ ਕੈਪਟਨ ਸਾਡੇ ਸੀਐਮ ਰਹੇ ਨੇ ਉਹਨਾਂ ਨਾਲ ਵੀ ਨਹੀਂ ਸੀ। ਕਿਵੇਂ ਦੇਖਦੇ ਹੋ? ਇਹਦਾ ਇੱਕ ਮੈਂ ਔਨ ਅ ਲਾਈਟਰ ਨੋਟ ਇਸ ਗੱਲ ਤੇ ਮੈਂ ਇੰਟਰਵਿਊ ਦੇਖ ਰਿਹਾ ਸੀ ਇਹਨਾਂ ਦੀ ਪ੍ਰਤਾਪ ਸਿੰਘ ਬਾਜਵਾ ਦੀ, ਤੇ ਉਹ ਕਹਿ ਰਹੇ ਸੀਗੇ ਵੀ ਇੱਕ ਮਹਾਰਾਜਾ ਪਟਿਆਲਾ ਸੀ ਤੇ ਹੁਣ ਇਹਨੇ ਮਹਾਰਾਜਾ ਸਤੌਜ, ਤੇ ਇਹਨਾਂ ਕੋਲੇ ਹੁਣ ਇੰਨੀਆਂ ਗੱਡੀਆਂ ਹੈਗੀਆਂ। ਮਤਲਬ ਇਹ ਆਪਾਂ ਭਾਵੇਂ ਕਹਿ ਲਈਏ ਵੀ ਇਹਦਾ ਪੰਜਾਬ ਦੇ ਇਕਨੋਮੀ ਨਾਲ ਇਹਨਾਂ ਚੀਜ਼ਾਂ ਨਾਲ ਸ਼ਾਇਦ ਕੋਈ ਲੈਣਾ ਦੇਣਾ ਨਹੀਂ ਹੋਊਗਾ, ਪਰ ਇੱਥੋਂ ਦੇ ਲੋਕਾਂ ਦੇ ਮਨ ਦੇ ਇਹਨਾਂ ਨੂੰ ਜਿਤਾਇਆ ਤਾਂ ਸੀਗਾ ਨਾ ਇਹਨਾਂ ਗੱਲਾਂ ਕਰਕੇ, ਵੀ ਜੋ ਜਿਹੜੇ ਮਤਲਬ ਉਹ ਪੈਰ ਧਰਤੀ ਤੇ ਪਹਿਲਾਂ ਲਾਉਂਦੇ ਹੀ ਨਹੀਂ ਸੀ ਹੁੰਦੇ, ਗੱਡੀਆਂ 'ਚ ਉਤਰਦੇ ਨਹੀਂ ਸੀ ਹੁੰਦੇ ਪਹਿਲਾਂ, ਉਹਨਾਂ ਨੂੰ ਹਟਾ ਕੇ ਅਸੀਂ ਆਉਣਾ ਤੇ ਅਸੀਂ ਗਰਾਊਂਡ ਨਾਲ ਜੁੜੇ ਹੋਵਾਂਗੇ। ਉਹ ਵਾਅਦੇ ਕਰਕੇ ਅੱਜ ਇਹ ਫਿਰ ਉਹੀ ਕੰਮ ਕਰ ਰਹੇ ਨੇ, ਜਿਹੜਾ ਜਦੋਂ ਆਪਾਂ ਉਹ ਦੇਖਦੇ ਆਂ ਕਿ ਮੂਸੇ ਵਾਲੇ ਦੇ ਘਰੇ ਜਾਂਦੇ ਨੇ ਬਾਅਦ ਦੇ ਵਿੱਚ, ਉੱਥੋਂ ਦੇ ਜੇ ਤੁਸੀਂ ਉਹ ਪਿਕਚਰਸ ਦੇਖੋ ਵੀ ਕਿਸ ਤਰ੍ਹਾਂ ਦੀ ਸਿਕਿਉਰਿਟੀ ਹੁੰਦੀ ਹੈ, ਵੀ ਤੁਸੀਂ ਕਿਸੇ ਦੇ ਅਫਸੋਸ ਤੇ ਕਿਸੇ ਐਦਾਂ ਕੁਝ ਹੋਇਆ ਵੀ ਐਨੀ ਪਬਲਿਕ ਆ ਉੱਥੇ, ਸਾਰਾ ਪੰਜਾਬ ਸਾਰਾ ਇੰਡੀਆ ਤੁਹਾਨੂੰ ਦੇਖ ਰਿਹਾ, ਤੁਸੀਂ ਇਸ ਤਰੀਕੇ ਨਾਲ ਜਾਓਗੇ ਉੱਥੇ? ਜਿਹੜੀਆਂ ਚੀਜ਼ਾਂ ਦੇ ਪਹਿਲਾਂ ਪ੍ਰੋਮਿਸਿਸ ਕੀਤੇ ਸੀਗੇ ਅੱਜ ਉਹੀ ਚੀਜ਼ਾਂ ਇਹਨਾਂ ਨੇ ਉਹਨਾਂ ਤੋਂ ਮੁੱਕਰ ਰਹੇ ਨੇ। ਜੇ ਆਪਾਂ ਫਰੀਦਕੋਟ ਦੀ ਗੱਲ ਕਰੀਏ, ਉੱਥੋਂ ਦਾ ਮੈਂ ਦੱਸ ਸਕਦਾ, ਫਰੀਦਕੋਟ ਦੇ ਨੇੜੇ ਜਿਹੜੇ ਆਲੇ ਦੁਆਲੇ ਕੇ ਇਲਾਕੇ ਹੈਗੇ ਨੇ, ਉੱਥੇ ਇਹਨਾਂ ਨੇ ਡਾਂਗ ਦੇ ਜ਼ੋਰ ਤੇ ਟਰੱਕ ਯੂਨੀਅਨ ਦੀਆਂ ਪ੍ਰਧਾਨਗੀਆਂ ਲਈਆਂ, ਵੀ ਕੰਮ ਉਹੀ ਕਰ ਰਹੇ ਨੇ ਜਿਹੜੇ ਪਹਿਲਾਂ ਵਾਲੇ ਨੇ ਕੀਤੇ ਸੀਗੇ। ਤੇ ਇਹਨਾਂ ਦੀ ਇਮੈਚਿਓਰਿਟੀ, ਪੋਲੀਟੀਕਲ ਇਮੈਚਿਓਰਿਟੀ ਇੰਨੀ ਦੇਖੋ ਵੀ ਚਲੋ ਪਹਿਲੇ ਵਾਲੇ ਕਰਪਸ਼ਨ ਕਰਦੇ ਸੀਗੇ, ਕਰਪਸ਼ਨ ਦਾ ਵੀ ਸਲੀਕਾ ਸੀ, ਇਹਨਾਂ ਨੂੰ ਕਰਪਸ਼ਨ ਦਾ ਵੀ ਸਲੀਕਾ ਹੈ ਨਹੀਂ ਗਾ ਇਸ ਟਾਈਮ ਤੇ। ਹੁਣ ਜਿਹੜੀ ਆਡੀਓ ਲੀਕ ਹੋਈ ਹੈ, ਤੁਸੀਂ ਉਹ ਜੇ ਪੂਰੀ ਸੁਣ ਕੇ ਦੇਖੋ, ਉਹਨਾਂ ਦੀ ਜਿਹੜੇ ਫੌਜਾ ਸਿੰਘ ਸਰਾਰੀ ਨੇ, ਉਹਨਾਂ ਦਾ ਤੁਸੀਂ ਉਹ ਸਾਰਾ ਸੁਣ ਕੇ ਦੇਖੋ, ਉੱਥੋਂ ਇਹ ਚੀਜ਼ਾਂ ਐਕਸਪਲਿਸਿਟਲੀ ਤੁਹਾਡੇ ਸਾਹਮਣੇ ਆਉਂਦੀਆਂ ਵੀ ਇਹਨਾਂ ਨੂੰ ਕਿੰਨੀ ਕੁ ਉਸ ਚੀਜ਼ ਬਾਰੇ ਨੌਲੇਜ ਹੈਗੀ ਹੈ। ਬਾਕੀ ਜਿਵੇਂ ਗੱਲ ਆਪਾਂ ਕਰ ਰਹੇ ਸੀਗੇ, ਐਵੇਂ ਲੱਗਦਾ ਕਿ ਲੁੱਟਣ ਦੀ ਮਨਸ਼ਾ ਦੇ ਨਾਲ ਜਾਂ ਖਾਣ ਦੀ ਮਨਸ਼ਾ ਦੇ ਨਾਲ ਆਏ ਹੋਏ ਨੇ, ਇਸ ਕਰਕੇ ਐਮਐਲਏ ਬਣੇ ਨੇ ਤਾਂ ਕਿ ਅਸੀਂ ਹਾਂਜੀ, ਇੱਕ ਲੁੱਟਣ ਵਾਲੀ ਮਨਸ਼ਾ ਵੀ ਆਪਾਂ ਕਹਿ ਸਕਦੇ ਹਾਂ, ਪਰ ਮੈਨੂੰ ਇਹ ਲੱਗਦਾ ਵੀ ਹਜੇ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਵੀ ਅਸੀਂ ਬਣ ਤਾਂ ਗਏ ਹਾਂ ਤੇ ਅਸੀਂ ਕਰਨਾ ਕੀ ਹੈ। ਵੀ ਸ਼ਾਇਦ ਐਕਸਪੈਕਟਡ ਨਹੀਂ ਸੀ, ਇੱਕ ਵੇਵ ਦੇ ਵਿੱਚ ਬਣ ਕੇ ਆ ਗਏ ਹੈ, ਤੇ ਸੁਪਰੀਮੋ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਜਦੋਂ ਪੰਜਾਬ ਸੀਐਮ ਨੂੰ ਨਹੀਂ ਇੱਕ ਬਰਾਬਰ ਦਾ ਰੁਤਬਾ ਦਿੱਤਾ ਜਾਂਦਾ ਤੇ ਐਮਐਲਏ ਨੂੰ ਤਾਂ ਮਿਲਣਾ ਹੀ ਕੀ ਹੈ। ਜਿਹੜੇ ਉਹ ਕੋਈ 2-4 ਫੇਸਿਸ ਨੇ ਉਹਨਾਂ ਨੂੰ ਅੱਗੇ ਕੀਤਾ ਹੋਇਆ, ਤੇ ਹੋਰ ਕੋਈ ਇੱਥੇ ਡੈਮੋਕ੍ਰੇਸੀ ਨਾਂ ਦੀ ਇਸ ਪਾਰਟੀ ਦੇ ਵਿੱਚ ਚੀਜ਼ ਹੈ ਨੀ ਗੀ। ਤੇ ਜਿਵੇਂ ਆਪਾਂ ਜੇ ਗੱਲ ਕਰਦੇ ਆ ਵੀ ਗੁਜਰਾਤ ਦੇ ਵਿੱਚ ਗਏ ਹੋਏ ਆ ਵੀ ਪੋਲਿਟਿਕਸ ਜ਼ਰੂਰੀ ਹੈ, ਵੀ ਉੱਥੇ ਵੀ ਜਿਵੇਂ ਬਾਈ ਜੀ ਨੇ ਗੱਲ ਕਹੀ, ਕਰਨ ਬਾਈ ਨੇ ਗੱਲ ਕਹੀ, ਵੀ ਉੱਥੇ ਇਹ ਸਭ ਕੁਝ ਕਰਨਾ ਵੀ ਜ਼ਰੂਰੀ ਹੈ। ਮਤਲਬ ਇੱਕ ਪੋਲਿਟਿਕਸ ਆ, ਇਹਦੇ ਆਪਦੇ ਰਿਵਾਜ ਹੈਗੇ ਨੇ, ਚੀਜ਼ਾਂ ਪੂਰੀਆਂ ਕਰਨੀਆਂ ਪੈਣੀਆਂ, ਤੇ ਇਹ ਫਿਰ ਕਿਤੇ ਨਾ ਕਿਤੇ ਗਲਤ ਹੈ ਨਾ। ਪੰਜਾਬ ਨੂੰ ਤਾਂ ਇਹ ਚੀਜ਼ ਮਨਜ਼ੂਰ ਨਹੀਂ ਗੀ, ਕਿਉਂਕਿ ਪੰਜਾਬ ਮੇਰੇ ਹਿਸਾਬ ਨਾਲ ਇੱਕ ਅਲੱਗ ਡਿਸਟਿੰਕਟ ਸਟੇਟ ਆ। ਇੱਥੋਂ ਦੀਆਂ ਰਿਕੁਆਇਰਮੈਂਟਸ, ਇੱਥੋਂ ਦੀਆਂ ਪ੍ਰੋਬਲਮਸ ਬਾਕੀ ਹੋਰ ਸਟੇਟਸ ਨਾਲੋਂ ਬਹੁਤ ਅਲੱਗ ਨੇ। ਇਹੀ ਵਾਅਦੇ ਜਿਹੜੇ ਇਲੈਕਸ਼ਨਸ ਦੀ ਡੇਟ ਤੱਕ ਵੀ ਡਿਸਾਈਡਡ ਨਹੀਂ ਹੈ ਗੁਜਰਾਤ ਦੀ, ਹਜੇ ਪਤਾ ਨਹੀਂ ਨਵੰਬਰ ਚ ਆਉਣਗੇ, ਦਸੰਬਰ ਚ ਆਉਣਗੇ, ਕਦੋਂ ਆਉਣਗੇ। ਪਹਿਲਾਂ ਹੀ ਆਪਣੇ ਪੰਜਾਬ ਦੇ ਸਾਰੇ ਐਮਐਲਏ ਉੱਥੇ ਗਏ ਹੋਏ ਨੇ। ਆਕਾਸ਼, ਮੈਂ ਕਰਨ ਵੱਲ ਵਧਣਾ ਚਾਹਾਂਗੀ। ਕਰਨ, ਤੁਸੀਂ ਇਸ ਚੀਜ਼ ਨੂੰ ਬਲੀਵ ਕਰਦੇ ਹੋ ਕਿ ਤੁਸੀਂ ਕੱਟੜ ਇਮਾਨਦਾਰ ਹੋ? ਤਾਂ ਕੱਟੜ ਇਮਾਨਦਾਰੀ ਚੋਂ ਜਵਾਬ ਦਿਓ ਕਿ ਕੀ ਜਿਹੜਾ ਆਮ ਆਦਮੀ ਪਾਰਟੀ ਦਾ ਕੈਡਰ ਹੈ, ਉਹਨਾਂ ਦੇ ਕੋਲ ਬੋਲਣ ਦਾ ਹੱਕ ਦਿੱਤਾ ਗਿਆ, ਤੁਹਾਨੂੰ ਕੁਝ ਕਹਿਣ ਦਾ ਹੱਕ ਦਿੱਤਾ ਗਿਆ, ਕਿ ਐਮਐਲਏ ਤੁਹਾਡੀ ਸੁਣਦੇ ਨੇ? ਬਿਲਕੁਲ, ਤੁਹਾਡੇ ਗੱਲ ਚ ਵਜਨ ਤੇ ਹੈ ਕਿ ਵੀ ਗਰਾਊਂਡ ਤੇ ਕੈਡਰ ਨੂੰ ਕਿੰਨੀ ਕੁ ਪਾਵਰ ਹੋਣੀ ਚਾਹੀਦੀ ਹੈ, ਜਾਂ ਕਿਸੇ ਵੀ ਪਾਰਟੀ 'ਚ ਕਿੰਨੀ ਕੁ ਹੈਗੀ ਹੈ। ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ। ਵੀ ਸਾਨੂੰ ਅਸੀਂ ਇੱਕ ਨਵੀਂ ਸੋਚ ਲੈ ਕੇ ਚੱਲਦੇ ਪਏ ਸੀਗੇ ਵੀ ਅਸੀਂ ਠੀਕ ਕਰਾਂਗੇ ਸਭ ਕੁਝ, ਹੈ ਨਾ। ਪਹਿਲੇ ਤਾਂ ਇੱਥੋਂ ਸਟਾਰਟ ਹੁੰਦੀ ਹੈ ਚੀਜ਼ ਵੀ ਅਸੀਂ ਠੀਕ ਕਰਾਂਗੇ। ਠੀਕ ਕਰਨ ਲਈ ਸਾਨੂੰ ਉਹੀ ਪ੍ਰੋਸੈਸ ਫੋਲੋ ਕਰਨਾ ਪਏਗਾ ਜਿਹੜਾ ਆਲਰੇਡੀ ਚੱਲ ਰਿਹਾ, ਤੇ ਉਸ ਪ੍ਰੋਸੈਸ ਦੇ ਵਿੱਚ ਇੰਨਾ ਕੁ ਕਹਿ ਲਓ ਰੁਕਾਵਟਾਂ ਨੇ ਕਿ ਇਮਾਨਦਾਰ ਔਰ ਵਧੀਆ ਬੰਦਾ ਉਹ ਸਾਰੇ ਸਿਰ ਖਪਾਈ ਚੋਂ ਜਲਦੀ ਇਰੀਟੇਟ ਹੋ ਕੇ ਬਾਹਰ ਹੋ ਜਾਂਦਾ ਹੈ। ਤੇ ਜਿਹੜੇ ਬੰਦੇ ਜਿੱਦੀ ਹੈ ਉਹੀ ਟਿਕ ਰਹੇ ਨੇ, ਉਹਨਾਂ ਨਾਲ ਲੈ ਕੇ ਕਿਸੇ ਤਰੀਕੇ ਚੱਲਦੇ ਪਏ ਆ। ਮਤਲਬ ਜੇ ਮੋਟਾ ਮੈਂ ਇਹਨੂੰ ਓਵਰਵਿਊ ਚ ਤੁਹਾਡੇ ਸਮਝਾਉਣ ਦੀ ਕੋਸ਼ਿਸ਼ ਕਰਾਂ ਕਿ ਇਹ ਜੋ ਭਾਈ ਦਾ ਵੀ ਸਵਾਲ ਸੀਗਾ ਕਿ ਤੁਸੀਂ ਵੀ ਕਿਹਾ ਕਿ ਜਲਦੀ ਪਤਾ ਨਹੀਂ ਗੁਜਰਾਤ ਚ ਇਲੈਕਸ਼ਨ ਆ ਤੇ ਹੁਣੇ ਚੱਲੇ ਗਏ, ਲੇਕਿਨ ਹੁਣੇ ਲਾਸਟ ਮੰਥ ਹੀ ਗਏ ਆ। ਇੰਨੇ ਮਤਲਬ ਇਹ ਵੀ ਨਹੀਂ ਕਿ ਉੱਥੇ ਕਾਫੀ ਦੇਰ ਤੋਂ ਗਏ ਹੋਏ ਆ। ਹੁਣ 2-4 ਦਿਨ ਪਹਿਲੇ ਹੀ ਜ਼ਿਆਦਾ ਨਿਊਜ਼ ਆਈ ਹੈ, ਤੇ ਕਾਫੀ ਦਿਨ ਤੋਂ ਨਹੀਂ ਹੈਗੇ। ਅਦਰਵਾਈਜ਼ ਵੀ ਕਾਫੀ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿ ਪੋਲੀਟੀਕਲ ਮਜਬੂਰੀਆਂ ਨੇ, ਜਿਹਨਾਂ ਮੈਂ ਮਜਬੂਰੀਆਂ ਦਾ ਨਾਮ ਦੇਵਾਂਗਾ। ਇਮਾਨਦਾਰ ਬੰਦਾ ਲੱਖ ਕੋਸ਼ਿਸ਼ ਕਰ ਲਵੇ, ਇਹ ਪੋਲੀਟਿਕਸ ਉਨੀ ਸਿੱਧੀ ਨਹੀਂ ਹੈਗੀ। ਜੇ ਇਮਾਨਦਾਰੀ
100% ਈਮਾਨਦਾਰੀ ਨਾਲ ਬੰਦਾ ਜੇ ਕਵੇ ਨਾ ਵੀ ਮੈਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਪੋਲਿਟਿਕਸ 'ਚ ਅੱਗੇ ਵੀ ਵਧਣਾ ਹੈ, ਤਾਂ ਉਹ ਪੋਸੀਬਲ ਨਹੀਂ ਹੈਗਾ। ਇਹ ਗੱਲ ਬਿਲਕੁਲ ਕਰਨ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਆਪਣਾ ਸਵਾਲ ਤੁਹਾਨੂੰ ਦੁਬਾਰਾ ਦਿੰਨੀ ਆ। ਤੁਸੀਂ ਕੱਟੜ ਇਮਾਨਦਾਰ ਹੈਗੇ ਆ ਔਰ ਤੁਹਾਨੂੰ ਸਰਕਾਰ ਮਿਲ ਗਈ ਹੈ ਜੀ, ਪੰਜਾਬ ਮਿਲ ਗਿਆ ਤੁਹਾਨੂੰ, 92 ਸੀਟਾਂ ਤੁਹਾਡੀ ਸਰਕਾਰ ਹੈ। ਸਰਕਾਰ ਮੈਡਮ ਬਣ ਜੀ ਕੇ ਤੁਸੀਂ ਮਿਲ ਕੀ ਗਿਆ ਕੰਮ ਇਦਾਂ ਕੀਤਾ? ਸਾਰੇ ਦੱਸੋ ਗੱਲ। ਸਾਰੇ ਇਦਾਂ ਕਹਿੰਦੇ ਆ ਕਿ ਮਿਲ ਗਿਆ ਨਹੀਂ ਹੁੰਦਾ ਮੈਡਮ ਜੀ, ਕੁਝ ਵੀ ਇੱਥੇ ਮਿਲਦਾ ਨਹੀਂ। ਇੱਥੇ ਮਤਲਬ ਲੜਨਾ ਪੈਂਦਾ ਹਰ ਚੀਜ਼, ਠੀਕ ਹੈ, ਇੱਥੇ ਉਤਰਨਾ ਪੈਂਦਾ, ਹਜੇ ਵੀ ਧੱਕੇ ਲੜ ਖਾਣੇ ਰਹੇ ਹੋ, ਪੈਂਦੇ ਤੁਹਾਡੇ ਕੋਲ ਗਰਾਊਂਡ 92 ਤੇ। ਸੀਟਾਂ ਨੇ। ਹਾਂ, ਕਰਨ, ਤੁਹਾਡੇ ਐਮਐਲਏ ਨੇ ਕੀ ਕੰਮ ਹਾਂਜੀ ਕੀਤਾ? ਤੁਸੀਂ ਇਹਦੇ ਤੇ ਆਓ। ਕੀ ਤੁਸੀਂ ਖੁਸ਼ ਹੋ ਉਹਨਾਂ ਦੇ ਕੰਮਾਂ ਦੇ ਨਾਲ? ਮੈਡਮ ਜੀ ਐਮਐਲਏ ਦੇ ਕੋਲ ਫਿਲਹਾਲ, ਤੁਸੀਂ ਹਲੇ ਥੋੜੇ ਦਿਨ ਪਹਿਲੇ ਨਿਊਜ਼ ਸੁਣੀ ਹੋਏਗੀ ਕਿ ਹਾਈਕਮਾਂਡ ਨੇ, ਹਾਈਕਮਾਂਡ ਸ਼ਬਦ ਵੈਸੇ ਬਹੁਤ ਅਜੀਬ ਹੈ ਸਾਡੇ ਵਰਗਿਆਂ ਵਾਸਤੇ, ਖੈਰ ਐਨੀਵੇਜ਼, ਫਿਰ ਵੀ ਉੱਪਰੋਂ ਜੋ ਉਹਨਾਂ ਨੇ ਕਿਹਾ ਵੀ ਐਮਐਲਏ ਦੀ ਸੁਣੋ, ਹਲੇ ਤੱਕ ਇਹੀ ਹੈ ਵੀ ਐਮਐਲਏ ਦੀ ਇੰਨੀ ਜ਼ਿਆਦਾ ਪਾਵਰ ਫਿਲਹਾਲ ਪਾਰਟੀ ਵੱਲ ਜੋ ਭਾਜੀ ਨੇ ਕਿਹਾ ਵੀ ਉਹ ਹੈ ਨਹੀਂ। ਉਹਦਾ ਕਾਰਨ ਵੀ ਇਹੀ ਹੈ ਕਿ ਜੋ ਭਾਜੀ ਆਪੇ ਮੂੰਹ ਕਹਿ ਰਹੇ ਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਕੀ ਕਰਨਾ, ਤੇ ਉਹਨਾਂ ਨੂੰ ਪਾਵਰ ਦੇ ਕੇ ਵੀ ਕੀ ਫਾਇਦਾ। ਸਹੀ ਹੈ, ਜਦੋਂ ਉਹ ਪਾਲਿਸੀਜ਼ ਬਣਾ ਕੇ, ਉਹਨਾਂ ਕੋਲ ਦਿੱਲੀ ਦਾ ਆਪਣਾ ਐਕਸਪੀਰੀਅੰਸ ਹੈਗਾ ਪਾਲਿਸੀਜ਼ ਦੇ ਥਰੂ ਰਿਫਾਰਮ ਕਰਨ। ਠੀਕ ਹੈ, ਹੁਣ ਤੁਸੀਂ ਇੱਕ ਛੋਟੀ ਚੀਜ਼ ਦੇਖੋ, ਕੱਲ ਭਗਵੰਤ ਮਾਨ ਸਾਹਿਬ ਨੇ ਮਜ਼ਦੂਰਾਂ ਵਾਸਤੇ ਉਹ ਅਨਾਉਂਸ ਕੀਤਾ, ਠੀਕ ਹੈ, ਉਹ ਮਜ਼ਦੂਰਾਂ ਦੀ ਪਾਲਿਸੀ ਦਿੱਲੀ 'ਚ ਕੀ ਹੈ ਤੁਹਾਨੂੰ ਮੈਂ ਉਹਦਾ ਮੋਟਾ ਦੱਸਣਾ ਚਾਹਾਂਗਾ ਜ਼ਰੂਰ। ਉਹਨਾਂ ਨੇ ਕੀ ਕੀਤਾ, ਦਿੱਲੀ 'ਚ ਸਾਰੇ ਜਿੰਨੇ ਵੀ ਲੇਬਰ ਸੀਗੇ ਉਹਨਾਂ ਨੂੰ ਰਜਿਸਟਰਡ ਕਰਾਇਆ। ਪਹਿਲੇ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਏਗੀ, ਇੱਥੇ ਕੋਈ ਰਜਿਸਟ੍ਰੇਸ਼ਨ ਹੈ ਨਹੀਂ, ਕਿਸੇ ਤਰ੍ਹਾਂ ਦਾ ਡਾਟਾ ਹੈ ਨਹੀਂ ਆਪਣੇ ਕੋਲ ਵੀ ਕਿੰਨੇ ਮਜ਼ਦੂਰ ਆ, ਉਹ ਰਜਿਸਟ੍ਰੇਸ਼ਨ ਹੋਈ। ਹੁਣ ਉਹ ਜੋ ਦਿੱਲੀ 'ਚ ਤੁਸੀਂ ਦੇਖਿਆ ਹੋਏਗਾ ਕੋਵਿਡ ਦੇ ਟਾਈਮ ਤੇ ਕੇਜਰੀਵਾਲ ਜੀ ਨੇ 5-5 ਹਜ਼ਾਰ ਰੁਪਏ ਉਹਨਾਂ ਦੇ ਅਕਾਊਂਟ 'ਚ ਪਾਏ ਸੀ, ਆਟੋ ਵਾਲਿਆਂ ਦੇ ਵੀ। ਉਹ ਕਿਤੇ ਰਜਿਸਟਰਡ ਹੋਣਗੇ, ਕੋਈ ਡਾਟਾ ਹੋਏਗਾ ਤਾਂ ਉਹਨਾਂ ਲਈ ਕੁਝ ਕੀਤਾ ਜਾ ਸਕੇਗਾ। ਇਦਾਂ ਹਵਾ ਮਤਲਬ ਠੀਕ ਹੈ ਜੀ। ਉਹ ਜੋ ਵੀ ਉਹ ਕਰਨ, ਤੁਸੀਂ ਇਨਕਮ ਏਦਾਂ ਟੈਕਸ ਦਾ ਕੋਈ ਕੰਮ ਕਮਿਸ਼ਨਰ ਰਹੇ ਭਗਵੰਤ ਆ ਮਾਨ ਜੀ ਦਾ ਕੇਜਰੀਵਾਲ ਗਿਣਾ ਜੀ। ਸਕਦੇ ਹੋ? ਮੈਂ ਮੰਨ ਗਈ ਜੀ। ਕੋਈ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਦਾ ਕੰਮ ਕੋਈ ਐਵੇਂ ਦਾ ਗਿਣਾ ਸਕਦੇ ਹੋ ਜਿੱਦਾਂ ਤੁਸੀਂ ਬਹੁਤ ਇੱਕ ਤੁਹਾਡਾ ਮੋਹ ਹੈ ਅਰਵਿੰਦ ਕੇਜਰੀਵਾਲ ਜੀ ਦੇ ਨਾਲ, ਤੁਸੀਂ ਇੰਪ੍ਰੈਸਡ ਆ? ਕੋਈ ਭਗਵੰਤ ਮਾਨ ਜੀ ਦਾ ਕੰਮ? ਭਗਵੰਤ ਮਾਨ ਜੀ ਦਾ ਸੱਚ ਕੋਈ ਬੰਦਾ ਕਦੀ ਵੀ ਦੇਖੋ, ਹਰ ਬੰਦੇ ਦੀ ਆਪਣੀ ਇੱਕ ਕਾਬਲੀਅਤ ਹੁੰਦੀ ਹੈ, ਉਸ ਹਿਸਾਬ ਨਾਲ ਹੀ ਕੰਮ ਕਰਦੇ ਆ। ਜੋ ਮੈਂ ਭਗਵੰਤ ਮਾਨ ਜੀ ਨੂੰ ਸਮਝਦਾ ਵਾਂ ਆਪਣੇ ਨਜ਼ਰ 'ਚ, ਉਹ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਵਾਸਤੇ ਇੱਕ ਬਹੁਤ ਹੀ ਪਾਵਰਫੁਲ ਲੀਡਰ ਬਣੇ ਆ ਨਵੇਂ। ਕੇਜਰੀਵਾਲ ਤੋਂ ਬਾਅਦ ਅਗਰ ਜੇ ਆਪਾਂ ਛੋਟੇ ਟਾਈਮ ਦੇ ਵਿੱਚ ਦੇਖੀਏ ਕਿ ਸੈਕਿੰਡ ਨੰਬਰ ਤੇ ਉਹ ਆਪ ਪਹੁੰਚ ਗਏ ਇੰਨੇ ਘੱਟ ਟਾਈਮ 'ਚ। ਉਹਦਾ ਕਾਰਨ ਹੈ ਕਿ ਉਹ ਪਬਲਿਕ ਕਨੈਕਸ਼ਨ ਦੇ ਵਿੱਚ ਬਹੁਤ ਵਧੀਆ ਵਾ। ਹੁਣ ਕਿਉਂਕਿ ਹੁੰਦਾ ਕੀ ਹੈ, ਪਾਲਿਸੀਜ਼ ਇੱਕ ਤਰਫ ਹੈ, ਪਬਲਿਕ ਕਨੈਕਸ਼ਨ ਇੱਕ ਤਰਫ। ਉਹ ਪਬਲਿਕ ਕਨੈਕਸ਼ਨ 'ਚ ਉਹ ਬਹੁਤ ਜ਼ਬਰਦਸਤ ਤਰੀਕੇ ਨਾਲ ਕੰਮ ਕਰਦੇ ਆ ਪੰਜਾਬ 'ਚ। ਨੀਅਤ ਚੰਗੀ ਹੈ, ਸਭ ਕੁਝ ਵਧੀਆ, ਪਾਲਿਸੀਜ਼ ਦਾ ਐਕਸਪੀਰੀਅੰਸ ਉਹਨਾਂ ਨੂੰ ਪਿੱਛੋਂ ਬੈਕਅਪ ਮਿਲ ਰਿਹਾ। ਉਹ ਪਬਲਿਕ ਨੂੰ ਉਸ ਹਿਸਾਬ ਨਾਲ ਆਪਣੇ ਨਾਲ ਲੈ ਕੇ ਚੱਲਣ ਲਈ ਜੋ ਕੰਮ ਕਰ ਰਹੇ ਉਹ ਮੈਂ ਮਾਨਵ ਕੋ ਜਾਣਾ ਚਾਹੁੰਦੀ ਹਾਂ। ਮਾਨਵ, ਤੁਸੀਂ ਕੀ ਸੋਚਦੇ ਹੋ? ਦਿੱਲੀ ਤੋਂ ਕਨੈਕਸ਼ਨ ਮਿਲ ਰਿਹਾ, ਦਿੱਲੀ ਤੋਂ ਸਪੋਰਟ ਆ ਰਹੀ ਹੈ, ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੀ ਬਾਰੇ ਕੀ ਸੋਚਦੇ ਹੋ? ਆਮ ਆਦਮੀ ਪਾਰਟੀ, ਆਮ ਆਦਮੀ ਦੇ ਨਾਮ ਤੇ ਝਾੜੂ ਹੁੰਜਾ ਫਿਰ ਜਿੱਤ ਲੈ ਕੇ ਆਏ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਟਾਇਰ ਕੱਸਿਆ, ਤੰਜ ਕੱਸਿਆ ਰਾਜਨੀਤਿਕ ਲੋਕਾਂ ਦੇ ਉੱਤੇ, ਉਹਨਾਂ ਦੀ ਕਾਰਜਕਾਰੀ ਐਜ਼ ਅ ਮੁੱਖ ਮੰਤਰੀ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ ਕਿ ਐਜ਼ ਅ ਨੌਜਵਾਨ ਸਾਡੇ ਪੰਜਾਬ ਦੇ ਕੀ ਸੋਚਦੇ ਨੇ? ਸਾਨੂੰ ਤਾਂ ਇਹੀ ਲੱਗਦਾ ਕਿ ਜੋ ਪੰਜਾਬ ਦੇ ਹਲਕਿਆਂ ਦੇ ਵਿੱਚ, ਧਰਨੇ ਵਾਲੇ ਹਲਕੇ, ਜਥੇਬੰਦੀਆਂ ਵਾਲੇ ਹਲਕੇ ਦੇ ਵਿੱਚ ਗੱਲ ਚੱਲਦੀ ਆ ਵੀ ਪਹਿਲਾਂ ਧਰਨੇ ਪਟਿਆਲੇ ਲੱਗਦੇ ਸੀਗੇ ਤੇ ਹੁਣ ਸੰਗਰੂਰ ਲੱਗਦੇ ਆ। ਕਾਰਗੁਜ਼ਾਰੀ ਤੁਸੀਂ ਇਸ ਗੱਲ ਤੋਂ ਦੇਖ ਲਓ ਜੀ ਕਿ ਪਿਛਲੇ 7 ਮਹੀਨੇ ਹੋਏ ਆ ਸਰਕਾਰ ਬਣੀ ਨੂੰ, ਔਰ 7 ਮਹੀਨਿਆਂ ਦੇ ਵਿੱਚ 7 ਵੱਡੇ ਧਰਨੇ ਲੱਗੇ ਨੇ ਪੰਜਾਬ ਦੇ ਅੰਦਰ, ਤੇ ਉਹਨਾਂ 7 ਦੇ ਵਿੱਚੋਂ 6 ਦੇ ਉੱਤੇ ਡਾਂਗਾਂ ਚੱਲੀਆਂ ਨੇ। ਇਹ ਕਾਰਗੁਜ਼ਾਰੀ ਹੈ। ਜੇ ਇਹ ਨੁਕਤਾ ਆ ਰਿਹਾ ਹੈ ਕਿ ਹਜੇ ਨਵੇਂ ਨੇ, ਹਜੇ ਜੇ ਨਵੇਂ ਨੇ, ਜਾਂ ਤਾਂ ਤੁਸੀਂ ਦੱਸੋ ਵੀ ਤੁਹਾਡੀ ਕੋਈ ਗੱਲ ਨਹੀਂ ਸੁਣ ਰਿਹਾ, ਕੀ IAS ਅਫਸਰ ਨਹੀਂ ਸੁਣ ਰਹੇ, ਕੀ ਬਿਊਰੋਕ੍ਰੇਸੀ ਅਫਸਰਸ਼ਾਹੀ ਨਹੀਂ ਸੁਣ ਰਹੀ? ਤੁਹਾਡੇ ਕੋਲੇ ਪਾਵਰ ਆ, ਤੁਸੀਂ ਕੁਝ ਵੀ ਕਰ ਸਕਦੇ ਹੋ। ਜੇ 4 ਮਹੀਨੇ 4.5 ਸਾਲ ਦੇ 4.5 ਸਾਲ ਬਾਅਦ ਵੀ ਜਾ ਕੇ ਤੁਸੀਂ ਇਹੀ ਰਿਪੋਰਟ ਕਾਰਡ ਦਿਓਗੇ ਵੀ ਸਾਡੀ ਤਾਂ ਕਿਸੇ ਨੇ ਸੁਣੀ ਨਹੀਂ, ਫਿਰ ਤੁਹਾਨੂੰ 92 ਸੀਟਾਂ ਜਿਤਾਉਣ ਦਾ ਫਾਇਦਾ ਕੀ? ਜੇ ਤੁਹਾਨੂੰ ਕੋਈ ਉੱਪਰੋਂ ਕੰਟਰੋਲ ਕਰਦਾ, ਜਾਂ ਆਪਾਂ ਕਹੀਏ ਵੀ ਭਗਵੰਤ ਮਾਨ ਨਵੇਂ ਜਿੱਤੇ ਨੇ, ਨਵੇਂ ਉੱਭਰੇ ਲੀਡਰ ਨੇ, ਕੇਜਰੀਵਾਲ ਪੁਰਾਣੇ ਆ, ਵੀ ਉਹ ਪਾਲਿਸੀਆਂ ਦੇ ਬਾਰੇ ਨਹੀਂ ਪਤਾ ਹੁੰਦਾ। ਪਾਲਿਸੀ ਬਣਾਉਣ ਦਾ, ਪਾਲਿਸੀ ਇੱਕ ਬੰਦੇ ਨੇ ਨਹੀਂ ਬਣਾਉਣੀ ਹੁੰਦੀ, ਭਗਵੰਤ ਮਾਨ ਨੇ ਪਾਲਿਸੀਆਂ ਨਹੀਂ ਬਣਾਉਣੀਆਂ। ਉਹ ਪਾਲਿਸੀ ਬਣਾਉਣ ਵਾਸਤੇ ਬਕਾਇਦਾ ਇਹਨਾਂ ਕੋਲ ਟੀਮਾਂ ਹੁੰਦੀਆਂ ਨੇ, ਹਰੇਕ ਪਾਰਟੀ ਟੀਮਾਂ ਰੱਖਦੀ ਆ, ਔਰ ਪਾਲਿਸੀਆਂ ਦੇ ਮੁਤਾਬਕ ਉਹਨਾਂ ਨੇ, ਪਾਲਿਸੀਆਂ ਕੀ ਹੁੰਦੀਆਂ, ਜਿਹੜਾ ਤੁਹਾਡਾ ਪਾਰਟੀ ਦਾ ਐਲਾਨਨਾਮਾ ਸੀ ਚੋਣਾਂ ਤੋਂ ਪਹਿਲਾਂ ਜੋ ਤੁਸੀਂ ਵਾਅਦੇ ਕੀਤੇ ਸੀ, ਉਹਨੂੰ ਕਿਵੇਂ ਲਾਗੂ ਕਰਨਾ, ਉਹਦੇ ਲਈ ਤੁਹਾਡੇ ਟੀਮਾਂ ਨੇ। ਹੁਣ ਜਾਂ ਤਾਂ ਤੁਹਾਡੀਆਂ ਟੀਮਾਂ ਨਹੀਂ ਹੈ ਕਿ ਕੇਜਰੀਵਾਲ ਨੂੰ ਦਖਲ ਦੇਣਾ ਪੈਂਦਾ ਆ, ਤੇ ਜਾਂ ਫਿਰ ਮਤਲਬ ਕੀ ਹੈ ਵੀ ਤੁਸੀਂ ਬਿਲਕੁਲ ਉਹੀ ਗੱਲ ਆ ਵੀ ਪਾਰਟੀ ਤੇ ਤੁਹਾਡੇ ਅੰਦਰ ਜਮਹੂਰੀਅਤ ਨਹੀਂ ਹੈ। ਤੇ ਜਿਵੇਂ ਕੇਜਰੀਵਾਲ ਦੇ ਅੰਡਰ ਭਗਵੰਤ ਮਾਨ ਹੈ ਤੇ ਭਗਵੰਤ ਮਾਨ ਦੇ ਅੰਡਰ ਫਿਰ ਸਾਰੇ ਵਿਧਾਇਕ ਨੇ, ਕਿਸੇ ਨੂੰ ਬੋਲਣ ਦਾ ਹੱਕ ਨਹੀਂ, ਜੋ ਉੱਪਰੋਂ ਹੁਕਮ ਆਊਗਾ ਉਹ ਹੈ। ਮਤਲਬ ਜਾਂ ਤਾਂ ਇਹ ਮੰਨਣਾ ਚਾਹੀਦਾ ਵੀ ਸਾਨੂੰ, ਫਿਰ ਦੂਸਰੀ ਗੱਲ ਹੈ ਵੀ ਜੇ ਕੋਈ ਤੁਹਾਡੀ ਪਾਲਿਸੀ ਤੁਸੀਂ ਬਣਾਈ ਹੈ, ਜੋ ਹਜੇ ਤੱਕ ਕੋਈ ਬਣਾਈ ਨਹੀਂ, ਕੋਈ ਦਿਸ ਨਹੀਂ ਰਹੀ। ਇਹਨਾਂ ਨੇ ਗੱਲ ਕੀਤੀ ਹੈ
ਮਜ਼ਦੂਰਾਂ ਦੀ ਦਿੱਲੀ ਦੇ ਵਿੱਚ ਤੁਹਾਨੂੰ ਮੈਂ ਦੱਸ ਦਿਆਂ, ਦਿੱਲੀ ਦੇ ਵਿੱਚ ਇਸ ਟਾਈਮ 25,000 ਆਂਗਣਵਾੜੀ ਮੁਲਾਜ਼ਮਾਂ ਨੂੰ ਰਿਪਰੈਜ਼ੈਂਟ ਕਰਨ ਵਾਲੀਆਂ ਜਿਹੜੀਆਂ ਧਿਰਾਂ ਨੇ ਉਹ ਉੱਥੇ ਹੜਤਾਲ ਤੇ ਬੈਠੀਆਂ ਨੇ 2 ਰੋਜ਼ਾ। ਕੱਲ ਦੀ ਹੜਤਾਲ ਸੀ ਤੇ ਅੱਜ ਦੀ ਹੜਤਾਲ ਆ। ਉਹਨਾਂ ਦੀ ਮੰਗ ਛੋਟੀ ਜੀ ਹੈ ਕਿ ਸਾਨੂੰ ਠੇਕੇ ਵਾਲੇ ਵਰਕਰਾਂ ਨੂੰ ਰੈਗੂਲਰਾਈਜ਼ ਕੀਤਾ ਜਾਵੇ। ਮਤਲਬ ਭਗਵੰਤ ਮਾਨ ਨੇ ਕੀ ਕੁਛ ਕੀਤਾ ਇਹ? ਜਾਂ ਲੱਖਾਂ ਮਜ਼ਦੂਰ ਇੱਥੇ ਕਿੰਨੇ ਬੈਠੇ ਨੇ, ਨੌਜਵਾਨ ਸਾਡੇ ਮੁੰਡੇ ਕੁੜੀਆਂ ਕੰਮ ਕਰ ਰਹੇ, ਕਿਸੇ ਨੂੰ ਪੱਕੇ ਕਰਨ ਦੀ ਕੋਈ ਗੱਲ ਹੋਈ ਹੋਵੇ? ਹੋਰ ਛੱਡੋ, ਲਾਸਟ ਸੈਂਸਸ ਪੰਜਾਬ ਦਾ ਬੇਰੁਜ਼ਗਾਰਾਂ ਬਾਰੇ 1997 ਦੇ ਵਿੱਚ ਹੋਇਆ ਸੀ, ਜਿਹਦੇ ਵਿੱਚ ਆਇਆ ਸੀ ਵੀ 14 ਲੱਖ ਬੇਰੁਜ਼ਗਾਰ ਪੰਜਾਬ ਦੇ ਵਿੱਚ ਹੈ। 25 ਸਾਲ ਹੋ ਗਏ ਆ। ਮਤਲਬ ਜੇ ਆਮ ਆਦਮੀ ਪਾਰਟੀ ਸੰਜੀਦਾ ਤਾਂ ਇਹਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਨਿੱਜੀਕਰਨ ਖਤਮ ਕਰਕੇ ਸਰਕਾਰੀ ਸਿੱਖਿਆ ਨੂੰ ਉੱਪਰ ਚੱਕਣਾ ਚਾਹੀਦਾ। ਰੁਜ਼ਗਾਰ ਦੇ ਖੇਤਰ 'ਚ ਨਵੇਂ ਸਿਰੇ ਤੋਂ ਕਮੇਟੀ ਬਿਠਾ ਕੇ ਜਲਦੀ ਤੋਂ ਜਲਦੀ ਮਹੀਨੇ 2 ਮਹੀਨੇ ਦੇ ਅੰਦਰ ਜਿਹੜਾ ਹੈ ਸਾਰੇ ਬੇਰੁਜ਼ਗਾਰਾਂ ਦਾ ਡਾਟਾ ਇਕੱਠਾ ਕਰਕੇ ਬੇਰੁਜ਼ਗਾਰੀ ਭੱਤਾ ਜਾਂ ਪੱਕਾ ਰੁਜ਼ਗਾਰ, ਇਹ ਠੋਸ ਮੁੱਦੇ ਆ। ਕੱਲ ਨੂੰ ਤੁਸੀਂ ਇਹ ਨਾ ਆਖੋ ਵੀ ਸਾਡੇ ਲੋਕਾਂ ਨੇ ਤੁਹਾਨੂੰ ਜਿਤਾਤਾ। ਭਰੋਸਾ ਕੇਜਰੀਵਾਲ ਕਰਕੇ ਨਹੀਂ ਜਿਤਾਇਆ ਆਮ ਆਦਮੀ ਨੂੰ, ਭਗਵੰਤ ਮਾਨ ਨੂੰ ਜਿਤਾਇਆ। ਭਗਵੰਤ ਮਾਨ ਤੇ ਭਰੋਸਾ ਸੀ। ਜੇ 4.5 ਸਾਲ ਵਿੱਚ ਤੁਸੀਂ ਇਹੀ ਕਹਿਣਾ ਵੀ ਸਾਨੂੰ ਤਾਂ ਕਰਨ ਨਹੀਂ ਦਿੱਤਾ, ਸਾਡੇ ਹੱਥ ਬੰਨ ਕੇ ਰੱਖੇ, ਤਾਂ ਤੁਸੀਂ ਹੁਣੀ ਦੱਸੋ ਲੋਕਾਂ ਨੂੰ ਵੀ ਤੁਹਾਡੇ ਹੱਥ ਬੰਨੇ ਕਿਹਨੇ ਆ, ਤੇ ਜਿਨ੍ਹਾਂ ਨੇ ਤੁਹਾਨੂੰ ਇੰਨਾ ਭਰੋਸਾ ਕਰਕੇ ਜਿਤਾਇਆ ਤੁਹਾਡੇ ਹੱਥ ਵੀ ਖਲਵਾਉਣਗੇ ਉਹ। ਪਰ ਜੇ ਕਰਨੀ ਹੀ ਤੁਸੀਂ ਇਸ ਤਰ੍ਹਾਂ ਦੀ ਗੱਲ ਹੈ ਬੇਈਮਾਨੀ, ਫਿਰ ਇਹਦਾ ਕੋਈ ਹੱਲ ਨਹੀਂ। ਫਿਰ ਲੋਕਾਂ ਨੇ ਜਿਵੇਂ ਦੂਜੀਆਂ ਪਾਰਟੀਆਂ ਨੂੰ ਵੇਖਿਆ ਤੁਹਾਨੂੰ ਵੀ ਵੇਖਣਗੇ। ਆਕਾਸ਼ ਕੀ ਕਹਿਣਾ ਚਾਹੋਗੇ? ਜਿਵੇਂ ਬਾਈ ਨੇ ਹੁਣ ਗੱਲ ਕਹੀ ਵੀ ਹੱਥ ਬੰਨੇ ਹੋਏ ਆ, ਇਹ ਪੰਜਾਬ 'ਚ LG ਹੈ ਨਹੀਂਗਾ। ਨਹੀਂ ਤਾਂ ਜੇ ਪੰਜਾਬ ਦਾ LG ਹੁੰਦਾ ਤੇ ਸ਼ਾਇਦ ਉਹਦੇ ਤੇ ਇਲਜ਼ਾਮ ਲੱਗ ਜਾਣਾ ਸੀਗਾ ਵੀ ਹੱਥ ਉਹਨੇ ਬੰਨੇ ਹੋਏ ਆ ਤੇ ਅਸੀਂ ਹੁਣੇ ਕੰਮ ਨਹੀਂ ਕਰ ਪਾ ਰਹੇ। ਪਰ ਓਵਰਆਲ ਗੱਲ ਮੈਨੂੰ ਆਹੀ ਲੱਗਦੀ ਹੈ ਵੀ ਜਿਹੜੀਆਂ ਪ੍ਰੋਮਿਸਿਸ ਕੀਤੀਆਂ ਉਹ ਇੰਪਲੀਮੈਂਟ ਕਰ ਨਹੀਂ ਪਾ ਰਹੇਗੇ। ਇਹਨਾਂ ਦਾ ਇੱਕ ਜਿਹੜਾ ਲੌਂਗ ਟਰਮ, ਭਗਵੰਤ ਮਾਨ ਜੀ ਨੂੰ ਆਕਾਸ਼ ਤੁਸੀਂ ਵੇਖਦੇ ਆ ਰਹੇ ਹੋਣੇ, ਤੁਸੀਂ ਵੇਖੇ ਹੋਣੇ ਉਹਨਾਂ ਦੀਆਂ ਪੁਰਾਣੀਆਂ ਕਾਮੇਡੀ ਮੂਵੀਜ਼ ਐਂਡ ਸੀਰੀਜ਼। ਬਿਲਕੁਲ ਕਿਵੇਂ ਉਹ ਪੰਜਾਬ ਦੀ ਧਰਾਤਲ ਨੂੰ ਸਮਝਦੇ ਨੇ, ਰਗ ਰਗ ਤੋਂ ਵਾਕਿਫ ਨੇ। ਫਿਰ ਏਦਾਂ ਦਾ ਕੀ ਹੋ ਗਿਆ ਕਿ ਭਗਵੰਤ ਮਾਨ ਜੀ ਉਹ ਪਰਫਾਰਮੈਂਸ ਜਿਹੜੀ ਐਜ਼ ਏ ਮੁੱਖ ਮੰਤਰੀ ਕਰਕੇ ਦਿਖਾ ਨਹੀਂ ਪਾ ਰਹੇ? ਇਹਦਾ ਰੀਜ਼ਨ ਮੈਮ ਜੋ ਮੈਂ ਸਮਝਦਾ ਇੱਕੋ ਆ, ਪੋਲੀਟੀਕਲ ਮਜਬੂਰੀਆਂ। ਜੇ ਆਪਾਂ ਦੇਖੀਏ ਜਦੋਂ ਭਗਵੰਤ ਮਾਨ ਜੀ ਨੂੰ CM ਕੈਂਡੀਡੇਟ ਡਿਕਲੇਅਰ ਕੀਤਾ ਗਿਆ ਸੀਗਾ, ਉਹ ਵੀ ਅੰਡਰ ਪ੍ਰੈਸ਼ਰ ਫਰੋਮ ਪਬਲਿਕ ਕੀਤਾ ਗਿਆ ਸੀ, ਕਿਉਂਕਿ ਉਹ ਇੱਕ ਫੇਵਰੇਟ ਚਿਹਰਾ ਬਣ ਚੁੱਕਿਆ ਸੀਗਾ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੂੰ CM ਕੈਂਡੀਡੇਟ ਡਿਕਲੇਅਰ ਕਰਕੇ ਤੇ ਉਹਨਾਂ ਦੇ ਮੂੰਹ ਨੂੰ ਵੋਟਾਂ ਪਈਆਂ ਨੇ, ਉਹ ਜਿੱਤੇ ਨੇ, ਉਹਨਾਂ ਦੇ ਸਾਰੇ MLA ਨੇ, ਪਰ ਉਹ ਕੰਮ ਨਹੀਂ ਕਰ ਪਾ ਰਹੇ ਕਿਉਂਕਿ ਉਹਨਾਂ ਨੂੰ ਮੈਨੂੰ ਲੱਗਦਾ ਜਿਹੜੇ ਇਸ਼ਤਿਹਾਰ ਵੀ ਨੇ ਸ਼ਾਇਦ ਇਹ ਵੀ ਆਰਡਰ ਉੱਪਰੋਂ ਸੁਪਰੀਮੋ ਤੋਂ ਆਉਂਦੇ ਹੋਣਗੇ ਵੀ ਜਿਹੜਾ 400 ਕਰੋੜ ਇਹਨਾਂ ਨੇ ਇਸ਼ਤਿਹਾਰਾਂ ਤੇ ਹੁਣ ਤੱਕ ਲਾਤਾ, ਨਹੀਂ ਤਾਂ ਮੈਨੂੰ ਇਹਦੀ ਕੋਈ ਸੈਂਸ ਨਹੀਂ ਲੱਗਦੀ। ਬਾਕੀ ਤੁਸੀਂ ਪੰਜਾਬ ਨੂੰ ਛੱਡ ਕੇ ਜਦੋਂ ਆਪਣੀ ਪੋਲੀਟੀਕਲ ਪਾਰਟੀ ਦੀਆਂ ਮਜਬੂਰੀਆਂ ਕਰਕੇ ਤੁਸੀਂ ਦੂਜੀਆਂ ਥਾਵਾਂ ਤੇ ਜਾ ਕੇ ਉੱਥੇ ਲੋਕਾਂ ਨਾਲ ਗੱਲਾਂ ਕਰਨੀਆਂ, ਪਹਿਲਾਂ ਇੱਥੋਂ ਵਾਲਾ ਤਾਂ ਸੁਧਾਰ ਲਓ, ਉਸ ਤੋਂ ਬਾਅਦ ਤੁਸੀਂ ਉੱਥੇ ਜਾ ਸਕਦੇ ਹੋ। ਜੋ ਇੱਕ ਲੌਂਗ ਟਰਮ ਟੀਚਾ ਮੈਨੂੰ ਇਹਨਾਂ ਦਾ ਲੱਗਦਾ ਇਹੀ ਹੈ, ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਹੀ ਸੀਗੀ ਵੀ ਹੁਣ ਪੰਜਾਬ 'ਚ ਸਟੈਬਲਿਸ਼ ਹੋ ਗਏ, ਹਰੇਕ ਥਾਂ ਤੇ ਸਟੈਬਲਿਸ਼ ਹੋ ਕੇ ਕੱਲ ਨੂੰ ਸ਼ਾਇਦ ਇੱਕ ਇਹਨਾਂ ਦਾ ਟੀਚਾ ਤਾਂ ਐਕਸਪਲਿਸਿਟਲੀ ਉਹ ਵੀ ਕਹਿੰਦੇ ਨੇ ਵੀ ਮੋਦੀ ਨੂੰ ਕਾਊਂਟਰ ਕਰਨਾ, ਹਨਾ। ਜਿਵੇਂ ਕਰਨ ਬਾਈ ਨੇ ਵੀ ਗੱਲ ਕਹੀ ਵੀ ਮੋਦੀ ਨੂੰ ਕਾਊਂਟਰ ਕਰਨਾ, ਪਰ ਗੱਲ ਪੰਜਾਬ ਦੇ ਵਿੱਚ ਮੋਦੀ ਨੂੰ ਕਾਊਂਟਰ ਕਰਨ ਦੀ ਨਹੀਂ ਗੀ। ਮੋਦੀ ਦਾ ਤਾਂ ਸ਼ਾਇਦ ਇਸ ਟਾਈਮ ਤੇ ਹਜੇ ਉਹਨਾਂ ਦਾ ਕੋਈ ਅਸਤਿਤਵ ਬਹੁਤ ਜ਼ਿਆਦਾ ਦਿਖਦਾ ਨਹੀਂਗਾ BJP ਕਾਡਰ ਦਾ ਪੰਜਾਬ ਦੇ ਵਿੱਚ। ਤੁਸੀਂ ਉਹਨਾਂ ਨੂੰ ਕਾਊਂਟਰ ਕਰਨ ਦਾ ਤੁਸੀਂ ਮੋਟਿਵ ਉਹ ਚੀਜ਼ ਲਈ ਹੋਈ ਹੈ, ਜੰਪਿੰਗ ਦੀ ਗਨ ਵਾਲੀ ਗੱਲ ਆ। ਤੁਸੀਂ ਉਹਨਾਂ ਨੂੰ ਨੈਸ਼ਨਲ ਲੈਵਲ ਤੇ ਕਾਊਂਟਰ ਕਰਨਾ ਚਾਹ ਰਹੇ ਹੋ, ਤੁਸੀਂ ਸਟੇਟਾਂ ਦੇ ਵਿੱਚ ਆਪਣੀਆਂ ਸਰਕਾਰਾਂ ਬਣਾ ਰਹੇ ਹੋ, ਸਪੋਰਟ ਲੈ ਰਹੇ ਹੋ ਲੋਕਾਂ ਤੋਂ, ਪਰ ਉੱਥੇ ਜਿੱਤਣ ਤੋਂ ਬਾਅਦ ਤੁਸੀਂ ਉੱਥੋਂ ਨੂੰ ਭੁੱਲ ਜਾਂਦੇ ਹੋ। ਫਿਰ ਤੁਸੀਂ ਅਗਲੀ ਸਟੇਟ 'ਚ ਜਾਂਦੇ ਹੋ, ਜਿਹੜੇ ਜੁਮਲੇ ਤੁਸੀਂ ਪਹਿਲਾਂ ਛੱਡੇ ਹੁੰਦੇ ਆ ਉਹੀ ਉੱਥੇ ਦੂਜੀ ਸਟੇਟ 'ਚ ਜਾ ਕੇ ਛੱਡਦੇ ਹੋ। ਜਿਹੋ ਜੇ ਇੱਥੇ ਪੂਰੇ ਹੋ ਗਏ ਉਹੋ ਜੇ ਉੱਥੇ ਪੂਰੇ ਕਰ ਦੇਣਗੇ। ਤੇ ਉਹ ਮੇਰੇ ਹਿਸਾਬ ਨਾਲ ਪੋਲੀਟੀਕਲ ਮਜਬੂਰੀਆਂ ਹੀ ਨੇ। ਹੁਣ ਉਹ CM ਬਣ ਗਏ, ਉਹਨਾਂ ਦੀ ਭਾਸ਼ਾ ਉਹੀ ਹੋ ਗਈ ਹੈ ਜਿਹੜੀ ਪਹਿਲਾਂ ਹੁੰਦੀ ਸੀ। ਹੁਣ ਉਹ ਹਰੇਕ ਥਾਂ ਤੇ ਜਾ ਕੇ ਗੱਲ ਕਹਿੰਦੇ ਨੇ ਜੀ ਜੋ ਲੋਕਾਂ ਨੇ ਪਹਿਲਾਂ ਜੋ ਪਹਿਲਾਂ ਕਰਕੇ ਗਏ ਆ ਉਹ ਸਫਾਈ ਕਰ ਰਹੇ ਆ। ਕਿਹੜੀ ਚੀਜ਼ ਦੀ ਸਫਾਈ ਕਰ ਰਹੇ ਹੋ? ਤੁਹਾਡੇ ਕੋਲੇ ਪਾਵਰ ਆ, ਤੁਹਾਡੇ ਕੋਲੇ MLA ਆ, ਤੁਸੀਂ ਕੋਲੀਸ਼ਨ 'ਚ ਨਹੀਂ ਗਏ। ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਤੁਸੀਂ ਉਹ ਕਰਾ ਸਕਦੇ ਹੋ, ਹਰੇਕ ਚੀਜ਼ ਤੁਸੀਂ ਇੰਪਲੀਮੈਂਟ ਕਰਾ ਸਕਦੇ ਹੋ, ਪਰ ਇਹ ਸ਼ਾਇਦ ਵੀ ਉਹ ਪੋਲੀਟੀਕਲ ਮਜਬੂਰੀਆਂ ਨੇ ਆ ਸ਼ਾਇਦ। ਕਰਨ ਮੈਂ ਤੁਹਾਡੇ ਕੋਲੋਂ ਨਾ 1 ਮਿੰਟ 'ਚ ਮੈਂ ਚਾਹਾਂਗੀ ਤੁਸੀਂ ਇਹਨੂੰ ਖਤਮ ਕਰਨਾ, ਕਿਉਂਕਿ ਆਪਾਂ ਫਿਰ ਆਖਰੀ ਸੈਗਮੈਂਟ ਵੱਲ ਵਧਣਾ। ਤੁਹਾਡੀ ਪਾਰਟੀ ਦੇ ਵਿੱਚ ਜਿਹੜੇ MLA ਨੇ ਉਹ ਕਾਂਗਰਸ ਦੇ ਵਿੱਚੋਂ ਆਏ ਹੋਏ ਨੇ, BJP ਦੇ ਵਿੱਚੋਂ ਆਏ ਹੋਏ ਨੇ, ਅਕਾਲੀ ਦਲ ਵਿੱਚੋਂ ਆਏ ਹੋਏ ਨੇ। ਤੁਹਾਨੂੰ ਲੱਗਦਾ ਹੈ ਕਿ ਉਹ ਆਮ ਆਦਮੀ ਪਾਰਟੀ ਜਾ ਕੇ ਕੱਟੜ ਇਮਾਨਦਾਰ ਹੋ ਔਰ ਆਮ ਆਦਮੀ ਪਾਰਟੀ ਵਾਲੀ ਤਬੀਅਤ ਦੇ ਵਿੱਚ ਰਚ ਚੁੱਕੇ ਨੇ ਪ੍ਰੋਪਰਲੀ? ਬਿਲਕੁਲ, ਤੁਹਾਡਾ ਸਵਾਲ ਬਿਲਕੁਲ ਵਾਜਿਬ ਹੈ। ਮੈਂ ਨਾ ਇਹੀ ਸੋਚ ਰਿਹਾ ਸੀ ਬੈਠਾ ਕਿ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ, ਆਪਾਂ ਸਾਰਾ ਕੁਝ ਡਿਸਕਸ ਕਰ ਰਹੇ ਹਾਂ, ਬਹੁਤ ਵਧੀਆ ਲੱਗ ਰਿਹਾ, ਮਤਲਬ ਮਾਹੌਲ ਇਦਾਂ। ਇਹਦੇ 'ਚ ਕੀ ਹੈ ਪੋਲੀਟੀਕਲ ਐਵੋਲਿਊਸ਼ਨ, ਜਦੋਂ ਇਹਨੂੰ ਮੈਂ ਐਵੋਲਿਊਸ਼ਨ ਦੇ ਤੌਰ ਤੇ ਦੇਖਦਾ ਕਿ ਕੋਈ ਵੀ ਚੀਜ਼ ਜਦੋਂ ਇਵੋਲਵ ਹੁੰਦੀ ਹੈ, ਹੁਣ ਇਹ ਐਵੋਲਿਊਸ਼ਨ ਦੇ ਵਿੱਚ ਕੁਝ ਇੱਕ ਮਜਬੂਰੀਆਂ ਕਰਕੇ ਇਹ ਸਭ ਕੁਝ ਕਰਨਾ ਪੈਂਦਾ ਕਿ ਦੂਜੇ ਬੰਦੇ ਆ ਲੈਣੇ ਪੈਂਦੇ ਆ, ਜਾਂ ਉਹਨਾਂ ਦੇ ਜਿੱਥੇ ਗਰਾਊਂਡ ਸਾਡੀ ਵੀਕ ਹੈ ਜਾਂ ਕੁਝ ਵੀ ਉਹਨਾਂ ਦੇ
ਉਸ ਚੀਜ਼ਾਂ ਤੋਂ ਨਿਕਲਣਾ ਪੈਂਦਾ। ਹਾਂ, ਇਸ ਗੱਲ ਦੀ ਗਾਰੰਟੀ ਜ਼ਰੂਰ ਹੈ ਪਾਰਟੀ ਦੀ ਵੀ ਜੇ ਬੰਦਾ ਕੋਈ ਉੱਥੇ ਗਲਤ ਕੰਮ ਨਹੀਂ, ਉਹ ਇੱਥੇ ਆਉਣ ਤੋਂ ਬਾਅਦ ਕੋਈ ਇਦਾਂ ਦਾ ਕੰਮ ਨਾ ਕਰੇ ਜਿੱਦਾਂ ਪਾਰਟੀ ਦੀ ਇਮੇਜ ਨੂੰ ਲੱਗੇ, ਕਿਉਂਕਿ ਉਹਦੇ ਤੇ ਕੰਟਰੋਲ ਕਰਨਾ ਵੀ ਤਾਂ ਪਾਰਟੀ ਦਾ ਹੀ ਉਹ ਬਣ ਜਾਂਦਾ ਹੈ ਨਾ, ਬਾਅਦ ਚੋਂ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ। ਤੇ ਕੰਟਰੋਲ ਪੂਰਾ ਹੈ। ਹੁਣੇ ਭਾਜੀ ਆਪ ਵੀ ਮੰਨ ਰਹੇ ਆ ਕਿ ਐਮਐਲਏ ਦੇ ਤਾਂ ਹੱਥ 'ਚ ਕੁਛ ਵੀ ਨਹੀਂ ਹੈਗਾ ਜਾਂ ਉਹ, ਤੇ ਇਹ ਚੀਜ਼ਾਂ ਦਾ ਤੁਸੀਂ ਸਮਝ ਸਕਦੇ ਹੋ ਵੀ ਕੰਟਰੋਲ 'ਚ ਹੈ, ਮਤਲਬ ਜੋ ਹਰ ਤਰ੍ਹਾਂ ਦਾ ਕੰਟਰੋਲ ਹੈਗਾ। ਐਵੋਲੂਸ਼ਨ ਆਣਾ ਹੀ ਹੁੰਦਾ ਹੈ, ਟਾਈਮ ਹੈ, ਇਹ ਪੋਲੀਟੀਕਲ ਐਵੋਲੂਸ਼ਨ ਹੈ, ਇਹਨੇ ਆਪਣੇ ਢੰਗ ਨਾਲ ਚੱਲੀ ਜਾਣਾ ਹੈ। ਠੀਕ ਹੈ ਮਾਨਵ, ਤੁਹਾਡੇ ਅੱਗੇ ਦੋ ਸਵਾਲ ਨੇ। ਪਹਿਲਾ ਸਵਾਲ ਇਹ ਹੈ ਕਿ ਉਹਨਾਂ ਨੇ ਕਿਹਾ ਕਰਨ ਨੇ ਕਿ ਕੰਟਰੋਲ ਕਰਕੇ ਰੱਖਣਾ, ਔਰ ਉਹ ਕੰਟਰੋਲ ਬਾਖੂਬੀ ਕਰ ਰਹੇ ਆ ਉਹ। ਦੂਸਰਾ ਹੈਗਾ ਕਿ ਬੀਜੇਪੀ ਅਕਾਲੀ ਦਲ ਐਦਾਂ ਹੀ ਤੋੜ ਕੇ ਲੋਕਾਂ ਨੂੰ ਆਮ ਆਦਮੀ 'ਚ ਲਿਆ ਕੇ, ਆਮ ਆਦਮੀ ਪਾਰਟੀ ਦੇ ਵਿੱਚ ਇੱਕ ਤਾਂ ਆਮ ਆਦਮੀ ਦਾ ਟੈਗ ਲਗਾਇਆ ਗਿਆ, ਦੂਸਰਾ ਕੱਟੜ ਇਮਾਨਦਾਰੀ ਦਾ। ਹੁਣ ਤੁਸੀਂ ਸਟੂਡੈਂਟ ਪੋਲਿਟਿਕਸ ਨੂੰ ਵੀ ਬਾਖੂਬੀ ਜਾਣਦੇ ਹੋ, ਸਟੂਡੈਂਟ ਪੋਲਿਟਿਕਸ ਦੇ ਵਿੱਚ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਐਂਟਰੀ ਕੀਤੀ ਆ ਆਮ ਆਦਮੀ ਪਾਰਟੀ ਨੇ। ਆਮ ਆਦਮੀ ਪਾਰਟੀ ਨੇ ਆਪਣੀ ਇੱਕ CYSS ਨਾਮ ਤੋਂ ਸੰਸਥਾ ਸੀਗੀ ਇਹਨਾਂ ਦੀ ਆਰਗੇਨਾਈਜੇਸ਼ਨ ਸਟੂਡੈਂਟ ਦੇ, ਪਹਿਲਾਂ ਇੰਨੀ ਜ਼ਿਆਦਾ ਨਹੀਂ ਚੱਲ ਪਾਈ ਸੀਗੀ, ਹੁਣ ਇਹਨਾਂ ਨੇ ਰਿਵਾਈਵ ਕੀਤਾ ਦੁਬਾਰਾ। ਔਰ ਉਹਦੇ ਵਿੱਚ ਵੀ ਇੱਕ ਟ੍ਰੈਂਡ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿ ਹੋਰ ਜਥੇਬੰਦੀਆਂ ਤੋਂ ਬੱਚਿਆਂ ਨੂੰ, ਜਿਹੜੇ ਹੋਰ ਵਿਦਿਆਰਥੀ ਲੀਡਰ ਸੀ ਬਾਕੀ ਪਾਰਟੀਆਂ ਦੇ, ਉਹਨਾਂ ਨੂੰ ਹੀ ਲਿਆ ਗਿਆ ਹੈ। ਕੀ ਕਹਿਣਾ ਚਾਹੋਗੇ ਮਾਨਵ? ਦੇਖੋ, ਮੈਂ ਇਹਦੇ 'ਚ ਇਹੀ ਗੱਲ ਇੱਕ ਕਹਿਣਾ, ਜੇ ਆਪਾਂ ਇੱਕ ਲਾਈਨ ਦੇ ਵਿੱਚ ਵੀ ਗੱਲ ਕਰੀਏ ਤਾਂ ਹਰ ਪਾਰਟੀ, ਮੈਂ ਸ਼ੁਰੂ ਵੀ ਇੱਥੋਂ ਕੀਤਾ ਸੀ ਵੀ ਹਰ ਜਥੇਬੰਦੀ, ਹਰ ਪਾਰਟੀ ਇੱਕ ਵਿਚਾਰਧਾਰਾ ਨੂੰ ਮੰਨਦੀ ਹੈ। ਜੇ ਆਮ ਆਦਮੀ ਨੂੰ ਇੰਨੇ ਸੌਖਾ ਹੁੰਦਾ ਹੈ ਕਿ ਵੀ ਉਹ ਬਣ ਦੀ ਲੱਕੜ ਇਕੱਠੀ ਕਰ ਲਏ, ਅਕਾਲੀ ਦਲ ਚੋਂ ਵੀ ਲੈ ਲਏ, RSS BJP ਚੋਂ ਵੀ ਲੈ ਲਏ, ABVP ਦੇ ਵਿੱਚੋਂ ਵੀ ਉੱਥੇ ਲੋਕ ਆ ਜਾਣ, ਜਿਵੇਂ CYSS ਇਹਨਾਂ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬਣਾਈ ਹੈ, ਤਾਂ ਇਹਦਾ ਮਤਲਬ ਇਹ ਹੈ ਵੀ ਇਹਨਾਂ ਜਿਹੜੀਆਂ ਸਾਰੀਆਂ ਪਾਰਟੀਆਂ 'ਚ ਇੱਕ ਸਾਂਝੀ ਗੱਲ ਹੈ ਕੋਈ, ਉਹ ਸਾਂਝੀ ਗੱਲ ਇਹ ਹੈ ਕਿ ਦੋਨਾਂ ਦੇ ਵਿੱਚ ਬੁਨਿਆਦੀ ਤੌਰ ਤੇ ਕੋਈ ਫਰਕ ਨਹੀਂ ਹੈ। ਮਤਲਬ ਬੁਨਿਆਦੀ ਤੌਰ ਤੇ ਇਹ ਸਾਰੀਆਂ ਹਾਕਮਾਂ ਦੀ ਸੇਵਾ ਲਈ ਬੈਠੀਆਂ ਪਾਰਟੀਆਂ ਨੇ, ਸਰਮਾਏਦਾਰਾਂ ਕੈਪੀਟਲਿਸਟ ਕਲਾਸ ਦੀ ਸੇਵਾ ਲਈ ਬੈਠੀ ਹੋਈਆਂ ਪਾਰਟੀਆਂ ਨੇ, ਜਿਨ੍ਹਾਂ ਦੇ 19-21 ਵਖਰੇਵੇਂ ਜ਼ਰੂਰ ਨੇ, ਔਰ ਉਹ ਵਖਰੇਵੇਂ ਇੰਨੇ ਕੁ ਹੈ ਕਿ ਵੀ ਅੱਜ ਕੁਰਸੀ ਤੇ ਤੂੰ ਹੈ ਤੇ ਕੱਲ ਨੂੰ ਮੈਂ ਹੋਣਾ ਆ। ਉਹ ਵਖਰੇਵੇਂ ਇੰਨੇ ਬੁਨਿਆਦੀ ਨਹੀਂ ਹੈ। ਜੇ ਕੋਈ ਬੁਨਿਆਦੀ ਵਖਰੇਵੇਂ ਵਾਲੀ ਪਾਰਟੀ ਹੋਵੇ ਤਾਂ ਸਭ ਤੋਂ ਵੱਡੀ ਗੱਲ ਹੈ, ਇਹ ਪੂਰਾ ਸਿਸਟਮ ਉਹਨੂੰ ਇੱਕ MLA ਜਿੱਤਣ ਨਹੀਂ ਦੇਊਗਾ। ਜੇ ਕੋਈ ਐਡੀ ਹੀ ਸਰਕਾਰ ਦੇ ਲਈ ਖਤਰਾ ਹੋਵੇ, ਜੇ ਇੰਨੀ ਸੌਖ ਦੇ ਨਾਲ ਤੁਸੀਂ ਇੱਕ ਦੂਜੀ ਪਾਰਟੀ ਤੋਂ ਜਾ ਰਹੇ ਹੋ, ਤੇ ਤੁਸੀਂ ਮਤਲਬ ਜੇ ਤਾਂ ਇਹ ਗੱਲ ਹੈ, ਫਿਰ ਇਹ ਆਮ ਆਦਮੀ, ਕੇਜਰੀਵਾਲ ਜਾਂ ਕੋਈ ਹੋਰ, ਇਹ ਕਿਉਂ ਪਹਿਲਾਂ ਚੋਣਾਂ ਤੋਂ ਪਹਿਲਾਂ ਬੋਲਦੇ ਸੀ ਕਿ ਇਹ ਸਾਰੇ ਭ੍ਰਸ਼ਟ ਨੇ, ਇਹ ਇਸ ਤਰ੍ਹਾਂ ਨੇ, ਇਸ ਤਰ੍ਹਾਂ ਨੇ। ਹੁਣ ਤੁਸੀਂ ਉਹਨਾਂ ਨੂੰ ਆਪਦੇ ਅੰਦਰ ਕੋਆਪਟ ਕੀਤਾ। ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦੇ ਵਿੱਚ ਵੀ ਹੋਇਆ, ਇੱਕ ਇਹਨਾਂ ਦਾ ਸੋਈ ਤੋਂ ਆਇਆ, ਇੱਕ ABVP ਤੋਂ ਆਇਆ। ਕੀ ਗੱਲ, ਮਤਲਬ ਜਾਂ ਤਾਂ ਤੁਸੀਂ ਇਹ ਦੋ ਹੀ ਦੱਸੋ ਲੋਕਾਂ ਨੂੰ ਕਿ ਬਈ ਸੋਈ ਦੀ ਵਿਚਾਰਧਾਰਾ ਗੜਬੜ ਹੈ, ਪਰ ਇਹਨਾਂ ਦੇ ਵਿੱਚ ਜਿਹੜੇ ਹੈਗੇ ਇਹਨਾਂ ਦੇ ਲੀਡਰ ਹੈ ਕੁਝ ਚੰਗੇ ਵੀ ਹੈ, ਤਾਂ ਕਿ ਕੱਲ ਨੂੰ ਅਸੀਂ ਤੁਹਾਨੂੰ ਨਿਸ਼ਾਨਾ ਲੈਣਾ ਸੌਖਾ ਹੋ ਜਾਏ ਵੀ ਹਾਂ ਭਾਈ ਅਸੀਂ ਇਹਨਾਂ ਨੂੰ ਸ਼ਾਮਲ ਵੀ ਕਰਨਾ ਹੈ। ਮਤਲਬ ਲੋਕਾਂ ਨਾਲ ਧੋਖਾ ਕਿਉਂ? ਲੋਕਾਂ ਨੂੰ ਕੁਝ ਹੋਰ ਗੱਲਾਂ, ਬਾਅਦ ਚੋਂ ਜਾ ਕੇ ਤੁਸੀਂ ਕਹਿੰਦੇ ਹੋ ਵੀ ਮਜਬੂਰੀਆਂ ਬਣ ਜਾਂਦੀਆਂ। ਮਜਬੂਰੀਆਂ ਤਾਂ ਫਿਰ ਬਾਦਲ ਦੀਆਂ ਵੀ ਸੀ, ਮਜਬੂਰੀਆਂ ਤਾਂ ਫਿਰ ਕੈਪਟਨ ਦੀਆਂ ਵੀ ਸੀ, ਤੇ ਚੰਨੀ ਦੀਆਂ ਵੀ ਸੀ। ਫਿਰ ਮਜਬੂਰੀਆਂ ਫਿਰ ਲੋਕਾਂ ਦੇ ਸਾਹਮਣੇ ਵੀ ਮਜਬੂਰੀ ਬਣ ਜਾਂਦੀ ਹੈ ਵੀ ਤੁਹਾਨੂੰ ਪਰਾਂ ਲਾ ਕੇ ਆਪਦਾ ਰਾਹ ਲੋਕ ਤਲਾਸ਼ਣ। ਤੇ ਫਿਰ ਇਹ ਲੋਕਾਂ ਦੀ ਮਜਬੂਰੀ ਵੀ ਤੁਸੀਂ ਸਮਝੋ ਵੀ ਉਹ ਉਹਨਾਂ ਦੀ ਮਜਬੂਰੀ ਹੈ ਵੀ ਅੱਜ ਜੇ ਤੁਹਾਨੂੰ 92 ਜਿਤਾਈਆਂ ਤਾਂ 92 ਦੇ 92 ਲੋਕ ਤੁਹਾਨੂੰ ਲਾਉਣਗੇ ਵੀ ਕੱਲ। ਮੈਂ ਵੀ ਯੂਨੀਵਰਸਿਟੀ ਦਾ ਪਾਰਟ ਹਾਂ। ਇਹ ਰਾਜਨੀਤੀ ਮੌਕਾ ਪ੍ਰਸਤ ਹੈਗੀ ਹੈ। ਇੱਥੇ ਜਿਹੜੇ ਲੋਕ, ਜਿਵੇਂ ਹੁਣ ਬਾਈ ਨੇ ਵੀ ਦੱਸਿਆ ਵੀ ਜਿਹੜੇ ਲੋਕ ਸ਼ਾਮਿਲ ਹੋਏ ਨੇ, ਕੋਈ ਸੋਈ ਤੋਂ ਆਇਆ, ਕੋਈ ਪੂਸੂ ਤੋਂ ਆਇਆ, ਕੋਈ ਕਿੱਥੋਂ ਆਇਆ, ਹਨਾ, ਉਹ ਇੱਕ ਇਸ ਹਿਸਾਬ ਨਾਲ ਸ਼ਾਮਿਲ ਹੋ ਚੁੱਕੇ ਐ ਇਹਦੇ ਵਿੱਚ ਵੀ ਹਾਂ ਵੇਵ ਹੈਗੀ ਹੈ, ਆਮ ਆਦਮੀ ਪਾਰਟੀ ਹੈ। ਤੇ ਇਹ ਹੁਣ ਇੱਥੇ ਸਟੂਡੈਂਟ ਆਪਣਾ ਵਿੰਗ ਐਸਟੈਬਲਿਸ਼ ਕਰ ਰਹੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ, ਇੱਕ ਪ੍ਰੀਮੀਅਰ ਪ੍ਰੋਮੀਨੈਂਟ ਇੰਸਟੀਟਿਊਸ਼ਨ ਹੈ, ਤੇ ਅਸੀਂ ਉਸ ਚੀਜ਼ ਦਾ ਹਿੱਸਾ ਬਣ ਜਾਈਏ। ਠੀਕ ਹੈ, ਹਰੇਕ ਥਾਂ ਤੇ ਏਦਾਂ ਹੀ ਹੁੰਦਾ, ਪਰ ਫਿਰ ਗੱਲ ਉਹੀ ਆ ਗਈ ਵੀ ਕਿਤੇ ਫਰਕ ਨਹੀਂ ਰਹਿ ਗਿਆ, ਬਦਲਾਵ ਕੋਈ ਨਹੀਂ ਹੈ। ਤੇ ਆਮ ਆਦਮੀ ਦਾ ਵੀ ਮੈਨੂੰ ਲੱਗਦਾ ਟੀਚਾ ਇਹੀ ਹੈ ਵੀ ਕਿਸੇ ਹਿਸਾਬ ਨਾਲ ਅਸੀਂ ਬੰਦੇ ਇਕੱਠੇ ਕਰਕੇ ਆਪਣੇ ਨਾਲ ਕਰ ਲਈਏ, ਤੇ ਉਹਨਾਂ ਤੋਂ ਇੱਕੋ, ਮਤਲਬ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਵੀ ਪੰਜਾਬ ਨੂੰ ਇੱਕ ਪੌੜੀ ਦੀ ਤਰ੍ਹਾਂ ਵਰਤਣਾ, ਇਹ ਉਹਨਾਂ ਲੋਕਾਂ ਨੂੰ ਵੀ ਪੌੜੀ ਦੀ ਤਰ੍ਹਾਂ ਵਰਤਣਾ ਚਾਹੁੰਦੇ ਆ ਵੀ ਉਹਨਾਂ ਦੇ ਥਰੂ ਅਸੀਂ ਆਪਣਾ ਐਸਟੈਬਲਿਸ਼ ਕਰ ਲਈਏ, ਤੇ ਆਪਣੀ ਸੱਤਾ ਭਾਵੇਂ ਕਿਸ ਲੈਵਲ ਤੇ, ਹੁਣ ਯੂਨੀਵਰਸਿਟੀ ਦੇ ਵਿੱਚ ਸੱਤਾ ਇਸ ਲੈਵਲ ਤੇ ਆ ਵੀ ਪ੍ਰਧਾਨ ਬਣ ਜਾਣਗੇ ਯੂਨੀਵਰਸਿਟੀ ਦੇ ਵਿੱਚ, ਚਲੋ ਥੋੜੀ ਵਾਈ ਹੋ ਜੂਗੀ, ਬਸ ਉਸ ਚੀਜ਼ ਕਰਕੇ ਹੀ ਲੋਕੀ ਜੁੜੇ ਆ ਨਾਲ, ਤੇ ਮੌਕਾ ਪ੍ਰਸਤ ਰਾਜਨੀਤੀ ਲੱਗਦੀ ਹੈ। ਮੈਂ ਸਵਾਲ ਤੁਹਾਡੇ ਦੋਨਾਂ ਤੋਂ ਇਹ ਲੈ ਕੇ ਆਉਣਾ ਚਾਹੁੰਦੀ, ਮਾਨਵ, ਇਸ ਚੀਜ਼ ਦਾ ਨੁਕਸਾਨ ਵਿਦਿਆਰਥੀ ਰਾਜਨੀਤੀ ਤੇ ਕੀ ਹੋਏਗਾ ਕਿ ਜਦੋਂ ਨਵੀਆਂ ਪਾਰਟੀਆਂ ਜਿਨ੍ਹਾਂ ਤੋਂ ਉਮੀਦ ਹੈ ਕਿ ਕੁਝ ਚੇਂਜ ਲਿਆ ਸਕਦੀਆਂ ਨੇ, ਉਹ ਵੀ ਸੇਮ 올ਡ ਫਿਨੋਮੀਨਾ ਤੇ ਕੰਮ ਕਰ ਰਹੇ ਨੇ। ਇਧਰੋਂ ਬੰਦੇ ਇਕੱਠੇ ਕਰ ਲੈ, ਜਿੱਦਾਂ ਤੁਸੀਂ ਕਿਹਾ ਕਿ ਵਣ ਦੀ ਲੱਕੜ ਇਕੱਠੀ ਕੀਤੀ ਜਾ ਰਹੀ, ਔਰ ਆਕਾਸ਼ ਨੇ ਸਹੀ ਕਿਹਾ ਕਿ ਲੋਕ ਲਾਲਚ ਲਈ ਜੁਆਇਨ ਕਰ ਰਹੇ ਆ ਕਿ ਇਹਨਾਂ ਦੀ ਹਵਾ ਚੱਲ ਰਹੀ, ਇਹਨਾਂ ਦੀ ਸਰਕਾਰ ਹੈ, ਕੋਈ ਫਾਇਦਾ ਹੋਏਗਾ।
ਦੇਖੋ ਜੀ, ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਵਿਦਿਆਰਥੀ ਰਾਜਨੀਤੀ ਹੈ ਇਹ ਪੂਰੇ ਸਮਾਜ ਤੋਂ ਅਲੱਗ ਨਹੀਂ ਹੈ, ਇਹ ਕੋਈ ਖਲਾ ਦੇ ਵਿੱਚ ਨਹੀਂ ਹੈ ਵੀ ਇਹ ਕੋਈ ਬਿਲਕੁਲ ਅਲੱਗ ਚੀਜ਼ ਹੈ। ਜੋ ਸਮਾਜ 'ਚ ਚੱਲ ਰਿਹਾ ਉਹਦਾ ਪ੍ਰਭਾਵ ਵਿਦਿਆਰਥੀ ਸਿਆਸਤ ਤੇ ਪੈਣਾ ਹੈ, ਤੇ ਵਿਦਿਆਰਥੀ ਯੂਨੀਅਨ ਇਲੈਕਸ਼ਨ ਦੇ ਵਿੱਚ ਜੋ ਕੁਝ ਹੋਣਾ ਹੈ ਉਹਦਾ ਸਮਾਜ ਦੇ ਬਾਹਰ ਦੇ ਵਿੱਚ ਅਸਰ ਪੈਣਾ ਆ। ਇਸ ਲਈ ਆਪਾਂ ਇਹ ਸਮਝਦੇ ਵੀ ਜਦੋਂ ਇਹ ਪਾਰਟੀਆਂ, ਚਾਹੇ ਉਹ ਮਤਲਬ ਆਲ ਇੰਡੀਆ ਪਾਰਟੀਆਂ ਨੇ ਚਾਹੇ ਇੱਕ ਸਟੇਟ ਦੀਆਂ ਪਾਰਟੀਆਂ, ਜਦੋਂ ਇਹ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਆਪਦੇ ਵਿਦਿਆਰਥੀ ਵਿੰਗ ਖੋਲ੍ਹਦੀਆਂ ਨੇ ਤਾਂ ਉਹਦਾ ਇੱਕ ਖਾਸ ਮਕਸਦ ਹੁੰਦਾ ਹੈ, ਚਾਹੇ ਉਹ ਸੋਈ ਹੈ, ਚਾਹੇ ABVP ਹੈ, ਚਾਹੇ ਇਨਸੋ ਆ, ਚਾਹੇ NSJOI ਹੈ, ਤੇ ਚਾਹੇ ਹੁਣ CYSS ਆ। ਇਹ ਸਾਰੀਆਂ ਅਕਾਲੀ ਦਲ ਜਾਂ ਕਾਂਗਰਸ ਜਾਂ ਇਹਨਾਂ ਨਾਲ ਜੁੜੀਆਂ ਹੋਈਆਂ, ਭਾਜਪਾ ਨਾਲ ਜੁੜੀਆਂ ਹੋਈਆਂ ਪਾਰਟੀਆਂ ਨੇ, ਹੁਣ ਆਮ ਆਦਮੀ ਪਾਰਟੀ ਵੀ ਆਈ ਹੈ। ਇਹਨਾਂ ਦਾ ਮਕਸਦ ਵਿਦਿਆਰਥੀ ਸਿਆਸਤ 'ਚ ਆਉਣ ਦਾ ਦੋ ਮਕਸਦ ਨੇ। ਨੰਬਰ 1, ਆਪਦੇ ਭਵਿੱਖ ਦੇ ਵਿਧਾਇਕ MP MLA ਤਿਆਰ ਕਰਨਾ, ਉਹਨਾਂ ਨੂੰ ਇੱਕ ਲਾਂਚਿੰਗ ਪੈਡ ਦੇਣਾ ਤਾਂ ਕਿ ਇੱਥੇ ਉਹ ਥੋੜੀ ਟ੍ਰੇਨਿੰਗ ਕਰਕੇ ਉੱਪਰਲੇ ਲੈਵਲ ਤੇ ਆ ਜਾਣ। ਨੰਬਰ 2, ਜਿਹੜੀ ਅਸਲੀ ਇਨਕਲਾਬੀ ਵਿਦਿਆਰਥੀ ਲਹਿਰ ਹੈ, ਜਿਹੜੀ ਕਿ ਇਹ ਸਰਕਾਰਾਂ ਨੂੰ, ਇਹ ਸਿਸਟਮ ਨੂੰ ਵਾਜਬ ਸਵਾਲ ਚੱਕਦੀ ਹੈ, ਜਿਹੜੀ ਕਿ ਉਹਨਾਂ ਨੂੰ ਮਤਲਬ ਇੱਕ ਵਿਦਿਆਰਥੀਆਂ ਨੂੰ ਇੱਕ ਬਦਲ ਦਿੰਦੀ ਹੈ, ਉਹਨਾਂ ਨੂੰ ਸਮਾਜ ਦੇ ਨਾਲ ਜੋੜਦੀ ਹੈ ਵੀ ਤੁਹਾਡਾ ਵੈਕਿਊਮ ਦੇ ਰਹਿ ਕੇ ਵਿੱਚ ਤੁਹਾਡਾ ਜੀਣਾ ਨਹੀਂ, ਤੁਹਾਨੂੰ ਸਮਾਜ ਨੂੰ ਸਮਝਣਾ ਪੈਣਾ। ਜਿਵੇਂ ਭਗਤ ਸਿੰਘ ਨੇ ਕਿਹਾ ਸੀ, ਉਹ ਲਹਿਰ ਜਿਹੜੀ ਆ ਉਹ ਨਾ ਵਧੇ ਫੁਲੇ, ਉਹਨੂੰ ਠੱਪ ਕਰਨਾ। ਹੁਣ ਮੈਂ ਇਹਨਾਂ ਦੇ ਇੰਟਰਵਿਊ ਦੇਖ ਰਿਹਾ ਸੀ, CYSS ਦੇ ਜਿਹੜੇ ਹੈਗੇ ਆ ਪ੍ਰਧਾਨ ਜਿਹੜੇ ਨੇ, ਇਹਨਾਂ ਨੇ ਕਿਹਾ ਜੀ ਅਸੀਂ ਲਾਕਡਾਊਨ ਦੇ ਵਿੱਚ ਵੀ ਇੱਥੇ ਈਵਨ ਕਿ ਅਸੀਂ ਤਾਂ ਕਹਿੰਦੇ ਯੂਨੀਵਰਸਿਟੀ ਦੇ ਕੁੱਤੇ ਬਾਂਦਰਿਆਂ ਨੂੰ ਵੀ ਖਾਣਾ ਖਵਾਉਂਦੇ ਰਹੇ। ਮਤਲਬ ਠੀਕ ਆ, ਤੁਸੀਂ ਕੁੱਤੇ ਬਾਂਦਰਾਂ ਦੀ ਸੇਵਾ ਕਰੋ, ਖਾਣਾ ਖਵਾਓ, ਪਰ ਤੁਹਾਨੂੰ ਪਤਾ ਹੈ ਕਿ ਇਹੀ 2 ਸਾਲ ਦੇ ਵਿੱਚ ਪਟਿਆਲਾ ਯੂਨੀਵਰਸਿਟੀ ਦਾ ਹਸ਼ਰ ਕੀ ਹੋਇਆ। ਮਤਲਬ ਉੱਥੇ ਫੰਡਾਂ ਦੀ ਘਾਟ ਕਾਰਨ ਕਿੰਨੇ ਸਟਾਫ ਦੀ ਘਾਟ ਆਈ, ਕਿੰਨੇ ਵਿਦਿਆਰਥੀ ਉੱਥੇ ਰੁਲ ਰਹੇ ਆ, ਫੀਸਾਂ ਵਧਾਉਣੀਆਂ ਪਈਆਂ। ਇਸੇ 2 ਸਾਲ ਦੇ ਵਿੱਚ ਇਹੀ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦਾ ਮੁੱਦਾ ਕਿੱਡਾ ਵੱਡਾ ਬਣਿਆ। ਇਸੇ ਪੰਜਾਬ ਯੂਨੀਵਰਸਿਟੀ ਦੇ ਵਿੱਚ RSS BJP ਨੇ VC ਨੂੰ ਲਾਇਆ ਤਾਂ ਕਿ ਇੱਥੇ ਸਾਰਾ ਜਿਹੜਾ ਸਟਾਫ ਆ ਜਾਂ ਸਾਰਾ ਆਪਦੇ ਆਲੇ ਦੁਆਲੇ ਇਕੱਠਾ ਕਰ ਲਏ, ਤੇ VC ਦੇ ਖਿਲਾਫ ਕਿੱਡਾ ਵੱਡਾ ਉਹਦੀ ਦਖਲ ਅੰਦਾਜ਼ੀ, ਉਹਦੇ ਅਨਡੈਮੋਕ੍ਰੈਟਿਕ ਰਵੱਈਏ ਦੇ ਖਿਲਾਫ ਕਿੱਡਾ ਵੱਡਾ ਇੱਥੇ ਸੰਘਰਸ਼ ਚੱਲਿਆ 1.5-2 ਮਹੀਨਾ ਲਗਾਤਾਰ। ਉੱਥੇ ਤੁਸੀਂ ਕਿੱਥੇ ਸੀਗੇ? ਮਤਲਬ ਕੀ ਹੈ ਕਿ ਇਹ ਜਿੰਨਾ ਚਿਰ ਇਹ ਪੈਸੇ ਦੇ ਉੱਤੇ ਟਿਕੀ ਹੋਈ ਸਿਆਸਤ, ਜਿੰਨਾ ਚਿਰ ਇਹ ਪੂਰੇ ਢਾਂਚੇ ਸਿਸਟਮ ਨੂੰ ਬਚਾਉਣ ਦੇ ਉੱਤੇ ਟਿਕੀ ਜਿਹੜੀ ਸਿਆਸਤ ਹੈ, ਤੇ ਉਹਨਾਂ ਚ ਰਹੂਗੀ, ਉਹਦਾ ਸਾਡੇ ਵਿਦਿਆਰਥੀਆਂ, ਨੌਜਵਾਨਾਂ ਨੂੰ ਨੁਕਸਾਨ ਇਹ ਹੋਣਾ ਆ ਕਿ ਉਹ ਜਿਹਨੂੰ ਬਦਲ ਮੰਨੀ ਬੈਠੇ ਨੇ, ਬਦਲ ਦੀ ਆਸ ਦੇ ਵਿੱਚ ਉਹ ਜਿਹਦੇ ਵੱਲ ਜਾਂਦੇ ਨੇ, ਉਹ ਬਦਲ ਕੱਲ ਨੂੰ ਸਾਲ ਬਾਅਦ 2 ਸਾਲ ਬਾਅਦ ਬਦਲ ਜਦੋਂ ਸਾਬਤ ਨਹੀਂ ਹੋਇਆ ਤਾਂ ਉਹ ਹੋਰ ਨਿਰਾਸ਼ਾ ਦੇ ਵਿੱਚ ਡਿੱਗਦੇ ਆ, ਹੋਰ ਨਿਰਾਸ਼ਾ 'ਚ ਧੱਕੇ ਜਾਂਦੇ ਆ। ਇਸ ਲਈ ਇਹਦਾ ਹੱਲ ਇੱਕੋ ਹੀ ਹੈ ਵੀ ਇਹਨਾਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਵੀ ਹਾਕਮਾਂ ਦੇ ਨਾਲ ਜੁੜੀਆਂ ਹੋਈਆਂ ਨੇ, ਇਹਨਾਂ ਦੇ ਬਦਲ ਦੇ ਵਿੱਚ ਆਪਾਂ ਇੱਕ ਕੋਈ ਇਨਕਲਾਬੀ ਜਿਹੜੀ ਜਥੇਬੰਦੀ ਆ ਜਾਂ ਕੋਈ ਸੱਚੀ ਭਗਤ ਸਿੰਘ ਦੇ ਅਸੂਲਾਂ ਨੂੰ ਮੰਨਦੀ ਆ, ਗਦਰੀ ਬਾਬਿਆਂ ਦੇ ਅਸੂਲਾਂ ਨੂੰ ਮੰਨਦੀ ਆ, ਉਹਨੂੰ ਲੈ ਕੇ ਅੱਗੇ ਜਾਈਏ। ਜੀ ਜੀ ਜੀ, ਠੀਕ ਹੈ। ਆਕਾਸ਼, ਕੀ ਕਹਿਣਾ ਚਾਹੋਗੇ ਸਟੂਡੈਂਟ ਇਲੈਕਸ਼ਨਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਹੁਣੇ ਸਟੂਡੈਂਟ ਵਿੰਗ ਆਇਆ ਆ, ਇਹਨਾਂ ਦਾ, ਉਹਨਾਂ ਦਾ ਰਵੱਈਆ ਯੂਨੀਵਰਸਿਟੀ ਇਲੈਕਸ਼ਨਸ 'ਚ ਕਿਵੇਂ ਦਾ ਆ? ਕਿਵੇਂ ਖਰਚਾ ਕੀਤਾ ਜਾ ਰਿਹਾ, ਕਿਵੇਂ ਸਟੂਡੈਂਟਸ ਨੂੰ ਭਰਮਾਇਆ ਜਾ ਰਿਹਾ? ਕੁਝ ਅਗਰ ਜਾਣਕਾਰੀ ਹੈ ਤਾਂ ਸਾਂਝੀ ਕਰੋ। ਮੈਮ, ਖਰਚੇ ਵਗੈਰਾ ਵਾਲੀ ਜਾਣਕਾਰੀ ਤਾਂ ਮਤਲਬ ਮੈਨੂੰ ਉਸ ਚੀਜ਼ ਦਾ ਆਈਡੀਆ ਨਹੀਂਗਾ, ਪਰ ਹਾਂ ਇੱਕ ਚੀਜ਼ ਜ਼ਰੂਰ ਹੈ ਕਿ ਦੂਜੀਆਂ ਪਾਰਟੀਆਂ ਤੋਂ ਨਿਕਲ ਕੇ ਲੋਕ ਆਏ ਨੇ, ਸ਼ਾਇਦ ਉੱਥੇ ਉਹਨਾਂ ਨੂੰ ਲੱਗਿਆ ਵੀ ਕੰਪੀਟੀਸ਼ਨ ਜ਼ਿਆਦਾ, ਇੱਕ ਨਵੀਂ ਪਾਰਟੀ ਆਈ ਹੈ, ਅਸੀਂ ਇਹਦੇ ਵਿੱਚ ਜਾਂਦੇ ਹਾਂ। ਜਿਵੇਂ ਬਾਈ ਨੇ ਗੱਲ ਕਹੀ ਵੀ ਮੋਟਿਵ ਆਹੀ ਹੈ ਵੀ ਗਾਂ ਆਪਣੇ MLA MP ਤਿਆਰ ਕਰਨੇ, ਤੇ ਦੁਖਾਂਤ ਇਹੀ ਹੈ ਵੀ ਪੰਜਾਬ ਯੂਨੀਵਰਸਿਟੀ ਵਰਗੀ ਇੰਸਟੀਟਿਊਸ਼ਨ ਦੇ ਵਿੱਚ ਉਹਨਾਂ ਪਾਰਟੀਆਂ ਦੀ ਪੁੱਛ ਘੱਟ ਆ ਜਿਹੜੀਆਂ ਉੱਥੋਂ ਦੀ ਗੱਲ ਕਰਦੀਆਂ, ਤੇ ਉਹਨਾਂ ਪਾਰਟੀਆਂ ਦੀ ਪੁੱਛ ਜ਼ਿਆਦਾ ਜਿਹੜੀਆਂ, ਜਿਵੇਂ ਬਾਈ ਨੇ ਕਿਹਾ ਵੀ ਹਾਕਮਾਂ ਨਾਲ ਜੁੜੀਆਂ ਹੋਈਆਂ, ਜਿਹੜੀਆਂ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਸਪੋਰਟ ਕਰਦੀਆਂ। ਹੁਣ ਐਗਜ਼ਾਮਪਲ ਸ਼ਾਇਦ ਕੱਲ ਦੀ ਗੱਲ ਸੀ ਵੀ ਵੈਸੇ ਤਾਂ ਆਊਟਸਾਈਡਰਸ ਦੀ ਐਂਟਰੀ ਹੈ ਨਹੀਂ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ, ਤੇ ਸ਼ਾਮ ਨੂੰ ਸ਼ਾਇਦ CYSS ਦਾ ਹੀ ਕੁਛ ਇਹਨਾਂ ਦਾ ਇਕੱਠ ਸੀਗਾ, ਤੇ ਉੱਥੇ ਕੋਈ ਵਿਧਾਇਕ ਪਹੁੰਚੇ ਹੋਏ ਸੀਗੇ। ਵੈਸੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਂਟਰੀ ਆਊਟਸਾਈਡਰਸ ਦੀ ਹੈ ਨਹੀਂਗੀ ਇਸ ਟਾਈਮ ਤੇ, ਨਾਲੇ ਬਕਾਇਦਾ ਗੇਟ ਤੇ ਪੁਲਿਸ ਤੈਨਾਤ ਹੁੰਦੀ ਹੈ, ਵਿਧਾਇਕਾਂ ਦਾ ਆਉਣਾ ਵੀ ਇਲੈਕਸ਼ਨਸ ਦੇ ਡਿਊਰਿੰਗ ਅਲਾਉਡ ਨਹੀਂ ਹੈ ਮੇਰੇ ਅਕੋਰਡਿੰਗਲੀ। ਬਿਲਕੁਲ, ਤੇ ਉਹੀ ਗੱਲ ਕਿ ਇਹ ਪਾਰਟੀ ਵੀ ਕੋਈ ਫਰਕ ਨਹੀਂ ਰਹਿ ਗਿਆ ਹੋਰ ਰਵਾਇਤੀ ਪਾਰਟੀਆਂ ਦੇ ਨਾਲ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੈਗੀਆਂ ਨੇ, ਜਿਹੜੀਆਂ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਨਾਲ ਜੁੜੀਆਂ। CYSS ਦਾ ਵੀ ਉਹਦੇ ਤੋਂ ਕੋਈ ਫਰਕ ਨਹੀਂ ਰਹਿ ਗਿਆ ਹੈਗਾ। ਉਹ ਹੋਪ ਬਸ ਉਹੀ ਆ, ਉਹਨਾਂ ਨੂੰ ਵੀ ਹੋਪ ਵੇਵ ਦੀ ਆ, ਮੋਦੀ ਵੇਵ ਸੀ, ਆਪ ਵਾਲੀ ਵੇਵ, ਉਹਨਾਂ ਨੂੰ ਵੀ ਵੇਵ ਦੀ ਹੋਪ ਆ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਰ ਬਾਕੀ ਪਾਰਟੀਆਂ ਤੋਂ ਲੋਕ ਫੈਡ ਅਪ ਨੇ, ਫਰੈਗਮੈਂਟੇਸ਼ਨ ਆ ਜਿਹੜੀਆਂ ਮੇਨ ਪਾਰਟੀਆਂ ਨੇ, ਤੇ ਸਾਡਾ ਵੀ ਚਲੋ ਇਹਦੇ ਵਿੱਚ ਵਧੀਆ ਕੰਮ ਸਰ ਜੂਗਾ।
ਜੀ ਆਪਾਂ ਸਟੂਡੈਂਟ ਇਲੈਕਸ਼ਨ ਤੇ ਇੱਕ ਅਲੱਗ ਪ੍ਰੋਗਰਾਮ ਕਰਾਂਗੇ, ਪਰ ਮੈਂ ਇੰਨਾ ਕੁ ਤੁਹਾਡੇ ਦੋਨਾਂ ਦੇ, ਮਾਨਵ ਦੇ ਔਰ ਆਕਾਸ਼ ਦੇ ਆਈਡੀਆ ਲੈ ਚੁੱਕੀ ਹਾਂ ਕਿ ਤੁਸੀਂ ਬਦਲਾਵ ਦੇ ਨਾਲ ਖੁਸ਼ ਨਹੀਂ ਹੋ ਔਰ ਤੁਹਾਨੂੰ ਨਜ਼ਰ ਨਹੀਂ ਆਇਆ ਕਿ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਇੱਥੇ ਆਇਆ ਆ। ਹਾਂਜੀ ਤੁਸੀਂ ਮਾਨਵ ਦੇ ਰਿਗਾਰਡਿੰਗ ਕੁਝ ਕਹਿਣਾ ਚਾਹੁੰਦੇ ਸੀ ਕਿ ਉਹਨਾਂ ਦੇ ਵਿਚਾਰਾਂ ਨਾਲ ਕਿਤੇ ਤੁਸੀਂ ਸਹਿਮਤ ਹਾਂਜੀ ਨਹੀਂ ਸੀ ਔਰ ਤੁਹਾਡਾ ਫਿਰ ਇੰਟਰਨੈਟ ਪ੍ਰੋਬਲਮ ਆ ਗਈ ਹਾਂਜੀ ਵਿੱਚ। ਹਮ, ਬਿਲਕੁਲ ਨਹੀਂ ਮੈਂ ਨਾ ਮੈਡਮ ਇੱਕ ਚੀਜ਼ ਹੈ ਵੀ ਆਪਾਂ ਦੇਖੋ ਆਪਣੀ ਹੋ ਸਕਦਾ ਆਪਣੀ ਕਈ ਚੀਜ਼ਾਂ ਨੂੰ ਲੈ ਕੇ ਅੰਡਰਸਟੈਂਡਿੰਗ ਨਾ ਹੋਵੇ ਠੀਕ ਜਾਂ ਸਮਝ ਤੋਂ ਇਲਾਵਾ, ਪਰ ਆਪਾਂ ਨੂੰ ਨਾ ਕਾਹਲੀ ਨਹੀਂ ਕੋਈ ਵੀ ਚੀਜ਼ ਦੇ ਵਿੱਚ ਆਪਾਂ ਕਰਨਾ। ਜੇ ਭਾਈ ਦੀ ਚੀਜ਼ ਤੋਂ ਨਾ ਮੈਨੂੰ ਇੱਕ ਕਾਹਲੀ ਜੀ ਨਜ਼ਰ ਆ ਰਹੀ ਹੈ ਵੀ ਇਹ 2 ਸਾਲ ਬਾਅਦ ਇਦਾਂ ਹੋਏਗਾ, ਇਹਨਾਂ ਨਾਲ ਵੀ ਪਬਲਿਕ ਇਦਾਂ ਹੀ ਕਰੇਗੀ ਹੈ ਨਾ। ਇਹ ਚੀਜ਼ਾਂ ਇਹ ਕੀ ਦਰਸਾਉਂਦੀਆਂ ਵੀ ਤੁਸੀਂ ਪਹਿਲਾਂ ਹੀ ਮਨ ਬਣਾ ਕੇ ਬੈਠ ਗਏ ਆ ਵੀ ਇਹ 2 ਸਾਲ ਬਾਅਦ ਇਦਾਂ ਹੋਣ ਵਾਲਾ। ਅਸੀਂ ਤਾਂ ਪੋਜ਼ਿਟਿਵ ਲੋਕ ਆ, ਅਸੀਂ ਪੋਜ਼ਿਟਿਵ ਸੋਚ ਰਹੇ ਹਾਂ ਕਿ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸਹੀ ਹੈ। ਉਹ ਸਾਰੀਆਂ ਹਾਲਾਤਾਂ ਨਾਲ ਲੜ ਕੇ ਜਾਂ ਚੀਜ਼ਾਂ ਦੇ ਨਾਲ ਸਮਝ ਕੇ ਕਰਨ ਕਹਿੰਦੇ ਕਿ ਤੁਹਾਡੇ ਚ ਪ੍ਰੈਗਮੈਟਿਜ਼ਮ, ਮੇਰੇ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਉਹ ਪ੍ਰੈਗਮੈਟਿਸਟਿਕ ਸੋਚਦੇ ਨੇ ਔਰ ਤੁਸੀਂ ਜ਼ਿਆਦਾ ਕਾਹਲੀ ਚ ਪੈ ਰਹੇ ਹੋ। ਤੁਹਾਨੂੰ ਸਮਾਂ ਦੇਣਾ ਚਾਹੀਦਾ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਮਾਂ ਦੇ ਸਕਦੇ ਹੋ ਆਮ ਆਦਮੀ ਪਾਰਟੀ ਨੂੰ ਕਿ ਹਜੇ ਹੋਰ ਪਰਫਾਰਮ ਕਰ ਸਕਣ? ਸਮਾਂ ਜੇ ਦੇਣ ਵਾਲਾ ਤਰਕ ਹੈ, ਫਿਰ ਤਾਂ 75 ਸਾਲ ਵਾਲੇ ਜਿਹੜੇ ਉਹ ਵਾਰ-ਵਾਰ ਕਹਿੰਦਾ ਮੋਦੀ ਕਿ 70 ਸਾਲ ਹੋ ਗਏ 70 ਸਾਲ ਹੋ ਗਏ, ਫਿਰ ਤਾਂ ਉਹਨੂੰ ਵੀ 8 ਸਾਲ ਦੇ ਹੀ ਦਿੱਤੇ ਆ ਤੇ ਉਹ ਪਹਿਲੇ ਸਾਲ ਤੋਂ ਕਹਿ ਰਿਹਾ, ਪਹਿਲੇ ਦਿਨ ਤੋਂ ਕਹਿ ਰਿਹਾ। ਉਹ 10 ਸਾਲ ਹੁਣ ਹੋ ਜਾਣਗੇ, 10 ਸਾਲ ਹੋ ਜਾਣਗੇ 24 ਦੇ ਵਿੱਚ, ਫਿਰ ਇਹ ਵੀ 6 ਮਹੀਨੇ ਹੋ ਗਏ, 4 ਸਾਲ ਇਹ ਕਹੀ ਜਾਣ ਸਮਾਂ ਹੈ ਸਮਾਂ ਹੈ। ਗੱਲ ਇਹ ਵੀ ਮੈਂ ਮਾਨਵ ਆ ਜਾਂ ਨੌਜਵਾਨ ਭਾਰਤ ਸਭਾ ਕਾਹਲੀ ਪੈਂਦੀ ਆ ਜਾਂ ਨਹੀਂ ਪੈਂਦੀ, ਸਵਾਲ ਇਸ ਦਾ ਨਹੀਂ ਹੈ, ਜਾਂ ਮੈਂ ਪੈਂਦਾ ਜਾਂ ਨਹੀਂ ਪੈਂਦੀ, ਸਵਾਲ ਇਹ ਨਹੀਂ ਹੈ। ਸਵਾਲ ਇਹ ਹੈ ਕਿ ਲੋਕ ਜਿੰਨਾ ਉਹਨਾਂ ਦੀ ਹਾਲਤ ਬਦਤਰ ਹੋ ਰਹੀ ਹੈ, ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਕਰਕੇ ਲੋਕ ਅੱਕੇ ਪਏ ਆ। ਲੋਕਾਂ ਨੇ ਤੁਹਾਨੂੰ ਸਮਾਂ ਨਹੀਂ ਦੇਣਾ ਮਤਲਬ। ਔਰ ਦੂਸਰੀ ਗੱਲ, ਸਿਆਸਤਾਂ ਸਮੇਂ ਦੇ ਹਿਸਾਬ ਨਾਲ ਨਹੀਂ ਚੱਲਦੀਆਂ ਹੁੰਦੀਆਂ, ਸਿਆਸਤਾਂ ਨਜ਼ਰੀਏ ਦੇ ਹਿਸਾਬ ਨਾਲ ਚੱਲਦੀਆਂ ਹੁੰਦੀਆਂ। ਲੋਕ ਤੁਹਾਡੇ ਚੋਣਾਂ ਤੋਂ ਪਹਿਲਾਂ ਤੁਸੀਂ ਕੀ ਬੋਲਦੇ ਹੋ ਤੇ ਚੋਣਾਂ ਤੋਂ ਬਾਅਦ ਆ ਕੇ ਪਹਿਲੇ ਦਿਨ ਦੇ ਪਹਿਲੇ ਘੰਟੇ ਤੋਂ ਤੁਸੀਂ ਕੀ ਕਰਨ ਲੱਗ ਜਾਂਦੇ ਹੋ, ਲੋਕ ਉਹਦੇ ਤੋਂ ਜੱਜ ਕਰਨ ਲੱਗ ਜਾਂਦੇ ਨੇ ਤੁਹਾਨੂੰ ਪਹਿਲੇ ਦਿਨ ਤੋਂ। ਇਸ ਲਈ ਸਮਾਂ ਅਸੀਂ ਦਈਏ ਜਾਂ ਨਾ ਦਈਏ, ਸਮਾਂ ਤਾਂ ਤੁਹਾਡੇ ਕੋਲ 5 ਸਾਲ ਹੈਗਾ ਹੀ ਹੈ। ਗੱਲ ਇਹ ਵੀ ਲੋਕਾਂ ਨੇ ਤੁਹਾਨੂੰ 5 ਸਾਲ ਨਹੀਂ ਦੇਖਣਾ ਜੇ ਇਹੀ ਰਵੱਈਆ ਰਿਹਾ ਜੋ ਪਿਛਲੇ 7 ਮਹੀਨੇ ਦੇ ਵਿੱਚ ਰਿਹਾ। ਇਹ ਸਾਡੇ ਜਾਂ ਕਿਸੇ ਹੋਰ ਦੇ ਸੋਚਣ ਨਾਲ ਨਹੀਂ ਕੁਛ ਇਹਦੇ ਚ ਹੋਣਾ। ਠੀਕ ਹੈ ਕਰਨ, ਕੁਛ ਆਖਰੀ ਕਹਿਣਾ ਚਾਹੋਗੇ ਫਿਰ ਆਪਾਂ ਇਹਨੂੰ ਵਿਰਾਮ ਦਿੰਨੇ? ਹਾਂਜੀ ਬਿਲਕੁਲ, ਕਾਫੀ ਕੰਮ ਹੋਇਆ ਵੀ ਹੈ। ਹੁਣ ਜੇ ਆਪਾਂ ਉਹਨੂੰ ਗਿਣਨ ਤੇ ਆਈਏ ਉਹ ਅਲੱਗ ਗੱਲ ਹੈ, ਉਹ ਤਾਂ ਸਾਡਾ ਫਰਜ਼ ਹੀ ਸੀਗਾ। ਜਿਹਨੇ ਵੀ ਕਰਨਾ, ਜਿਹਨੇ ਇਹ ਚੀਜ਼ ਨੂੰ ਠੀਕ ਕਰਨ ਦਾ ਸੋਚ ਕੇ ਚੱਲਿਆ, ਉਹਨੇ ਕਰਨਾ ਹੀ ਹੈ। ਉਹ ਗਿਣਾਉਣ ਦੀ ਜ਼ਰੂਰਤ ਨਹੀਂ ਹੈ। ਨਜ਼ਰ ਆਉਂਦਾ ਹੈ, ਤੁਸੀਂ ਰੋਜ਼ ਨਿਊਜ਼ ਦੇਖਦੇ ਹੋ, ਕੁਛ ਨਾ ਕੁਛ ਪੋਜ਼ਿਟਿਵ ਹੁੰਦਾ ਹੈ। ਔਰ ਸਭ ਤੋਂ ਵੱਡੀ ਚੀਜ਼ ਹੈ ਕਿ ਪੋਲਿਟਿਕਸ ਦੇ ਵਿੱਚ ਨਵਾਂ ਕੁਛ ਹੋ ਰਿਹਾ ਹੈ। ਮਤਲਬ ਉਹੀ ਕੁਛ ਹੋ ਰਿਹਾ ਸੀ, ਆਪਾਂ ਦੇਖ ਰਹੇ ਸੀ, ਕੁਛ ਨਵਾਂ ਨਹੀਂ ਹੋ ਰਿਹਾ ਸੀ। ਹੁਣ ਇਹ ਕੁਛ ਨਵਾਂ ਹੋਣਾ ਇਹ ਸ਼ੁਰੂ ਹੋ ਗਿਆ ਹੈ। ਇਹ ਹੌਲੀ ਹੌਲੀ ਹੋਏਗਾ। ਔਰ ਟਾਈਮ, ਤੁਸੀਂ, ਮੈਂ ਭਾਈ ਨੂੰ ਇਹ ਰਿਕੁਐਸਟ ਕਰੂੰਗਾ, ਜੇ ਤੁਸੀਂ ਇਹ ਕਹਿ ਰਹੇ ਹੋ ਨਾ ਵੀ 2 ਸਾਲ 3 ਸਾਲ, 2-3 ਸਾਲ ਦੇ ਵਿੱਚ ਬਹੁਤ ਪਿਕਚਰ ਚੇਂਜ ਹੋ ਜਾਏਗੀ। ਪਾਰਟੀ ਦਾ ਵੀ ਬੁਨਿਆਦ ਉਹੀ ਹੈ। ਪਾਰਟੀ ਨੂੰ ਵੀ ਇਹ ਚੀਜ਼ ਦਾ ਅਹਿਸਾਸ ਹੈ ਕਿ ਅਸੀਂ ਕੰਮ ਕਰਾਂਗੇ ਤੇ ਅਸੀਂ ਐਗਜ਼ਿਸਟ ਕਰਾਂਗੇ, ਅਸੀਂ ਕੰਮ ਨਹੀਂ ਕਰਾਂਗੇ ਤੇ ਇਸ ਪਾਰਟੀ ਦੀ ਵੀ ਕਿਸੇ ਵੀ ਪਾਰਟੀ ਦੀ ਐਗਜ਼ਿਸਟੈਂਸ ਨਹੀਂ ਰਹੀ, ਇਹਨਾਂ ਦੀ ਵੀ ਨਹੀਂ ਰਹੇਗੀ। ਇਹ ਤੁਹਾਡੇ ਦੱਸਣ ਨਾਲੋਂ ਪਾਰਟੀ ਨੂੰ ਪਹਿਲਾਂ ਹੀ ਪਤਾ ਹੈ। ਬਿਲਕੁਲ 2-3 ਸਾਲ ਦੇ ਵਿੱਚ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ, 2-3 ਸਾਲ 'ਚ ਬਹੁਤ ਬਦਲਾਅ ਵੱਡੇ ਆਉਣੇ ਨੇ। ਸਭ ਤੋਂ ਵੱਡਾ ਬਦਲਾਅ ਇਹ ਹੋਣਾ ਹੈ ਕਿ ਲੋਕ ਬਹੁਤ ਜ਼ਿਆਦਾ ਸਿਆਣੇ ਹੋ ਜਾਣਗੇ ਔਰ ਆਪਦੇ ਨਾਲ ਹੋਈਆਂ ਠੱਗੀਆਂ ਨੂੰ ਬਹੁਤ ਜਲਦੀ ਫੜ ਲੈਣਗੇ। ਜੀ ਠੀਕ ਹੈ ਜੀ। ਲੈਟਸ ਸੀ। ਆਮ ਆਦਮੀ ਪਾਰਟੀ ਦਾ ਇਹੀ ਹੈ ਕਿ ਉਹਨਾਂ ਨੂੰ ਹਜੇ ਬਹੁਤ ਘੱਟ ਸਮਾਂ ਹੋਇਆ, ਉਹਨਾਂ ਨੂੰ ਹੋਰ ਸਮਾਂ ਮਿਲਣਾ ਚਾਹੀਦਾ ਔਰ ਉਮੀਦ ਨੇ ਆਮ ਆਦਮੀ ਪਾਰਟੀ ਦੇ ਕੈਡਰਸ ਪ੍ਰੈਗਮੈਟਿਸਟਿਕ ਨੇ ਕਿ ਬਹੁਤ ਬਦਲਾਵ ਆਉਣਗੇ। ਔਰ ਸਮਾਂ ਜਿਹੜਾ, ਸਹੀ ਗੱਲ ਹੈ, ਮਾਨਵ ਦੇ ਨਾਲ ਬਿਲਕੁਲ ਅਸੀਂ ਸਹਿਮਤ ਹਾਂ। ਆਕਾਸ਼ ਦਾ ਵੀ ਇਹੀ ਕਹਿਣਾ ਕਿ ਜਿਹੜੇ ਅੱਜ ਦੇ ਸਾਡੇ ਵੋਟਰ ਨੇ, ਸਾਡੇ ਲੋਕ ਨੇ, ਬਹੁਤ ਜਾਗਰੂਕ ਹੋ ਚੁੱਕੇ ਨੇ। ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦੇ ਨਾਲ ਕਈ ਐਮਐਲਏਸ ਨੂੰ ਟਾਰਗੇਟ ਕੀਤਾ ਗਿਆ, ਉੱਥੇ ਲੋਕਾਂ ਦਾ ਜਿਹੜਾ ਰੋਸ ਸੀ ਉਹ ਨਜ਼ਰ ਆਉਂਦਾ ਸੀ। ਉਹ ਦੇਖਣ ਵਾਲਾ ਹੋਏਗਾ ਅੱਗੇ ਕੀ ਕਰਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਕੀ ਹੋਏਗੀ, ਉਹਦੇ ਤੇ ਆਪਾਂ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਔਰ ਮੈਂ ਤੁਹਾਡਾ ਤਿੰਨਾਂ ਦਾ, ਮੇਰੇ ਮਹਿਮਾਨਾਂ ਦਾ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਆਪਣਾ ਸਮਾਂ ਕੱਢਿਆ। ਥੈਂਕ ਯੂ ਸੋ ਮਚ ਐਵਰੀਵਨ।